वैसे तरसेम जी ਇੰਨੀ ਕੜਕਦੀ ਧੁੱਪ 'ਚ ਕਿਹੜੀਆਂ ਅੰਮ੍ਰਿਤਸਰੀ ਬੜੀਆਂ ਉੱਥੇ ਸਕਾ ਰਹੇ ਸੀ? ਰੋਟੀ ਖਾਣ ਤੋਂ ਬਾਅਦ ਮੈਂ ਸੈਰ ਕਰਦਾ ਹੁੰਨਾ ਜੀ। ਵਾਹ, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਉਸ ਇਨਸਾਨ ਨਾਲ ਗੱਲ ਕਰ ਰਿਹਾ ਜੋ 1.25 ਸਾਲ ਪਹਿਲਾਂ ਇੱਥੋਂ 2-3 ਵਾਰੀ ਭੱਜਣ ਦੀ ਕੋਸ਼ਿਸ਼ ਕਰ ਚੁੱਕਿਆ ਤੇ ਹੁਣ ਆਪਣੀਆਂ ਸਾਰੀਆਂ ਬੈਡ ਹੈਬਿਟਸ ਤਿਆਗ ਕੇ ਇੰਨਾ ਹੈਲਥ ਕੌਨਸ਼ੀਅਸ ਹੋ ਗਿਆ ਕਿ ਇਸ ਜਗ੍ਹਾ ਨੂੰ ਤਨੋ ਮਨੋ ਅਪਣਾ ਚੁੱਕਿਆ। ਜੇਲਰ ਜਲੌਰ ਸਿੰਘ ਜੌਲ ਦਾ ਤੈਨੂੰ ਅਨਅਫੀਸ਼ੀਅਲੀ ਸਲੂਟ ਕਰਨ ਨੂੰ ਜੀ ਕਰ ਰਿਹਾ। ਇਹ ਕੀ ਕਰ ਰਹੇ ਜੀ? ਨਾ ਇਹ ਤੇ ਕੁਛ ਵੀ ਨਹੀਂ ਬੇਟੇ, ਮੇਰਾ ਤੇ ਹੱਥ ਜੋੜਨ ਨੂੰ ਜੀ ਕਰ ਰਿਹਾ। ਨਾ ਇਦਾਂ ਨਾ ਕਰੋ ਜੀ। ਮੈਂ ਮੰਨਦਾ ਕਿ ਪਿਛਲੇ 14 ਮਹੀਨਿਆਂ 'ਚ ਤੂੰ ਕੋਈ ਐਸੀ ਪੁੱਠੀ ਸਿੱਧੀ ਹਰਕਤ ਨਹੀਂ ਕੀਤੀ, ਪਰ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਜਿਸ ਬੰਦੇ 'ਚ ਇੱਕ ਵਾਰੀ ਭੱਜਣ ਵਾਲਾ ਵਾਇਰਸ ਵੜ ਜਵੇ ਉਹ ਦੁਬਾਰਾ ਕਿਸੇ ਵੇਲੇ ਵੀ ਜਾਗ ਸਕਦਾ। ਉਹ ਤਾਂ ਹੈ ਜੀ। ਹਾਂਜੀ, ਮਤਲਬ ਤੁਸੀਂ ਸਹੀ ਕਹਿ ਰਹੇ ਹੋ। ਇੱਕ ਗੱਲ ਹੋਰ, ਆਪਣੇ ਮਨ ਦੇ ਵਿੱਚ ਕਦੇ ਵੀ ਇਹ ਫਿਲਮੀ ਫੀਲਿੰਗ ਨਹੀਂ ਲੈ ਕੇ ਆਉਣੀ ਕਿ ਬਰਖੁਰਦਾਰ ਦੁਨੀਆ में ऐसी कोई जेल नहीं बनी जो तरसेम लाल को कैद रख सके। सो ਵੱਡੇ ਵੀਰ, ਇਹ ਕੈਦ ਨਹੀਂ ਹੈ, ਇਹ ਉਹ ਅਭਾਗੀ ਜਗ੍ਹਾ ਜਿੱਥੇ ਤੁਸੀਂ ਚਰਨ ਪਾ ਕੇ ਇਸ ਨੂੰ ਭਾਗਾਂ ਵਾਲਾ ਬਣਾਇਆ। ਹੱਥ ਜੋੜ ਕੇ ਤੁਸੀਂ ਮੈਨੂੰ ਸ਼ਰਮਿੰਦਾ ਕਰ ਰਹੇ ਹੋ ਜੀ। ਇਹੀ ਤਾਂ ਮੈਂ ਚਾਹੁੰਦਾ ਕਿ ਤੁਸੀਂ ਸ਼ਰਮਿੰਦਾ ਹੋਵੋ ਤਾਂ ਜੋ ਤੁਸੀਂ ਮੈਨੂੰ ਸ਼ਰਮਿੰਦਾ ਨਾ ਕਰ ਜਾਓ। ਇਸ ਵਰਦੀ ਤੇ ਅੱਜ ਤੱਕ ਕਦੇ ਕੋਈ ਦਾਗ ਨਹੀਂ ਲੱਗਿਆ ਤੇ ਮੈਂ ਚਾਹੁੰਦਾ ਇਹ ਅੱਗੋਂ ਵੀ ਅਲਟਰਾ ਕਲੀਨ ਹੀ ਰਹੇ। ਹਾਂ, ਜਿੱਥੋਂ ਤੱਕ ਫੈਸਿਲਿਟੀਜ਼ ਦਾ ਸਵਾਲ ਹੈ, ਜੋ ਤੁਹਾਨੂੰ ਇੱਥੇ ਚਾਹੀਦੀਆਂ ਉਹਦੇ ਲਈ ਮੈਂ ਹਾਜ਼ਰ ਹਾਂ। 9 ਨੰਬਰ ਦੇ ਫਲੀਟ ਬੂਟ ਲੈ ਦਿਓ ਜੀ। ਹਾਂਜੀ, ਸੈਰ ਸੁਰ ਕਰਨ ਨੂੰ। ਤੂੰ 9 ਦੀ ਗੱਲ ਕਰ ਦੂੰ, ਤੈਨੂੰ 10 ਨੰਬਰ ਦੇ ਲੈ ਦੇਾਂਗੇ। ਜੇ ਕਹੇ ਉੱਥੇ ਰਨਿੰਗ ਟਰੈਕ ਬਣਾ ਦਈਏ, ਭਾਵੇਂ ਦਿਨ ਰਾਤ ਭੱਜੀ ਜਾਈ। ਹੁਣ ਤੁਸੀਂ ਟਰੈਕ ਬਣਾਓ ਚਾਹੇ ਨਾ ਬਣਾਓ ਜੀ, ਪਰ ਤੁਹਾਡਾ ਕਿਆ ਸਿਰ ਮੱਥੇ। ਹੁਣ ਕਹਿ ਦਿਓ ਉੱਥੇ ਹੀ ਭੱਜਣਗੇ। ਜਰਨੈਲ, ਉਹ ਜਰਨੈਲ, ਉਹ ਤੈਨੂੰ ਕੁੜੀ ਮਿਲਣ ਆਈ ਹੈ। ਹੈ ਮੈਨੂੰ? ਉਹ ਤੈਨੂੰ ਬੰਦਾ ਮਿਲਣਾ ਹੈ, ਦੂਜੇ ਜਰਨੈਲ ਨੂੰ ਮਿਲਣ ਆਈ ਹੈ। ਲੈ ਜਰਨੈਲ, ਉਹ ਜਰਨੈਲ, ਉਹ ਤੈਨੂੰ ਕੁੜੀ ਮਿਲਣ ਆਈ ਹੈ। अमन, जरनैल, सब ठीक तो है? मेरा ब्याह तरता। ਵਿਆਹ ਤਰਤਾ? मैं डैडी ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਤੇ ਤੂੰ ਮੰਨ ਗਈ? ਜਦੋਂ ਦਾ ਤੂੰ ਅੰਦਰ ਹੋਇਆ ਮੈਂ ਘਰਦਿਆਂ ਦੇ ਨਾਲ ਲੜਦੀ ਰਹੀ ਹਾਂ। ਰਿਸ਼ਤੇਦਾਰ ਡੈਡੀ ਨੂੰ ਅੱਡ ਮੀਣੇ ਮਾਰਦੇ ਕਿ ਤੈਨੂੰ ਫੇਮ ਦੀ ਤਸਕਰੀ ਵਾਲੇ ਮੁੰਡਾ ਮਿਲਿਆ ਸੀ। ਤੇ ਤੂੰ ਵੀ ਲੋਕਾਂ ਨਾਲ ਰਲ ਗਈ ਹੈ? ਤੂੰ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਜੋ ਕੁਝ ਨਹੀਂ ਕਰ ਸਕਦਾ, ਮੈਨੂੰ ਫਸਾਇਆ ਗਿਆ ਹੈ। ਤੇ ਤੂੰ ਇਹ ਵੀ ਜਾਣਦੀ ਹੈ ਫਸਾਇਆ ਕਿਹਨੇ? ਤੂੰ ਕਦੋਂ ਤੱਕ ਮੇਰੇ ਭਰਾ ਤੇ ਸ਼ੱਕ ਕਰਦਾ ਰਹੇਗਾ? ਲੋਕੀ ਤੇਰਾ ਨਾਂ ਲੈਂਦੇ ਨੇ, ਮੈਂ ਕਿੱਦਾਂ ਮੂੰਹ ਬੰਦ ਕਰਾਂ? ਤੂੰ ਮੇਰੀ ਹਾਲਤ ਨਹੀਂ ਜਾਣਦਾ। ਤੇ ਮੇਰਾ ਕੀ ਹੈ? ਜਰਨੈਲ, मैं एक दिन इस जेल च ही सोच के कट रहे कि कदों मैं बाहर निकला ते कदों मैं तेरे नाल एक नवी जिंदगी की शुरुआत करा। मेरी एक सजा च मुक्की नहीं है, तू एक होर दे चली है। मैनू माफ कर दे। नहीं, मैं नहीं माफ करता। तू जा एक बारी होर अपने डैडी नाल गल कर। बहुत देर हो चुकी है जरनैल, कल मेरा ब्याह है। ते तू मैनू अज दसना ही है? मीना पहला भी दस दिन नहीं की कर लेना, बजा के ले जाता। नहीं ना, सगों दी जेल च बैठे रहे, मेरे वांग तू रोज मरना सी। अज केड़ा तू मैनू जिंदा छड़ चली है? समझ ले तुम्हारी आई ठीक है। धोखा दे रही है तू मैनू। जिन्हें भावनी नहीं सी तलाई क्यों सी मेरे नाल? जवाब दे मेरी गल दा। तू किसी होर नाल ब्याह नहीं करा सकती। तू मेरा जीना औखा करके नहीं जा सकती। जीना तो तुम्हारा ही औखा है जरनैल, तेरा मेरे बगैर, मेरा तेरे बगैर किसी होर नाल। तू दूर गई सा दूर होने लगे जोड़े सी जो ख्वाब चूर। जी बस हुण तां तुहाडे वल्लों हां दी उडीक है। ਵੈਸੇ ਕਾਕਾ ਜੀ ਤੁਸੀਂ ਕਿੰਨਾ ਕੁ ਕਮਾ ਲੈਂਦੇ ਹੋ? ਬਾਜੀ 30,000 ਰੁਪਇਆ ਬਣ ਜਾਂਦਾ ਮਹੀਨੇ ਦਾ। 5 ਮੱਝਾਂ ਨੇ 50 ਕਿਲੋ ਦੁੱਧ ਦਿੰਦੀਆਂ ਨੇ, 2 ਕਿਲੋ ਮੈਂ ਪੀ ਜਾਂਦਾ।
ਤੇ ਬਾਕੀ 50 ਕਿਲੋ ਵਿਕ ਜਾਂਦਾ ਜੀ। ਪਰ ਕਾਕਾ ਜੀ 2 ਕਿਲੋ ਦੁੱਧ ਪੀ ਕੇ ਤਾਂ ਫਿਰ 48 ਬਚਣਾ ਚਾਹੀਦਾ। ਤੁਸੀਂ 50 ਕਿਵੇਂ ਵੇਚ ਲੈਂਦੇ ਹੋ? ਉਹ ਜੀ ਉਹ ਐਡਜਸਟਮੈਂਟ ਹੋ ਜਾਂਦੀ ਜੀ। ਭਾਈ ਦੋਜੀ ਹੈ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਪਰ ਮੁੰਡਾ ਸੱਚਾ ਸੁੱਚਾ ਹੈ। ਮੁੰਡਾ ਤਾਂ ਹੀਰਾ ਹੈ ਜੀ, ਭਾਵੇਂ ਮਾਂ-ਬਾਪ ਤੋਂ ਬਿਨਾ ਪਲਿਆ ਹੈ, ਪਰ ਇੱਕ ਵੀ ਐਬ ਨਹੀਂ ਹੈ ਮੁੰਡੇ 'ਚ। ਬਾਕੀ ਅਸੀਂ ਬੈਠੇ ਆ ਨਾ। ਕਾਕਾ ਜੀ ਤੁਹਾਡੀ ਕੋਈ ਮੰਗ ਤਾਂ ਨਹੀਂ? ਕਿਉਂ ਸ਼ਰਮਿੰਦਾ ਕਰਦੇ ਹੋ ਜੀ? ਮੈਂ ਤਾਂ ਤੁਹਾਨੂੰ ਵਿਆਹ ਤੇ ਵੀ ਇੱਕ ਪੈਸਾ ਨਹੀਂ ਲਾਉਣ ਦੇਣਾ। ਬਚਨ ਕਰੇ ਭਾਈ, ਮੈਨੂੰ ਮੁੰਡਾ ਪਸੰਦ ਹੈ। ਕਰਾਓ ਫਿਰ ਮੂੰਹ ਮਿੱਠਾ। ਲੋ ਹੁਣੇ ਲੋ। ਆ ਬਲਬੀਰ ਕੋਰੇ ਆ ਗਈ ਜੀ, ਆ ਗਈ, ਬਸ ਆ ਰਹੀ ਆ। ਮੰਮੀ ਨਾ ਮੰਨ ਲਈ, ਲੰਡੂ ਜਿਹਾ ਹੀ ਮੁੰਡਾ ਲੱਭਿਆ ਸੀ ਜਿਹੜਾ ਮੈਂ ਰਿਸ਼ਤਾ ਦੱਸਿਆ ਸੀ ਉਹ ਮਾੜਾ। ਤੂੰ ਇੱਕ ਨਸ਼ੇੜੀ ਘੱਟ ਹੈ ਘਰ 'ਚ, ਜਿਹੜਾ ਤੇਰੀ ਭੈਣ ਨੂੰ ਵੀ ਨਸ਼ੇੜੀ ਦੇ ਲੜ ਲਾ ਦਈਏ। ਨਾ ਨਸ਼ੇ ਡੰਗ ਮਾਰਦੇ ਆ ਭੈਣ ਨੂੰ। ਅਗਲਾ 7 ਕਿੱਲਿਆਂ ਦਾ ਮਾਲਕ ਆ ਦੋਜੀ ਕੋਲ 7 ਢੋਲ ਨਹੀਂ ਹੋਣੇ ਦੁੱਧ ਵਾਲੇ। ਤੂੰ ਨਾ ਆ ਰਹੀ ਆ ਜੀ, ਪਿਛਾਟ ਆ ਗਈ ਜੀ, ਆ ਗਈ, ਬਸ ਆ ਗਈ। ਬਲਬੀਰ ਭਾਈ ਮੈਨੂੰ ਤਾਂ ਮੁੰਡਾ ਬਹੁਤ ਚੰਗਾ ਲੱਗਾ। ਉਹ ਫਿਰ ਕਰਦੀ ਹੈ ਰਿਸ਼ਤਾ ਪੱਕਾ। ਹਾਂਜੀ ਹਾਂਜੀ, ਮੈਨੂੰ ਤਾਂ ਮੁੰਡਾ ਪਸੰਦ ਹੈ। ਲੈ ਕਾਕਾ ਕਰ ਮੂੰਹ ਬੇਟਾ। ਭੈਣ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ। ਜਰਨੈਲ, ਜੇ ਤੂੰ ਕੁੜੀ ਨਾਲ ਕੱਲਿਆਂ 2 ਮਿੰਟ ਗੱਲ ਕਰਨੀ ਤਾਂ ਕਰ ਲੈ। ਕਿਉਂ ਜੀ? ਹਾਂਜੀ ਹਾਂਜੀ, ਸੁੱਖ ਨਾਲ, ਕਿਉਂ ਨਹੀਂ ਹੈ। ਵੈਸੇ ਮੈਂ ਤੁਹਾਨੂੰ ਪਸੰਦ ਤਾਂ ਹੈਗਾ ਨਾ? ਜਮਾ ਹੀ ਨਹੀਂ। ਤੁਸੀਂ ਅਰੇਂਜਡ ਮੈਰਿਜ, ਲਵ ਮੈਰਿਜ ਤਾਂ ਸੁਣਿਆ ਨਾ ਕੀ ਹੁੰਦੀ ਹੈ। ਮੈਂ ਅਰੇਂਜ ਮੈਰਿਜ ਨਹੀਂ ਕਰਾਉਣਾ ਚਾਹੁੰਦੀ। ਜਿਹੜੇ ਮੁੰਡੇ ਨੂੰ ਮੈਂ ਜਾਣਦੀ ਨਹੀਂ, ਜਿਹਦੇ ਨਾਲ ਮੈਨੂੰ ਪਿਆਰ ਨਹੀਂ, ਮੈਂ ਉਹਦੇ ਨਾਲ ਆਪਣੀ ਪੂਰੀ ਜ਼ਿੰਦਗੀ ਕਿਵੇਂ ਕੱਟ ਸਕਦੀ ਹਾਂ? ਲੋਕੀ ਵੀ ਕੱਟਦੇ ਹੀ ਆ। ਵਿਆਹ ਤੋਂ ਬਾਅਦ ਪਿਆਰ ਵੀ ਹੋ ਜਾਂਦਾ। ਕੀ ਗਾਰੰਟੀ? ਮੈਂ ਤਾਂ ਆਪਣੀ ਗਾਰੰਟੀ ਦੇ ਸਕਦਾ। ਮੈਨੂੰ ਤਾਂ ਹੋ ਜੂ ਤੁਹਾਡੇ ਨਾਲ ਪਿਆਰ, ਪਰ ਤੁਹਾਡਾ ਮੈਨੂੰ ਪਤਾ ਨਹੀਂ। ਤਾਂ ਹੀ ਤੇ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ। ਜਦੋਂ ਮੈਨੂੰ ਕਿਸੇ ਨਾਲ ਪਿਆਰ ਹੋ ਜੂ, ਮੈਂ ਉਹਦੇ ਨਾਲ ਵਿਆਹ ਕਰਾ ਲੂੰ। ਪਲੀਜ਼ ਤੁਸੀਂ ਡੈਡੀ ਜੀ ਨੂੰ ਮਨਾ ਕਰ ਸਕਦੇ ਹੋ? ਪਲੀਜ਼। ਮੇਰੇ ਤਾਂ ਸਾਰੇ ਪਿੰਡ ਨੂੰ ਪਤਾ ਹੈ ਮੈਂ ਤੁਹਾਡੀ ਫੋਟੋ ਦੇਖ ਕੇ ਡੁੱਲ ਗਿਆ ਸੀ। ਮੈਂ ਹੁਣ ਮੈਨੂੰ ਨਹੀਂ ਪਤਾ। ਜਿਵੇਂ ਡੁੱਲੇ ਸੀ ਉਵੇਂ ਆਪਣੇ ਆਪ ਨੂੰ ਇਕੱਠਾ ਕਰੋ। ਪਲੀਜ਼ ਜਾਣ ਤੋਂ ਪਹਿਲਾਂ ਨਾ ਬੋਲ ਕੇ ਜਾਓ। ਪਰ ਕਾਕਾ ਜੀ ਹੁਣੇ ਤਾਂ ਤੁਸੀਂ ਹਾਂ ਕੀਤੀ ਸੀ, ਆ 5 ਮਿੰਟਾਂ 'ਚ ਕੀ ਹੋ ਗਿਆ? ਮੈਨੂੰ ਤਾਂ ਤੁਹਾਡੀ ਬੇਟੀ ਬਹੁਤ ਪਸੰਦ ਹੈ ਜੀ, ਤੇ ਮੈਂ ਉਹਨੂੰ ਗਵਾਉਣਾ ਨਹੀਂ ਚਾਹੁੰਦਾ। ਮੈਨੂੰ ਕਿਸੇ ਪੰਡਤ ਨੇ ਕਿਹਾ ਸੀ ਤੇਰਾ ਪਹਿਲਾ ਵਿਆਹ ਨਹੀਂ ਚੱਲਣਾ, ਦੂਜਾ ਚੱਲੂ। ਮੈਂ ਸੋਚ ਰਿਹਾ ਸੀ ਕਿ ਮੈਂ ਪਹਿਲਾਂ ਕਿਸੇ ਹੋਰ ਨਾਲ ਵਿਆਹ ਕਰਾ ਲਵਾਂ, ਫਿਰ ਇਹਨਾਂ ਨਾਲ ਕਰਾਵਾਂ। ਬੋਲੋ। ਲੈ ਜਾ ਇਸ ਪਾਗਲ ਮੁੰਡੇ ਨੂੰ ਇੱਥੋਂ। ਇਹੋ ਜਿਹਾ ਮੁੰਡਾ ਲੱਭਿਆ ਸੀ ਮੇਰੀ ਕੁੜੀ ਲਈ। ਵੀਰ ਜੀ ਮੇਰੀ ਗੱਲ ਤਾਂ ਸੁਣੋ। ਮੈਂ ਕੁਝ ਨਹੀਂ ਸੁਣਦਾ। ਲੈ ਜਾ ਇਹਨੂੰ ਇੱਥੋਂ। ਮੈਡਮ, ਸਟੂਡੈਂਟਸ ਵੱਲੋਂ ਤੁਹਾਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ? ਨਹੀਂ ਮੈਮ, ਸਾਰੇ ਸਟੂਡੈਂਟਸ ਬਹੁਤ ਵਧੀਆ ਨੇ। ਪ੍ਰਿੰਸੀਪਲ ਮੈਡਮ ਸਕੂਲ 'ਚ ਦੁੱਧ ਲਵਾਇਆ ਜੀ? ਨਹੀਂ ਤਾਂ ਕਿਉਂ? ਬਾਹਰ ਇੱਕ ਦੋਜੀ ਆਇਆ ਜੀ। ਦੋਜੀ ਕੀ ਕਰਨ ਆਇਆ? ਮੈਂ ਪੜ੍ਹਨ ਆਇਆ ਜੀ। ਮੈਂ ਵੀ ਅੰਗਰੇਜ਼ੀ ਸਿੱਖਣੀ ਹੈ। ਆਓ ਜੀ ਆਓ। ਪਰ ਅਸੀਂ ਅੰਗਰੇਜ਼ੀ ਸਿਖਾਉਣ ਤੋਂ ਪਹਿਲਾਂ ਪੰਜਾਬੀ ਸਿਖਾਈ ਦੀ ਹੈ। ਪੰਜਾਬੀ ਤਾਂ ਜੀ ਮੇਰੇ 'ਚ ਘੋਟ-ਘੋਟ ਕੇ ਭਰੀ ਹੋਈ ਹੈ। ਜੰਮਣ ਤੋਂ ਬਾਅਦ ਮੂੰਹ 'ਚੋਂ ਪਹਿਲਾਂ ਅੱਖਰ ਹੀ ਊੜਾ ਨਿਕਲਿਆ ਸੀ। ਐ ਸਮਝ ਲਓ ਮਾਂ ਬੋਲਣ ਤੋਂ ਪਹਿਲਾਂ ਅਸੀਂ ਮਾਂ ਬੋਲੀ ਸਿੱਖ ਲਈ ਸੀ। ਚਲੋ ਮੈਂ ਰਜਿਸਟਰ 'ਚ ਤੁਹਾਡਾ ਨਾਂ ਚੜਾ ਲੈਣੀ ਆ। ਕੀ ਨਾਂ ਹੈ ਤੁਹਾਡਾ? ਜਰਨੈਲ। ਓਕੇ ਜਰਨੈਲ, ਪਲੀਜ਼ ਬੈਠੋ। ਚੰਗਾ ਜੀ। ਮੈਡਮ ਜੀ, ਦੋਜੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਜੀ? ਮੈਂ ਦੱਸਦਾ ਜੀ। ਲਵਰ। ਅੱਛਾ ਲਓ ਜੀ, ਇਹ ਵੀ ਪਤਾ ਲੱਗ ਗਿਆ ਕਿ ਦੋਜੀ ਨੂੰ ਅੰਗਰੇਜ਼ੀ ਵਿੱਚ ਲਵਰ ਕਹਿੰਦੇ ਆ। ਅਮਨ ਜੀ, ਅਮਨ ਜੀ, ਅਮਨ ਜੀ, ਮੈਂ ਮੇਰੀ ਗੱਲ ਤਾਂ ਕੁਝ ਨਹੀਂ ਸੁਣਨਾ। ਨਾ ਮੈਂ ਅਰੇਂਜ ਮੈਰਿਜ ਕਰਾਉਣੀ, ਨਾ ਮੈਂ ਲਵ ਮੈਰਿਜ ਕਰਾਉਣੀ। ਤੁਸੀਂ ਮੇਰਾ ਪਿੱਛਾ ਛੱਡੋ। ਹੌਲੀ ਬੋਲੋ ਮੈਡਮ,
ਕਿਉਂ ਮੈਨੂੰ ਸਕੂਲੋਂ ਕਢਾਉਂਗੇ? ਲਵ ਮੈਰਿਜ ਤੁਸੀਂ ਨਹੀਂ ਕਰਾਉਣੀ, ਅਰੇਂਜ ਮੈਰਿਜ ਤੁਸੀਂ ਨਹੀਂ ਕਰਾਉਣੀ, ਤੀਜੀ ਕਿਹੜੀ ਮੈਰਿਜ ਹੁੰਦੀ ਹੈ ਦੱਸ ਦੋ, ਮੈਂ ਉਹਦੀ ਤਿਆਰੀ ਕਰ ਲਾਂਗਾ। ਮੈਂ ਕਿਹੜਾ ਜੇ ਨਾ ਤੁਹਾਡੇ 'ਚ ਇੰਨਾ ਵੀ ਦਿਮਾਗ ਹੋਵੇ ਨਾ ਤਾਂ ਸਮਝੋ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ। ਪਰ ਕਿਉਂ? ਕੀ ਘਾਟ ਹੈ ਮੇਰੇ 'ਚ? ਤੁਹਾਡੇ 'ਚ ਪੂਰਾ ਕੀ ਹੈ? ਪੜ੍ਹੇ ਲਿਖੇ ਤੁਸੀਂ ਹੋ ਨਹੀਂ, ਦਿਮਾਗ ਤੁਹਾਡੇ 'ਚ ਹੈ ਨਹੀਂ, ਇਸ ਕਰਕੇ ਮੈਡਮ ਹੁਣ ਤੁਹਾਡੇ ਜਿੰਨਾ ਦਿਮਾਗ ਮੈਂ ਕਿੱਥੋਂ ਲੈ ਕੇ ਆਵਾਂ? ਤੁਸੀਂ ਪਾਈਏ ਦੇ ਭਾਂਡੇ 'ਚ ਅੱਧਾ ਕਿਲੋ ਦੁੱਧ ਪਾਉਣ ਨੂੰ ਫਿਰਦੇ ਹੋ। ਮਾਤਰ ਤਾਂ ਹੁਣ ਇਹੋ ਜਿਹਾ ਹੀ ਹੈ। ਮੈਨੂੰ ਇਹੋ ਜਿਹਾ ਮਾਤੜ ਨਹੀਂ ਚਾਹੀਦਾ। ਆ ਕੌਣ ਆ ਓਏ ਜਿਹੜਾ ਤੇਰੀ ਭੈਣ ਨੂੰ ਖੜਾਈ ਖੜਾ? ਮੈਂ ਕੁਝ ਕੌਣ ਆ ਇਹ? ਕੁੱਤਾ ਕਾਰ ਮਗਰ ਜਿੰਨਾ ਮਰਜ਼ੀ ਭੱਜ ਲੈ, ਵਿੱਚ ਸਵਾਰ ਨਹੀਂ ਹੋ ਸਕਦਾ। ਗੱਲ ਸੁਣ ਲੈ ਮੇਰੀ, ਜੇ ਮੇਰਾ ਵਿਆਹ ਅਮਨ ਨਾਲ ਨਾ ਹੋਇਆ ਨਾ ਤਾਂ ਆਪਣੇ ਆ ਨਸ਼ੇ ਪੱਤਿਆਂ ਦਾ ਇੰਤਜ਼ਾਮ ਆਪ ਕਰ ਲਈ। ਹਾਂ ਵੀਰੇ, ਸਾਡੇ ਪਿੰਡ ਆਸ਼ਕਾਂ ਦੇ ਪੈਂਦੀਆਂ ਬਹੁਤ ਨੇ। ਇੱਜ਼ਤ ਮਾਣ ਤਾਂ ਆਸ਼ਕਾਂ ਦਾ ਕਿਸੇ ਪਿੰਡ 'ਚ ਨਹੀਂ ਹੁੰਦਾ। ਵੈਸੇ ਮੈਂ ਆਸ਼ਕੀ ਕਰਨ ਨਹੀਂ, ਇੱਕ ਮਸਲਾ ਸੁਲਝਾਉਣ ਲਈ ਆਇਆ ਸੀ। ਮਸਲਾ ਤਾਂ ਮੈਂ ਸੁਲਝਾ ਦਿੰਨਾ। ਇਹਨੂੰ ਜਾਣਦਾ ਕੌਣ ਆ? ਨਹੀਂ ਜਾਣਦਾ ਤੈਨੂੰ ਇਹ ਵੀ ਨਹੀਂ, ਪਰ ਮੈਂ ਫੇਰ ਵੀ ਤੁਹਾਡੀ ਜਾਣ ਪਛਾਣ ਕਰਾ ਦਿਆਂ। ਬਿੰਦਰ, ਇਹ ਉਹ ਮੁੰਡਾ ਜਿਹੜਾ ਮੇਰੀ ਭੈਣ ਨੂੰ ਦੇਖਣ ਆਇਆ ਸੀ, ਤੇ ਇਹ ਉਹ ਮੁੰਡਾ ਜਿਹਦੇ ਨਾਲ ਮੇਰੀ ਭੈਣ ਦਾ ਵਿਆਹ ਹੋਣਾ। ਚੱਲ ਦਿਖੀ ਨਾ ਹੁਣ। ਚੱਲ ਕਿੱਕ ਮਾਰ ਤੇ ਤੁਰਦਾ ਬਣ। ਮੋਟਰਸਾਈਕਲ ਨੂੰ ਕਿੱਕ ਮਾਰਨ ਨੂੰ ਕਿਹਾ ਸੀ। ਸੌਰੀ ਵੀਰੇ, ਮੈਨੂੰ ਲੱਗਿਆ ਤੂੰ ਆਪਣੇ ਮਾਰਨ ਨੂੰ ਕਿਹਾ ਸੀ। ਮੋਟਰਸਾਈਕਲ ਦਾ ਸੈਲਫ ਸਟਾਰਟ ਹੈ। ਜੇ ਫॉर ਜਗ, ਜਗਮਣੇ ਗੁਰਮੁਖੀ ਤੇ ਅੰਗਰੇਜ਼ੀ ਨੇੜੇ ਤੇੜੇ ਨਹੀਂ? ਨੇੜੇ ਤੇੜੇ ਲੱਗਦੀਆਂ ਨੇ। ਕੇ ਫॉर ਕਾਈਟ, ਕਾਈਟ ਮਾਣੇ ਪਤੰਗ। ਐਲ ਫॉर ਲਵਰ, ਲਵਰ ਮਾਨੇ ਦੋਜੀ। ਮੈਡਮ ਅੱਜ ਲਵਰ ਨਹੀਂ ਆਇਆ। ਆ ਦੋਜੀ ਤੋਂ ਯਾਦ ਆਇਆ, ਅੱਜ ਸਾਡੀ ਮੱਝ ਬਿਮਾਰ ਹੋ ਗਈ, ਦੁੱਧ ਨਾ ਦੇਵੇ। ਅੱਛਾ, ਮੈਂ ਡੈਰੀ ਤੇ ਦੁੱਧ ਲੈਣ ਲਈ ਜਾਣ ਲੱਗਿਆ ਨਾ, ਮੇਰੀ ਘਰ ਵਾਲੀ ਕਹਿੰਦੀ ਤੁਸੀਂ ਨਾ ਸਕੂਲ ਜਾਓ, ਮੈਂ ਆਪੇ ਕਿਸੇ ਲਵਰ ਨੂੰ ਖੜਾ ਕੇ ਦੁੱਧ ਪਵਾ ਲੂੰਗੀ। ਫੇਰ ਪਵਾ ਲਿਆ? ਤੁਸੀਂ 3 ਦਿਨਾਂ ਤੋਂ ਸਕੂਲ ਕਿਉਂ ਨਹੀਂ ਆਏ? ਹਾਂਜੀ, ਮਾਸਟਰ ਨਹੀਂ ਠੀਕ ਨਹੀਂ ਹੈ ਜੀ, ਖਾਣ ਨੂੰ ਪੈਂਦੀ ਹੈ, ਨਾ ਕਟਾਉਣਾ ਐਸੀ ਆਦਤ। ਸੌਰੀ, ਉਸ ਦਿਨ ਮੈਂ ਥੋੜਾ ਜ਼ਿਆਦਾ ਬੋਲ ਗਈ। ਨਹੀਂ ਨਹੀਂ, ਤੁਸੀਂ ਕਿੱਥੇ ਜ਼ਿਆਦਾ ਬੋਲੇ ਸੀ? ਤੁਸੀਂ ਤਾਂ ਸੰਖੇਪ ਸਾਰ 'ਚ ਗਾਲਾਂ ਹੀ ਕੱਢੀਆਂ ਸੀ। ਮੈਂ ਗਾਣਾ ਕਦੋਂ ਕੱਢੀਆਂ? ਮੈਂ ਸਿਰਫ ਇੰਨਾ ਕਿਹਾ ਥੋੜਾ ਜਿਹਾ ਦਿਮਾਗ ਘੱਟ ਹੈ। ਲੈ ਫੇਰ ਕਿਹੜਾ ਮੈਡਲ ਦੇਤਾ? ਵੈਸੇ ਮੈਂ ਸੌਂ ਖਾ ਲਈ ਹੈ, ਹੁਣ ਦਿਮਾਗ ਵਧਾ ਕੇ ਰਹੂੰ ਆਪਦਾ। 3-4 ਥਾਵਾਂ ਤੇ ਗੱਲ ਚੱਲ ਰਹੀ ਮੇਰੀ ਦਿਮਾਗ ਨੂੰ ਲੈ ਕੇ। ਰੀਲੀ ਸੌਰੀ, ਮੈਨੂੰ ਵੀ ਵਧੀਆ ਨਹੀਂ ਲੱਗ ਰਿਹਾ, ਤੁਸੀਂ ਭੁੱਲ ਜਾਓ ਪਲੀਜ਼। ਮਸਾਂ ਮਸਾਂ ਤਾਂ ਕੁਝ ਰੱਟਿਆ ਸੀ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਭੁੱਲ ਜਾਂਦੇ ਹਾਂ। ਤੇ ਹੁਣ ਆਪਾਂ ਦੋਸਤ? ਮਾਫ ਕਰਤਾ ਇੰਨਾ ਬਹੁਤ ਨਹੀਂ, ਹੁਣ ਦੋਸਤੀ ਕਾਹਦੀ? ਪਰ ਤੁਸੀਂ ਤਾਂ ਕਿਹਾ ਸੀ ਉਸ ਦਿਨ ਕਿ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ। ਉਹ ਪੁਰਾਣੀ ਗੱਲ ਹੈ ਮੈਡਮ, ਦੁੱਧ ਜਦੋਂ ਪਿਆ ਪਿਆ ਫਟ ਜੇ ਪਨੀਰ ਬਣ ਜਾਂਦਾ ਹੈ, ਤੇ ਪਨੀਰ ਹੁੰਦਾ ਮਹਿੰਗਾ। ਹੁਣ ਮੈਂ ਫਟ ਚੁੱਕਿਆ ਤੇ ਆਪਾਂ ਹੋ ਗਏ ਮਹਿੰਗੇ। ਹੁਣ ਨਹੀਂ ਤੁਹਾਡੇ ਹੱਥ ਆਉਂਦੇ। ਕਾਕਾ ਜੀ, ਹਾਲੇ ਦੁੱਧ ਦਾ ਹਿਸਾਬ ਮੁੱਕਿਆ ਨਹੀਂ? ਮੁੱਕ ਗਿਆ ਬਾਬਾ ਜੀ, ਸਭ ਕੁਝ ਮੁੱਕ ਗਿਆ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ। ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ ਵਿਚਾਲੋਂ ਟੁੱਟਦੇ। ਕਿਉਂ ਮੈਡਮ ਜੀ,
ਜਿੱਥੇ ਤੱਕ ਗੱਲ ਪਹੁੰਚ ਗਈ ਹੈ ਜੱਟ ਦੀ, ਹਜੇ ਵੀ ਅਰੇਂਜ ਮੈਰਿਜ ਹੈ ਜਾਂ ਫਿਰ ਲਵ? ਇਹ ਦਿਲ ਤੇਰਾ ਹੋਇਆ ਧੜਕਨ ਛੱਡ ਕੇ, ਤੈਨੂੰ ਇਸ਼ਕ ਕਰਾਂ ਮੈਂ ਜ਼ਿੰਦਗੀ ਤੋਂ ਵੱਧ ਕੇ। ਇਹ ਦਿਲ ਤੇਰਾ ਹੋਇਆ ਧੜਕਨ ਛੱਡ ਕੇ, ਤੈਨੂੰ ਇਸ਼ਕ ਕਰਾਂ ਮੈਂ ਜ਼ਿੰਦਗੀ ਤੋਂ ਵੱਧ ਕੇ। ਮੰਗਾ ਹਰ ਵੇਲੇ ਰੱਬ ਤੋਂ ਦੁਆਵਾਂ, ਤੇਰੀ ਆਈ ਮੈਂ ਮਰ ਜਾਵਾਂ, ਤੇਰੀ ਆਈ ਮੈਂ ਮਰ ਜਾਵਾਂ, ਤੇਰੀ ਆਈ ਮੈਂ ਮਰ ਜਾਵਾਂ, ਤੇਰੀ ਆਈ ਮੈਂ ਮਰ ਜਾਵਾਂ। ਸਾਹਾਂ ਦਾ ਵੀ ਫਾਸਲਾ ਸਾਡੇ ਵਿੱਚ ਕਿਉਂ ਹੋਵੇ, ਤੇਰੇ ਵਿੱਚ ਮੈਂ ਹੋਵਾਂ, ਮੇਰੇ ਵਿੱਚ ਤੂੰ ਹੋਵੇਂ। ਸਾਹਾਂ ਦਾ ਵੀ ਫਾਸਲਾ ਸਾਡੇ ਵਿੱਚ ਕਿਉਂ ਹੋਵੇ, ਤੇਰੇ ਵਿੱਚ ਮੈਂ ਹੋਵਾਂ, ਮੇਰੇ ਵਿੱਚ ਤੂੰ ਹੋਵੇ। ਇੱਕ ਹੋ ਜੇ ਦੋਹਾਂ ਦਾ ਪਰਛਾਵਾਂ, ਤੇਰੀ ਆਈ ਮੈਂ ਮਰ ਜਾਵਾਂ, ਤੇਰੀ ਆਈ ਮੈਂ ਮਰ ਜਾਵਾਂ। मेरा सरमाया है तू, मेरी ही जागीरें, पिछले जन्म वाली तू यो मेरी हीरें। तेरा सरमाया हमें तेरी ही जागीरा, पिछले जन्म वाली मैं यो तेरी हीरा। रांझा बन के तेरा प्यार मैं ही पावां, तेरी आई मैं मर जावां, तेरी आई मैं मर जावां, तेरी आई मैं मर जावां, तेरी आई मैं मर जावां। ਵੀਰ ਜੀ, ਇਹ ਤਾਂ ਕੁੜੀ ਤੇ ਮੁੰਡੇ ਦੀ ਆਪਸ 'ਚ ਸ਼ਰਾਰਤ ਸੀ, ਜਿਸ ਕਰਕੇ ਰਿਸ਼ਤਾ ਹੁੰਦੇ ਹੁੰਦੇ ਰਹਿ ਗਿਆ ਸੀ। ਭੁੱਲ ਚੁੱਕ ਮਾਫ ਜੀ। ਲੈ ਪੁੱਤਰ ਜੀ, ਗਲਤੀ ਤਾਂ ਸਾਡੀ ਧੀ ਦੀ ਹੈ, ਤੁਸੀਂ ਕਿਉਂ ਮਾਫੀ ਮੰਗਦੇ ਹੋ? ਗੁਰੀ ਪੁੱਤਰ ਜਾ, ਅੰਦਰੋਂ ਜਾ ਕੇ ਨਵਾਂ ਤੌਲੀਆ ਲੈ ਕੇ ਆ, ਮੁੰਡੇ ਦੇ ਛੁਆਰਾ ਲਾਈਏ। ਨਵਾਂ ਤੌਲੀਆ ਹੈ ਨਹੀਂ ਘਰੇ। ਪੁੱਤ ਕੋਈ ਨਾ, ਤੂੰ ਜਾ ਕੇ ਕੋਈ ਧੋਤਾ ਹੋਇਆ ਹੀ ਲੈ ਆ, ਜਾ ਤਾਂ ਸਹੀ। ਕੋਈ ਨਾ, ਤੁਸੀਂ ਕਰਾਓ ਤਾਂ ਸਹੀ ਇਹਦੇ ਨਾਲ ਵਿਆਹ, ਇੱਥੇ ਤਾਂ ਦਾਜ ਦਾ ਪਰਚਾ ਮੈਂ ਪਵਾਉਂ। ਦੇਖੋ ਪੁੱਤਰ ਜੀ, ਹੁਣ ਤੁਸੀਂ ਕਬੀਲਦਾਰੀ 'ਚ ਪੈਣਾ ਤੇ ਇਹ ਸ਼ਰਾਰਤਾਂ ਛੱਡ ਕੇ ਕੰਮ ਵੱਲ ਧਿਆਨ ਦਿਓ। ਮਹਿੰਗਾਈ ਪਹਿਲਾਂ ਹੀ ਬਹੁਤ ਹੈ ਤੇ ਵਿਆਹ ਤੋਂ ਬਾਅਦ ਖਰਚੇ ਵੀ ਵੱਧ ਜਾਣੇ ਆ। ਖਰਚੇ ਜਿੰਨੇ ਮਰਜ਼ੀ ਵਧੀ ਜਾਣ, ਪਾਣੀ ਤਾਂ ਮੁਫਤ 'ਚ ਹੀ ਆਉਣਾ ਹੈ। ਮਤਲਬ ਵਿਆਹ ਦਾ ਮਤਲਬ ਹੀ ਐਡਜਸਟਮੈਂਟ ਹੈ ਜੀ, ਤੇ ਆਪਾਂ ਕਰੀ ਜਾਣੀ ਹੈ। ਜਿੱਥੇ ਪਹਿਲਾਂ 48 ਕਿਲੋ ਦੁੱਧ ਦਾ 50 ਹੁੰਦਾ ਸੀ, ਉੱਥੇ ਹੁਣ 48 ਦਾ 52 ਹੋ ਜੂ। ਐਡਜਸਟਮੈਂਟ। ਪੁੱਤ, ਵਿਆਹ ਦੇ 100 ਖਰਚੇ ਹੁੰਦੇ ਨੇ, ਤੇਰਾ ਇੰਨੇ ਕੁ ਪੈਸਿਆਂ ਨਾਲ ਸਰ ਜਾਊ? ਹਾਂਜੀ ਮੈਂ ਸਾਰ ਲੈਣਾ ਜੀ, ਬਸ ਤੁਸੀਂ ਸਾਰੇ ਇਸ ਐਤਵਾਰ ਦੀ ਤਿਆਰੀ ਰੱਖਿਓ, ਬਾਅਦ 'ਚ ਇਹ ਨਾ ਕਿਹੋ ਕਿ ਦੱਸਿਆ ਨਹੀਂ। ਲੈ ਇਹ ਕਿਹੋ ਜੀ ਗੱਲ ਹੋਈ ਪੁੱਤਰ, ਜੇ ਤੂੰ ਸੱਦਾ ਨਾ ਵੀ ਦੇਣ ਆਉਂਦਾ ਅਸੀਂ ਤਾਂ ਵੀ ਆ ਜਾਣਾ ਸੀ। ਸਾਡੇ ਲਈ ਤੇ ਜਿਹੋ ਜਿਹਾ ਬਲਜੀਤ ਉਹੋ ਜਿਹਾ ਤੂੰ ਹੈ ਪੁੱਤ। ਬਿਲਕੁਲ ਜੀ। ਆਲਾ ਜਰਾ 50,000 ਹੈ, ਹੋਰ ਚਾਹੀਦਾ ਤਾਂ ਦੱਸੀ, ਸੰਗੀ ਨਾ ਹੈ। ਥੈਂਕ ਯੂ ਵੀਰੇ, ਛੇਤੀ ਕੋਈ ਚੱਕਰ ਨਹੀਂ। ਚੰਗਾ ਜੀ। ਰੋਕ ਓਏ, ਰੋਕ। ਹਾਂਜੀ ਜਨਾਬ। ਆ ਢੋਲ 'ਚ ਕੀ ਆ? ਦੁੱਧ ਸੀਗਾ ਜੀ, ਉਹ ਮੈਂ ਪਾਇਆ।
ਮਾੜਾ ਮੋਟਾ ਹੋਊਗਾ, ਜੇ ਚਾਹੀਦਾ ਹੈ ਤਾਂ ਲੈ ਲਓ। ਚੈੱਕ ਕਰ ਬਾਈ। ਜੀ ਜਨਾਬ। ਹੋਇਆ ਕੀ ਜਨਾਬ? ਦੱਸਦੇ ਆ ਜਨਾਬ ਮਿਲ ਗਈ ਜਨਾਬ, ਆਹ ਲਿਆ। ਦੇਖੋ। ਆ ਕੀ ਹੈ ਜੀ? ਤੂੰ ਲਈ ਫਿਰਦਾ, ਤੈਨੂੰ ਨਹੀਂ ਪਤਾ? ਫੀਮਾ। ਮਹਾਰਾਜ ਦੀ ਸੌਂ ਜਨਾਬ, ਮੈਂ ਤਾਂ ਪਤਾ ਵੀ ਨਹੀਂ ਹੈ ਵੇਖ ਕਿੱਥੋਂ। ਤੂੰ ਹੀ ਉਹ ਲੈ ਕੇ ਆਇਆ ਹੋਣਾ, ਨਹੀਂ ਤਾਂ ਪਿਆ ਪਿਆ ਦੁੱਧ ਫੀਮ ਬਣ ਗਿਆ। ਫੜੋ ਇਹਨੂੰ, ਠੋਕੋ ਥਾਣੇ। ਜਨਾਬ ਲੈ ਚਲੋ। ਮੇਰੀ ਚੱਲ ਬਾਈ। ਪੁਲਿਸ ਫੜ ਕੇ ਲੈ ਗਈ ਤੁਹਾਡੇ ਜਰਨੈਲ ਨੂੰ। ਹੈ ਕੀ ਹੋ ਗਿਆ? ਫੀਮ ਫੜੀ ਗਈ ਆ ਉਹਦੇ ਕੋਲੋਂ। ਕੀ ਬਕਵਾਸ ਕਰ ਰਹੇ ਹੋ? ਜੇ ਮੇਰੇ ਤੇ ਨਹੀਂ ਯਕੀਨ ਤਾਂ ਜਾ ਕੇ ਥਾਣੇ ਦੇਖ ਲਓ। ਆਖੇ ਜੀ ਅਸੀਂ ਨਸ਼ੇੜੀ ਨਾਲ ਨਹੀਂ ਧੀ ਵਿਆਹੁਣ, ਡੇਰੇ ਦਾ ਮਹੰਤ ਲੱਭਿਆ ਸੀ ਤੁਸੀਂ। ਮੇਰੀ ਗੱਲ ਤੇ ਯਕੀਨ ਕਰੋ, ਇਹ ਫੀਮ ਮੇਰੀ ਨਹੀਂ ਹੈ, ਰਖਾਈ ਗਈ ਹੈ। ਅਸੀਂ ਤੈਨੂੰ ਇੱਕ ਬਹੁਤ ਵਧੀਆ ਮੁੰਡਾ ਸਮਝਦੇ ਸੀ ਜਰਨੈਲ। ਚੰਗਾ ਹੋਇਆ ਵਿਆਹ ਤੋਂ ਪਹਿਲਾਂ ਹੀ ਸੱਚਾਈ ਸਾਹਮਣੇ ਆ ਗਈ। ਚੱਲ ਅਮਨ। ਅਮਨ, ਮੇਰੇ ਤੇ ਭਰੋਸਾ ਕਰ, ਮੈਨੂੰ ਫਸਾਇਆ ਗਿਆ ਹੈ। ਪਰ ਕੌਣ ਫਸਾਊਗਾ ਤੈਨੂੰ? ਮੈਨੂੰ ਨਹੀਂ ਪਤਾ, ਪਰ ਮੈਂ ਬੇਕਸੂਰ ਹਾਂ। ਜਿੱਦਣ ਕਾਨੂੰਨ ਤੈਨੂੰ ਬੇਕਸੂਰ ਕਹੂਗਾ ਨਾ, ਉਦਣ ਅਸੀਂ ਮੰਨਾਂਗੇ ਕਿ ਤੂੰ ਬੇਕਸੂਰ ਹੈ। ਅਮਨ, ਸੁਣਿਆ ਨਹੀਂ ਤੈਨੂੰ? ਚੱਲ। ਅਮਨ, ਅਮਨ, दूर गई अमन मेरी गल तो सुन। अमन, दूर होने लगे जोड़े सी जो ख्वाब चूर चूर होने लगे। तेनू असी चुने असी पीड़ विच हजारां दिल दे करारां दी। ओ तैनू असी चुने सी पीड़ विच हजारां दी। तू ही कदर ना कीती दिल दे करारां दी। मार के तू जीण दी, मार के तू जीण दी कसम दे गई। अखियां नू रोण दा कम दे गई। अखियां नू रोण दा कम दे गई। ਦੱਸਿਆ ਜੇਲਰ ਸਾਹਿਬ ਨੇ ਯਾਰ, ਬੜੀ ਮਾੜੀ ਹੋਈ ਤੇਰੇ ਨਾਲ। ਕਦੋਂ ਵਿਆਹ ਅਮਨ ਦਾ? ਅਮਨ ਨਹੀਂ ਹੈ ਨਾ? ਤੂੰ ਕੀ ਪਟ ਲੈਂਗਾ ਜਾਣ ਕੇ? ਉਹ ਨਹੀਂ, ਮੈਨੂੰ ਤਾਂ ਉਹ ਜੇਲਰ ਸਾਹਿਬ ਕਹਿ ਰਹੇ ਸੀ ਵੀ ਪੁੱਛ ਕੇ ਦੱਸ, ਜੇ ਉਹ ਕੁਝ ਕਰ ਸਕਣ ਤਾਂ। ਏਦਾਂ ਕੱਲ ਨੂੰ ਕੁਛ ਨਹੀਂ ਕਰਨਾ ਜੇਲਰ ਨੇ, ਤੈਨੂੰ ਆਪ ਹੀ ਕਰਨਾ ਪੈਣਾ। ਭੱਜ ਜਾ ਜੇਲ੍ਹ ਚੋਂ। ਮੈਂ ਪਹਿਲਾਂ ਹੀ ਬਹੁਤ ਦੁਖੀ ਹਾਂ ਭਰਾਵਾ, ਤੂੰ ਜਾ ਇੱਥੋਂ। ਮੈਂ ਸੱਚੀ ਕਹਿ ਰਿਹਾ, ਮੈਂ ਭੱਜਣ ਲਈ ਜੇਲ੍ਹ 'ਚ ਸੁਰੰਗ ਪੱਟਿਆ। ਜੇ ਤੂੰ ਕਹਿੰਦਾ ਤਾਂ ਦੋਵੇਂ ਤਿੱਤਰ ਹੋ ਜਾਂਦੇ ਅੱਜ ਰਾਤ। ਤੂੰ ਤਾਂ 2 ਵਾਰੀ ਪਹਿਲਾਂ ਵੀ ਤਿੱਤਰ ਹੋਣ ਲੱਗਾ ਸੀ, ਕੀ ਬਣਿਆ? 6 ਮਹੀਨਿਆਂ ਦੀ ਸਜ਼ਾ 2 ਸਾਲਾਂ ਦੀ ਕਰਾ ਕੇ ਬਹਿ ਗਿਆ। ਜੇ ਮਹੱਲੇ 'ਚੋਂ ਬੱਸ ਚਿੰਤਪੂਰਨੀ ਜਾਂਦੀ ਹੋਵੇ ਨਾ, ਤਾਂ ਜਿਹੜਾ ਬੰਦਾ ਮਾਤਾ ਨੂੰ ਨਹੀਂ ਵੀ ਮੰਨਦਾ ਉਹ ਵੀ ਬੱਸ 'ਚ ਬਹਿ ਜਾਂਦਾ ਵੀ ਚੱਲ ਸਾਡਾ ਕੀ, ਅਸੀਂ ਤਾਂ ਸੀਟ ਤੇ ਹੀ ਪੈਣਾ। ਉਹ ਤੈਨੂੰ ਜੇਲ੍ਹ 'ਚੋਂ ਭੱਜਣ ਲਈ ਪੱਟੀ ਪਟਾਈ ਸੁਰੰਗ ਮਿਲ ਰਹੀ ਹੈ, ਤੂੰ ਐਵੇਂ ਹੀ ਚੌੜਾ ਹੋਈ ਜਾਂਦਾ। ਨਾ ਬੈ, ਮੈਂ ਤਾਂ ਭੱਜ ਹੀ ਜਾਣਾ। ਮੇਰੇ ਵੱਲੋਂ ਤੂੰ ਭਾਵੇਂ ਹੁਣ ਭੱਜ ਜਾ। ਚੰਗਾ ਹੋਇਆ ਤੇਰੀ ਮਸ਼ੂਕ ਤੈਨੂੰ ਛੱਡ ਕੇ ਚਲ ਗਈ। ਠਹਿਰ, ਜੇ ਤੇਰੇ ਨਾਲ ਮਾੜੀ ਨਾ ਹੋ ਜਾਂਦੀ ਨਾ, ਤੇਰੇ ਕੂਣੀ ਮਾਰਨੀ ਸੀ ਮੈਂ। ਆਪਣਿਆਂ ਤੋਂ ਦੂਰ ਹੁੰਦਾ ਦੁੱਖੀ ਹੁੰਦਾ, ਮੈਨੂੰ ਪਤਾ। ਤੜਫੇਗਾ ਜਿਵੇਂ ਮੈਂ ਆਪਣੇ ਮੁੰਡੇ ਤੋਂ ਬਿਨਾਂ ਤੜਫਦਾ। ਜੇ ਅਮਨ ਦਾ ਵਿਆਹ ਕਿਤੇ ਹੋਰ ਹੋ ਗਿਆ ਤਾਂ ਸਮਝੇ ਤੂੰ? ਨਹੀਂ ਤੜਫਦਾ, ਉਹ ਮੈਨੂੰ ਧੋਖਾ ਦੇ ਕੇ ਗਈ ਹੈ।
ਦੇਖ ਤਰਸੇਮ ਲਾਲ, ਤੈਨੂੰ ਤੇਰੀ ਚਿੰਤਪੂਰਨੀ ਵਾਲੀ ਮਾਤਾ ਦਾ ਵਾਸਤਾ, ਮੈਨੂੰ ਬਖਸ਼ ਦੇ। ਠੀਕ ਹੈ, ਜਾ ਜਾ। ਮੈਂ ਤਾਂ ਨਹੀਂ ਆਇਆ ਤੇਰੇ ਕੋਲ, ਤੂੰ ਆਇਆ। ਉਹ 112 ਵੀਰੇ, ਗੱਲ ਤਾਂ ਸੁਣ। ਉਸ ਕੁੜੀ ਵੱਲੋਂ ਵੀ ਸੋਚ ਕੇ ਵੇਖ। ਲੋਕੀ ਆਪਣੇ ਜਵਾਈ ਬਾਰੇ ਮਾਣ ਨਾਲ ਕਹਿੰਦੇ ਵੀ ਸਾਡਾ ਜਵਾਈ ਬਾਹਰ ਰਹਿੰਦਾ, ਤੇਰੇ ਬਾਰੇ ਕੀ ਕਹਿਣਗੇ? ਸਾਡੇ ਜਵਾਈ ਜੀ ਅੰਦਰ ਰਹਿੰਦੇ ਨੇ। ਹੋਣੀ ਹੈ ਯਾਰ ਉਹਦੀ ਕੋਈ ਮਜਬੂਰੀ। ਵੀਰੇ ਪਿਆਰ ਨਸੀਬ ਵਾਲਿਆਂ ਨੂੰ ਮਿਲਦਾ, ਆਲਸ ਨਾ ਕਰ। ਮੈਂ ਤੇਰੇ ਪਿੱਛੇ ਕਿਵੇਂ ਹੋ ਲਵਾਂ? ਤੈਨੂੰ ਤਾਂ ਸ਼ੌਂਕ ਹੈ ਭੱਜਣ ਦਾ। ਸ਼ੌਂਕ ਨਹੀਂ ਹੈ ਭਾਈ, ਮੈਂ ਆਪਣੇ ਮੁੰਡੇ ਨੂੰ ਮਿਲਣ ਲਈ ਭੱਜਦਾ। ਮੇਰੀ ਘਰ ਵਾਲੀ ਦੇ ਗੁਜ਼ਰਨ ਤੋਂ ਬਾਅਦ ਮੇਰੇ ਮੁੰਡੇ ਦਾ ਪਿਓ ਵੀ ਮੈਂ ਤੇ ਮਾਂ ਵੀ ਮੈਂ। ਮੇਰਾ ਖਿਡੌਣਿਆਂ ਦਾ ਛੋਟਾ ਜਿਹਾ ਕਾਰੋਬਾਰ ਸੀ। ਲੈ ਬਈ। ਥੈਂਕ ਯੂ ਜੀ, ਬਾਈ। ਰਿਚ ਦੇ ਸਿਰ ਤੇ ਵਾਲ ਹੈ, ਬਾਂਦਰ ਦੇ ਸਿਰ ਤੇ ਕੰਟੀ ਹੈ। ਜਵਾਕਾਂ ਤੋਂ ਬਚਾ ਕੇ ਰੱਖੋ, 100 ਸਾਲ ਦੀ ਗਰੰਟੀ ਹੈ। ਖਿਡੌਣੇ ਲੈ ਲੈ, ਖਿਡੌਣੇ। ਉਹ ਬੱਗੂ, ਕੀ ਹੋਇਆ ਪੁੱਤ? ਉਹ ਨਾ ਵੀ ਨਾ 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 ਨਾ, ਰੋਣਾ ਨਹੀਂ, ਰੋਣਾ ਨਹੀਂ। ਤਰਸੇਮ ਜੀ, ਹਾਂਜੀ। ਤੁਸੀਂ ਆਪਣੇ ਬੱਚੇ ਵੱਲ ਧਿਆਨ ਨਹੀਂ ਦਿੰਦੇ? ਤੀਜੀ ਚ ਹੋ ਗਿਆ, ਹਾਲੇ ਤੱਕ ਇਹਨੂੰ ਪੰਜਾਬੀ ਵੀ ਪੜ੍ਹਨੀ ਨਹੀਂ ਆਉਂਦੀ। ਉਹ ਗਲਤ ਗੱਲ ਹੈ ਬਈ, ਤੂੰ ਤੀਜੀ ਚ ਹੋ ਗਿਆ, ਮੈਨੂੰ ਦੱਸਿਆ ਹੀ ਨਹੀਂ। ਹੈ ਏ ਸ਼ਾਬਾਸ਼ ਬਈ, ਸ਼ਾਬਾਸ਼ ਮੇਰਾ ਪੁੱਤ। ਇਹਨੂੰ ਝਿੜਕੋ, ਇਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਕੋਈ ਗੱਲ ਨਹੀਂ ਜੀ, ਪੰਜਾਬੀ ਪੜ੍ਹਨੀ ਨਹੀਂ ਆਉਂਦੀ ਕੋਈ ਗੱਲ ਨਹੀਂ, ਪਰ ਬੱਚੇ ਨੂੰ ਪੜ੍ਹਾਈ ਕਰਕੇ ਕਦੇ ਝਿੜਕਣਾ ਨਹੀਂ ਜੀ ਬਸ। ਪੜੂਗਾ ਲਿਖੂਗਾ ਨਹੀਂ ਤਾਂ ਕਾਮਯਾਬ ਕਿਵੇਂ ਹੋਊਗਾ? ਮੈਂ ਕਿੰਨਾ ਪੜਿਆ ਹਾਂ? ਪਹਿਲੇ ਕੀਤੀ ਹੈ ਉਹ ਵੀ ਸ਼ਾਇਦ ਅੱਧੀ, ਪਰ ਐਡਾ ਖਿਡੌਣਿਆਂ ਦਾ ਕਾਰੋਬਾਰ ਚਲਾਈਦਾ। ਅੱਜ ਦੀ ਡੇਟ 'ਚ ਪੂਰਾ ਸਕਸੈਸਫੁਲ ਆ। ਡੈਡੀ ਸਕਸੈਸਫੁਲ ਹੁੰਦਾ। ਤੁਸੀਂ ਤਾਂ ਕਹਿੰਦੇ ਸੀ ਇਹਨੂੰ ਪੰਜਾਬੀ ਨਹੀਂ ਆਉਂਦੀ, ਤਾਂ ਅੰਗਰੇਜ਼ੀ ਏਡੀ ਵਧੀਆ ਬੋਲਦਾ ਹੈ। ਓਏ, ਇਹਨਾਂ ਨੇ ਸਿਖਾਈ ਹੋਣੀ ਨਾ, ਟੀਵੀ 'ਚੋਂ ਸਿੱਖਿਆਗਾ। ਜੋ ਸਕੂਲ ਨਹੀਂ ਸਿਖਾਉਂਦੇ ਉਹ ਟੀਵੀ ਵੇਖ ਕੇ ਸਿੱਖ ਜਾਂਦਾ ਜੀ। ਆਪਾਂ ਐਵੇਂ ਫੀਸ ਭਰਦੇ ਫਿਰਦੇ ਬੇਟਾ, ਅਗਲੀ ਵਾਰੀ ਨਾ ਕੇਬਲ ਵਾਲੇ ਨੂੰ ਦੇਵਾਂਗੇ ਸਕੂਲ ਦੀ ਫੀਸ। ਜਿਨ੍ਹਾਂ ਦੇ ਮਾਪਿਓ ਇਹੋ ਜਿਹੇ ਹੋਣ, ਤੁਸੀਂ ਆਪ ਸੋਚੋ ਉਹਨਾਂ ਦੇ ਬੱਚੇ ਕੀ ਕਰਨਗੇ। ਬੱਚੇ ਜੋ ਮਰਜ਼ੀ ਕਰਨ ਭੈਣ ਜੀ, ਪਰ ਮੈਂ ਇੰਨਾ ਜਾਣਦਾ, ਮੈਂ ਕੁਝ ਵੀ ਵੇਖ ਸਕਦਾ। ਮੈਂ ਇਸ ਬਿਨ ਮਾਂ ਦੇ ਬੱਚੇ ਦੀ ਅੱਖਾਂ 'ਚ ਹੰਝੂ ਨਹੀਂ ਦੇਖ ਸਕਦਾ। ਇਹ ਜਦੋਂ ਜੰਮਿਆ ਸੀ ਨਾ ਤੇ ਰੋ ਰਿਹਾ ਸੀ। ਮੈਂ ਦਾਈ ਦੇ ਵੀ 2 ਜੜਤੀਆਂ। नहीं मैं नहीं देख सकता तुझे रोते हुए, नहीं मैं नहीं देख सकता तुझे। चल वे बैठ दुकान ते। डैडी तू मैनू किन्ना को प्यार करदा है? ਐਤਵਾਰ ਨੂੰ ਘੱਟ, ਬਾਕੀ ਦਿਨ ਜ਼ਿਆਦੇ। ਐਤਵਾਰ ਨੂੰ ਘੱਟ ਕਿਉਂ? ਲੇਟ ਉੱਠਦਾ ਨਾ। 6 ਵਜੇ ਤਾਂ ਮੈਂ ਉੱਠ ਜਾਣਾ। ਉਹ ਮੈਂ ਆਪਣੀ ਗੱਲ ਕਰਦਾ। ਡੈਡੀ ਇਹ ਪਿਆਰ ਕਰਨਾ ਕਦੇ ਬੰਦ ਤਾਂ ਨਹੀਂ ਕਰ ਦੇਗਾ? ਉਹ ਪਿਆਰ ਹੈ, ਕੋਈ ਸਕੀਮ ਥੋੜੀ ਚੱਲੀ ਜਿਹੜੀ ਬੰਦ ਹੋ ਜੀ। ਬਿਲਕੁਲ ਨਹੀਂ ਛੱਡਣਾ, ਸਮਝ ਆ ਗਈ ਕਿ ਨਹੀਂ? ਉਹ ਦੇਖ ਕੇ ਤੂੰ ਅੱਜ ਤਾਂ ਨਹੀਂ, ਉਹ ਤੈਨੂੰ ਦਿਸਦਾ ਨਹੀਂ? ਤੇਰੀ ਇੰਨੀ ਹਿੰਮਤ, ਤੂੰ ਥਾਣੇਦਾਰ ਨੂੰ ਥੱਪੜ ਮਾਰਿਆ? ਤੈਨੂੰ ਦਿਸਦਾ? ਇਦਾਂ ਕਿਵੇਂ ਅੱਖਾਂ ਟੱਡ ਕੇ ਵੇਖ ਰਹੇ ਹੋ? ਮੈਂ ਹੁਣੇ ਪ੍ਰਗਟ ਹੋਇਆ। ਚੀਚਾ ਜੀ, ਥੱਪੜ ਮਾਰਨ ਤੋਂ ਪਹਿਲਾਂ ਇੱਕ ਵਾਰ ਦੇਖ ਤਾਂ ਲੈਂਦਾ ਹੀ ਬੰਦਾ ਕੌਣ ਆ। ਛੋਟੇ ਜਵਾਕ ਚੋਂ ਨੇ ਮੋਟਰਸਾਈਕਲ ਮਾਰਿਆ, ਤੂੰ ਉਹਨੂੰ ਬੰਦਾ ਕਹਿ ਰਿਹਾ? ਕਿਵੇਂ ਹੋਇਆ ਬੰਦਾ? ਬੰਦਾ ਕਿਵੇਂ ਹੋਇਆ? ਠੀਕ ਹੈ, ਹੁਣ ਮਾਫੀ ਮੰਗ ਲਿਓ ਐਸਐਚਓ ਸਾਹਿਬ ਤੋਂ। ਭੀਮਚੰਦ ਮੋਟਰਸਾਈਕਲ ਉਹਨੇ ਮਾਰਿਆ, ਮਾਫੀ ਉਹ ਮੰਗੇ, ਮੈਂ ਦੇ ਵੀ ਦਿਉ। ਓਏ ਇਹਦਾ ਕੁਝ ਨਹੀਂ ਹੋ ਸਕਦਾ। ਐਸਐਚਓ ਦੇ ਥੱਪੜ ਮਾਰਿਆ ਤੂੰ, ਘੱਟੋ ਘੱਟ 5-6 ਮਹੀਨੇ ਲਈ ਅੰਦਰ ਜਾਏਗਾ। ਡੈਡੀ ਉਹ ਪੁੱਤ ਉਹੀ ਬੋਲੀ ਜਾਂਦੇ ਆ। ਮੈਂ ਇੰਨੇ ਪੁਲਿਸ ਵਾਲੇ ਵੇਖੇ ਲੋਕਾਂ ਦੇ ਥੱਪੜ ਮਾਰਦੇ, ਉਹ ਕੋਈ ਅੰਦਰ ਗਿਆ? ਨਹੀਂ ਨਾ। ਆਪਾਂ ਕਿਉਂ ਜਾਈਏ ਅੰਦਰ ਫਿਰ? ਉਹ ਪੜ੍ਹਾਉਣ ਲਈ ਡਰਾਉਂਦੇ ਹੁੰਦੇ ਆ ਨਾ, ਬਸ ਉਹੀ ਤੈਨੂੰ ਡਰਾਈ ਜਾਂਦੇ ਆ। ਤੂੰ ਪੜ੍ਹਿਆ ਕਰ, ਠੀਕ ਹੈ? ਜਦੋਂ ਇਹਦੀ ਮਾਂ ਜਿੰਦਾ ਸੀ ਤੂੰ ਉਹਨੂੰ ਨਹੀਂ ਚੈਨ ਨਾਲ ਜਿਉਣ ਦਿੱਤਾ। ਘੱਟੋ ਘੱਟ ਇਹਨੂੰ ਤਾਂ ਚੈਨ ਨਾਲ ਜਿਉਣ ਦੇ ਦੇ। ਇਹਦੇ ਅੱਗੇ ਸੱਚ ਨੂੰ ਸੱਚ ਰਹਿਣ ਦੇ। ਪੁੱਤ ਪਿਓ ਤੋਂ ਬਿਨਾਂ ਜੀਣਾ ਸਿੱਖ ਲੈ ਹੁਣ। ਇਹਨੇ ਤਾਂ ਐਂ ਛੱਡ ਜਾਣਾ।
ਚਲੋ ਹੁਣ ਹਾਂ ਚਲੋ। ਜਾਣੇ ਕਿੱਥੋਂ, ਮੈਨੂੰ ਨਾਲ ਲੈ ਕੇ ਜਾਓ। ਜੀਜਾ ਜੀ ਮੇਰਾ ਤਾਂ ਜੀ ਕਰਦਾ ਤੁਹਾਡੀ ਥਾਂ ਤੇ ਮੈਂ ਅੰਦਰ ਆ ਜਾ। ਤੇ ਆ ਜਾ ਫਿਰ। ਨਹੀਂ ਪਰ ਇਹ ਤਾਂ ਫੈਸਲਾ ਕੱਲ ਨੂੰ ਜੱਜ ਦਊਗਾ ਨਾ ਵੀ ਕਿੰਨੇ ਦਿਨ ਲਈ ਹੋਰ ਅੰਦਰ ਰਹਿਣਾ ਪੈਣਾ। ਮੈਂ ਜਿੱਥੇ ਰਹਿਣਾ ਯਾਰ, ਮੇਰੇ ਬਿਨਾ ਸੌ ਕਿਵੇਂ? ਮੈਨੂੰ ਅੱਜ ਛੱਡਣਾ ਪੈਣਾ। ਜਵਾਕ ਨੂੰ ਮੇਰੇ ਬਿਨਾ ਨੀਂਦ ਨਹੀਂ ਆਉਣੀ। ਤੂੰ ਜਵਾਕ ਨੂੰ ਛੱਡ, ਅਸੀਂ ਤੇਰੀਆਂ ਨੀਂਦਰਾਂ ਕਿਵੇਂ ਉਡਾਉਣੇ ਤੂੰ ਇਹ ਦੇਖ। ਇਹ ਥੱਪੜ ਮਾਰੇ ਨਾ, ਮੇਰੇ ਥੱਪੜ ਮਾਰ ਲਿਆ, ਜਵਾਕ ਤੋਂ ਮਾਫੀ ਮੰਗ ਲੈ, ਹਿਸਾਬ ਬਰਾਬਰ। ਟਕਰਾ ਟਕਿਆ, ਤੈਨੂੰ ਲੰਬਾ ਅੰਦਰ ਭੇਜੂ ਮੈਂ। ਡੈਡੀ ਉਹ ਪੁੱਤ ਤੂੰ ਫੇਰ ਡਰ ਗਿਆ। ਕਿਹਦਾ ਪੁੱਤ ਹੈ ਤੂੰ? ਸ਼੍ਰੀ ਤਰਸੇਮ ਲਾਲ ਜੀ ਦਾ। ਬਸ ਫਿਰ ਡਰਨ ਦੀ ਲੋੜ ਹੀ ਨਹੀਂ। ਉਹ ਅੱਜ ਦੀ ਗੱਲ ਹੈ, ਕੱਲ ਤਾਂ ਮੈਂ ਬਾਹਰ ਆ ਹੀ ਜਾਣਾ। ਬਸ ਤੂੰ ਟਾਈਮ ਸਿਰ ਰਾਤ ਨੂੰ ਦੁੱਧ ਪੀ ਕੇ ਸੌਂ ਜੀ। ਜੇ ਤੈਨੂੰ ਨੀਂਦ ਨਾ ਆਏ ਤਾਂ ਸਾਈਕਲ ਤੇ ਜਿੰਨੇ ਵੀ ਖੜਾਉਣੇ ਆ ਨਾ, ਮਾਮੇ ਨੂੰ ਕਹਿ ਕੇ ਲਵਾ ਲਈ, ਮਾਮਾ ਸਟੂਲ ਤੇ ਚੜ ਕੇ ਲਾ ਦੂਗਾ। ਹੈ ਤੂੰ ਸਾਰੇ ਖਿਡੌਣੇ ਨਾਲ ਖੇਡੀ, ਆਪਾਂ ਵੇਚਣ ਲਈ ਹੋਰ ਲੈ ਲਾਂਗੇ। ਜਦ ਤਾਈਂ ਤੂੰ ਖੇਡਣਾ ਉਦ ਤਾਈਂ ਮੈਂ ਬਾਹਰ ਆ ਜਾਣਾ। ਪੁਲਿਸ ਅਫਸਰ ਤੇ ਹੱਥ ਚੁੱਕਣ ਦੇ ਜੁਰਮ 'ਚ ਮੈਨੂੰ 6 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ। ਡੈਡੀ ਪਾਰੀ ਕਰ। ਡੈਡੀ ਪੁੱਤ ਹੁਣ ਤੂੰ ਇੱਥੇ ਹੀ ਰਹੇਂਗਾ? ਇਹ ਤੈਨੂੰ ਕਿਹਨੇ ਕਿਹਾ? ਸਾਰੇ ਕਹਿੰਦੇ ਆ ਵੀ ਹੁਣ ਤੈਨੂੰ ਬਾਹਰੇ ਨਹੀਂ ਕੱਢਦੇ। ਨਹੀਂ, ਦੁਨੀਆ ਦੀ ਐਸੀ ਕੋਈ ਜੇਲ੍ਹ ਨਹੀਂ ਜੋ ਤੇਰੇ ਡੈਡੀ ਨੂੰ ਬੰਦ ਕਰ ਸਕੇ। ਇੰਨੇ ਸਾਲਾਂ ਤੋਂ ਤੇਰੇ ਡੈਡੀ ਬਾਹਰ ਹੀ ਸੀ ਨਾ। ਜੇ ਕੋਈ ਜੇਲ੍ਹ ਹੁੰਦੀ ਤਾਂ ਅੰਦਰ ਨਾ ਬੰਦ ਹੋ। ਤੂੰ ਰੋਕਾ ਤੂੰ ਰਿਹਾ। ਮੈਨੂੰ ਜ਼ੁਕਾਮ ਆ। ਚੱਲ ਝੂਠਾ, ਜ਼ੁਕਾਮ ਵੇਲੇ ਤਾਂ ਨੱਕ ਚੋਂ ਪਾਣੀ ਆਉਂਦਾ ਹੁੰਦਾ। ਨੱਕ ਬੰਦ ਰਹਿੰਦਾ, ਅੱਖਾਂ ਚੋਂ ਪਾਣੀ ਆ। ਫਿਰ ਵਾਦਾ ਕਰ, ਪੱਕਾ ਆਏਗਾ ਨਾ? ਪੱਕਾ ਆ ਜਾਊਗਾ, ਛੇਤੀ ਆ, ਪੱਕਾ। ਬੇਟੇ ਨਾਲ ਝੂਠਾ ਵਾਦਾ ਕਿਵੇਂ ਕਰ ਸਕਦਾ ਸੀ? ਐਸ ਕਰਕੇ ਜੇਲ੍ਹ ਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੇਰਾ ਬੱਗੂ ਮੇਰੇ ਬਿਨਾਂ ਕਿਵੇਂ ਰਹਿੰਦਾ ਹੋ? ਜਾ ਕੇ ਤਾਂ ਮੈਂ ਰਹੂੰ। ਜੇ ਫੇਰ ਪੜਿਆ ਗਿਆ ਥੋੜੀ ਸਜ਼ਾ ਹੋਰ ਹੋ ਜੂ। ਥੋੜੀ ਜ਼ਿਆਦੇ। ਦੇਖ ਵੀਰ, ਜੇ ਤੂੰ ਨਾ ਭੱਜਿਆ ਤਾਂ ਮਨ ਦਾ ਵਿਆਹ ਤਾਂ ਕੱਲ ਵੈਸੇ ਹੀ ਹੋ ਜਾਣਾ। ਜੇ ਤੂੰ ਭੱਜਣ 'ਚ ਕਾਮਯਾਬ ਹੋ ਗਿਆ ਤਾਂ ਇੱਕ ਉਮੀਦ ਤਾਂ ਹੈ, ਉਹਦਾ ਵਿਆਹ ਤੂੰ ਰੋਕ ਸਕੇ। ਹਾਂ, ਫੈਸਲਾ ਤੇਰੇ ਹੱਥ ਹੈ। ਭੱਜਣਾ ਕਦੋਂ ਹੈ? ਜਿਵੇਂ ਚੰਨ ਚੜੂ ਆਪਾਂ ਚੰਨ ਚੜ ਦਿਆਂਗੇ। ਅੱਜ ਰਾਤ ਨੂੰ ਬੈਰਕਾਂ ਦੇ ਬਾਹਰ ਜਿੰਦੇ ਲੱਗੇ ਹੁੰਦੇ ਨੇ। ਆ ਕੇ ਚੱਪਲ ਨਾ ਜਿੰਦੇ ਤੋੜੇਗਾ। ਆ ਕਿੱਥੋਂ ਲੈ ਕੇ ਆਏ? ਜੇ ਤਰਸੇਮ ਲਾਲ 30 फुट लंबी सुरंग पट सकता है तो 30 सूद की चाबी नहीं बना सकता। 10 ਨੂੰਹਾਂ ਦੀ ਕਮਾਈ ਹੈ, ਨਾਲ ਇੱਕ ਨਹੀਂ 4। ਇੰਨੀਆਂ? ਕੈਦੀਆਂ ਲਈ 4 ਬੈਰਕ ਹੈ। ਪਤੰਦਰਾਂ ਦਾ ਪਤਾ ਨਹੀਂ ਕਿਹੜੀ ਬੈਰਕ ਨੂੰ ਕਿਹੜਾ ਜਿੰਦਾ ਲਾ ਦੇਣ। ਬਸ 4 ਬਣਾ ਲਈ। ਜਦੋਂ ਮੈਂ ਆਪਣੀ ਬੈਰਕ ਖੋਲੂੰ ਤੇਰੀ ਵੀ ਖੋਲ ਦੂੰ। ਚੱਲਦਾ ਨਾ ਦਿਮਾਗ? ਚੱਲਦਾ। ਇਹੀ ਜੇ ਤਾਂ ਇਸ਼ਕ ਕੀਤਾ ਹੁੰਦਾ ਭੌਰਾ ਨਹੀਂ ਸੀ ਚੱਲਣਾ।
ਹੁਣ ਕੱਪੜੇ ਖੋਣੇ ਪੈਣੇ ਆ ਆਪਾਂ ਨੂੰ ਕਿਸੇ ਤੋਂ, ਨਾਲੇ ਗੱਡੀ ਰੋਕਣੀ ਪੈਣੀ ਹੈ। ਬੱਗੂ ਨੂੰ ਮਿਲਣ ਦੀ ਕਾਲ ਤਾਂ ਮੈਨੂੰ ਵੀ ਬਹੁਤ ਉਹ ਆ ਰਹੀ ਗੱਡੀ, ਨੰਬਰ ਲਿਖੋ। ਉਹ ਜੇ ਰੋਕ ਲੈਂਦਾ ਮੌਤ ਪੈ ਜਾਂਦੀ ਤੈਨੂੰ। ਇਦਾਂ ਹੱਥ ਲਾ ਕੇ ਗੱਡੀ ਨਹੀਂ ਰੋਕਣੀ, ਇਹ ਤਾਂ ਸੜਕ ਤੇ ਲਾਸ਼ ਬਣ ਕੇ ਪੈਣਾ ਪਊ, ਫੇਰ ਗੱਡੀ ਰੁਕੂ। ਤੂੰ ਪਹਿਲਾਂ ਇਹ ਸੋਚ ਲੈ, ਜਵਾਕ ਕੋਲ ਜਾਣਾ ਹੈ, ਜਵਾਕ ਦੀ ਮਾਂ ਕੋਲ। ਕਿਤੇ ਗੱਡੀ ਰੋਕਦੇ ਰੋਕਦੇ ਕੋਈ ਗੱਡੀ ਚਾੜ ਨਾ ਦੇਵੇ ਤੈਨੂੰ। ਤੂੰ ਲੁਕ, ਠੀਕ ਹੈ? ਉਹ ਲੁਕ ਜਾ, ਨਹੀਂ ਤਾਂ ਲੱਗੇਗਾ ਤੂੰ ਬੰਦਾ ਮਾਰਿਆ। ਉਹ ਚੁੱਪ ਕਰਕੇ ਪੈ ਜਾ, ਤਾਂ ਹੀ ਮਰਿਆ ਲੱਗੇਗਾ। ਸਟੀਅਰਿੰਗ ਸਿੱਧਾ ਰੱਖ ਡਰਾਈਵਰ ਸਾਹਿਬ, ਜਾਗਦਾ ਹੀ ਐ। ਜਾਗਦਾ ਹੀ ਆ। ਬਸ ਜਾਗਦੇ ਰਹੀ, ਤੇਰੇ ਹੱਥ ਗੱਡੀ ਵਿਸ਼ਵਾਸ ਨਾਲ ਹੀ ਦਿੱਤੀ ਹੋਈ ਐ। ਡਰਨਾ ਵੀਰੇ, ਤੇਰਾ ਵਿਸ਼ਵਾਸ ਨਹੀਂ ਤੋੜਦਾ। ਬਸ ਜਿੱਦਾਂ ਹੀ ਵਿਸ਼ਵਾਸ ਟੁੱਟ ਗਿਆ ਸਮਝ ਲੈ ਲੱਤਾਂ ਬਾਹਾਂ ਤੋੜਦੀਆਂ ਕਿਸੇ ਨੇ ਆਪਣੀਆਂ। ਵੈਸੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ, ਪਰ ਫਿਰ ਵੀ ਜੇ ਸੌਂ ਗਿਆ ਦੱਸਦੀ। ਹਾਂ ਫਿਰ ਮੈਂ ਤਾਂ ਕੀ ਦੱਸਣਾ ਭਰਾਵਾ, ਕੋਈ ਟਰੱਕ ਵਾਲੀ ਦੱਸੂ ਜਾਂ ਫਿਰ ਸਵੇਰੇ ਅਖਬਾਰਾਂ ਦੱਸਣਗੀਆਂ। ਤੂੰ ਧਿਆਨ ਨਾਲ ਚਲਾ। ਓਏ ਕੁੱਤਾ ਥੱਲੇ ਆ ਹੋ ਗਿਆ? ਕੁੱਤਾ ਨਹੀਂ, ਮੈਂ ਕੁੱਤਾ ਬੰਦਾ। ਲੈ ਹੁਣ ਆਪਣੇ ਕੁੱਤੇ ਫੇਲ ਹੋਣਗੇ। ਤੁਹਾਨੂੰ ਸੜਕ ਤੇ ਸੁੱਤਾ ਬੰਦਾ ਨਹੀਂ ਦਿਸਦਾ? ਮਾਫ ਕਰੋ ਬਾਊ ਜੀ, ਨੇਰਾ ਜ਼ਿਆਦਾ ਹੋਣ ਕਰਕੇ ਕੁਝ ਦਿਸੇ ਹੀ ਨਹੀਂ। ਸਾਈਕਲ ਤੇ ਲਾਈਟ ਨਹੀਂ ਲਵਾ ਸਕਦਾ? ਲਾਈਟ ਨੂੰ ਹੁਣ ਸਾਈਕਲ ਤੇ ਜਨਰੇਟਰ ਖਾ ਲਈਏ ਜੀ ਅਸੀਂ। ਤੁਸੀਂ ਲਾਈਟ ਕਹਿੰਦੇ ਹੋ ਜੀ, ਸਾਡੇ ਕੋਲ ਜਿੰਨੇ ਕੇ ਪੈਸੇ ਹੁੰਦੇ ਅਸੀਂ ਹਵਾ ਇੱਕ ਟਾਇਰ 'ਚ ਭਰਾਈ ਦੀ ਹੈ।
ਗਰੀਬ ਬੰਦੇ ਦੀ ਹਵਾ ਕੱਢਣ ਵਾਲੇ ਤਾਂ ਬਹੁਤ ਨੇ ਜੀ, ਪਰ ਭਰਨ ਵਾਲਾ ਕੋਈ ਮਿਲਦਾ ਜੀ। ਲੈ ਲੈ ਸਵਾਦ ਸੜਕ ਤੇ ਪੈਣ ਦਾ। ਚਲ ਹੁਣ ਸਾਈਕਲ ਤੇ ਹੀ ਚੱਲਦੇ ਆਂ। ਨਾ ਜੀ ਨਾ, ਸਾਈਕਲ ਨਾ ਚੱਕੋ ਬਾਈ ਜੀ। 2 ਬੰਦਿਆਂ ਦਾ ਸਾਂਝਾ ਸਾਈਕਲ ਹੈ, ਅਸੀਂ ਸੜਕ ਤੇ ਆ ਜਾਾਂਗੇ। ਤੁਸੀਂ ਜਿੱਥੇ ਕਹੋਗੇ ਦੋ ਨੂੰ ਸਾਈਕਲ ਤੇ ਬਿਠਾ ਕੇ ਛੱਡੇ ਆਉਂਦੇ ਆ। ਇਹ ਤੇ 4 ਬੰਦੇ ਬਿਠਾਏਗਾ। ਮੈਨੂੰ ਤਾਂ ਸਮਝ ਨਹੀਂ ਆ ਰਿਹਾ 2 ਵੀ ਕਿਵੇਂ ਬੈਠੇ ਸੀ। ਤੇਰਾ ਕਵਾੜ ਨਾ ਬਾਊ ਜੀ, ਅਸੀਂ ਤਾਂ ਨਾਂ ਦੇ ਪੱਲੇਦਾਰ ਹੁੰਨੇ ਜੀ। ਪੱਲੇ ਕੁਝ ਨਹੀਂ ਹੁੰਦਾ ਜੀ ਸਾਡੇ। ਬੋਰੀਆਂ ਢੋ ਕੇ ਅਸੀਂ ਤਾਂ ਆਪ ਗੱਟਿਆਂ ਜਿੱਡੇ ਕੇ ਰਹਿ ਗਏ ਜੀ। 3 ਰਾਤਾਂ ਹੋ ਗਈਆਂ ਜੀ, ਅਸੀਂ ਸੁੱਤੇ ਨਹੀਂ। ਕਿਰਪਾ ਕਰਕੇ ਤੁਸੀਂ ਸਾਈਕਲ ਨਾ ਲੈ ਕੇ ਜਾਓ ਜੀ ਸਾਡਾ। ਚਲ ਠੀਕ ਹੈ, ਨਹੀਂ ਲੈ ਕੇ ਜਾਂਦੇ। ਮਿਹਰਬਾਨੀ ਜੀ। ਅਸੀਂ ਗੱਡੀ ਰੋਕਣੀ ਹੈ। ਹਾਂਜੀ। ਤੁਸੀਂ ਸੜਕ ਤੇ ਪੈ ਜਾਓ ਲਾਸ਼ਾਂ ਬਣ ਕੇ। ਚਲੋ ਆ ਜਾ ਵੈਸੇ ਵੀ ਜਿੰਦਾ ਲਾਸ਼ਾਂ ਕਹਿੰਦੇ 3 ਦਿਨਾਂ ਤੋਂ ਸੁੱਤੇ ਨਹੀਂ। ਮੈਨੂੰ ਤਾਂ ਲੱਗਦਾ 3 ਦਿਨਾਂ ਤੋਂ ਬੋਲੇ ਨਹੀਂ। ਮਿੱਤਰਾਂ ਦੀ ਅੱਖੀ ਅੱਜ ਨਾਲ ਆ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ ਨੀ। ਗਲਤ ਕਰਨਾ ਯਾਰ ਬਈ, ਸੱਚੀ ਲਾਸ਼ਾਂ ਆ ਮੋੜ ਪੈ ਨੇ। ਇਹੀ ਤਾਂ ਮੈਂ ਗਾ ਰਿਹਾ ਸੀ। ਆ ਜਾਓ ਵੀ ਥੱਲੇ ਆ ਜਾਓ। ਉਹ ਡਾਕੂ ਆ ਜਾਓ। ਡਾਕੂ ਨਹੀਂ, ਅਸੀਂ ਮਜਬੂਰ ਆ। ਤੇ ਇੰਨੇ ਮਜਬੂਰ ਆ, ਜੇ ਥੱਲੇ ਨਾ ਆਏ ਗੋਲੀ ਮਾਰ ਦਾਂਗੇ। ਹਾਜੀ ਇਹ ਕਹਿੰਦੇ ਗੋਲੀ ਮਾਰ ਦਿਆਂਗੇ। ਇਹਨਾਂ ਕੋਲੇ ਪਿਸਤੌਲ ਤਾਂ ਹੈ ਨਹੀਂ। ਉਹ ਕੋਈ ਗੱਲ ਨਹੀਂ, ਮੈਂ ਹੁਣੇ ਗੱਲ ਕਰ ਲੈਣਾ। ਉੱਤਰ ਚੱਲ ਉੱਤਰ। ਭਾਜੀ ਤੁਸੀਂ ਕਹਿੰਦੇ ਗੋਲੀ ਮਾਰ ਦੋਗੇ, ਪਿਸਤੌਲ ਤਾਂ ਤੁਹਾਡੇ ਕੋਲ ਹੈ ਨਹੀਂਗੀ। ਆ ਪਿਓ ਤੇਰੀ ਮਾਂ ਨੇ ਮਾਰਿਆ। ਲਾ ਕੱਪੜੇ ਦਿਖਾਉਣਾ ਪਿਸਤੌਲ ਤੈਨੂੰ ਆਪਣੀ। ਲਾ ਭਾਜੀ ਅਸੀਂ ਏਦਾਂ ਦੇ ਬੰਦੇ ਨਹੀਂ ਹੈਗੇ ਭਾਜੀ। ਲਾ ਕੱਪੜੇ। ਅਸੀਂ ਤਾਂ ਹੈਗੇ ਆ ਭਾਜੀ ਆ ਕੀ ਮੰਨੀ ਤਾਂ ਸ਼ੌਂਕ ਨਹੀਂ ਭਾਜੀ। ਮੇਰੀ ਗੱਲ ਤਾਂ ਸੁਣੋ ਭਾਜੀ ਅਸੀਂ ਮੰਨ ਗਏ ਤੁਹਾਡੇ ਕੋਲ ਪਿਸਤੌਲ ਹੈਗੀ ਆ। ਇੱਥੇ ਨਹੀਂ ਆ ਜੀ, ਘਰ ਹੋਊਗੀ ਭਾਜੀ। ਭਾਜੀ ਆ ਲਾਸ਼ਾਂ ਘਰਾੜੇ ਨਹੀਂ ਮਾਰ ਰਹੀਆਂ। ਤਿੰਨ ਦਿਨਾਂ ਤੋਂ ਸੁੱਤੀਆਂ ਨਹੀਂ ਨਾ। ਨੀਂਦ ਪੂਰੀ ਕਰਕੇ ਮਰ ਜਾਣੀ ਹੈ। ਹਾਂ ਕਾਲਾ ਡੋਰਿਆ ਓਏ ਕਾਲਾ ਡੋਰਿਆ, ਕੁੰਡੇ ਨਾਲ ਲੜਿਆ ਓਏ ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਓਏ। ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ, ਨਾ ਲੜ ਸੋਹਣਿਆ ਤੇਰੀ ਇੱਕ ਪਰ ਜਾਈ ਵੇ। ਓਏ ਕਾਲਾ ਡੋਰਿਆ ਕੁੰਡੇ ਨਾਲ ਲੜਿਆ ਓਏ ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆ ਓਏ। ਚਿੱਟਾ ਕੁੱਕੜ ਬਨੇਰੇ ਤੇ, ਚਿੱਟਾ ਕੁੱਕੜ ਬਨੇਰੇ ਤੇ, ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਸਦਕੇ ਤੇਰੇ ਦੇ। ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਸਦਕੇ ਤੇਰੇ ਦੇ। ਸੂਹੇ ਵਿੱਚ ਰੇ ਵਾਲਿਆ ਮੈਂ ਕਹਿੰਨੀਆਂ, ਕਰ ਛਤਰੀ ਦੀ ਛਾਵੇਂ ਛਾਵੇਂ ਪੈਨੀਆਂ, ਕਰ ਛਤਰੀ ਦੀ ਛਾਵੇਂ ਛਾਵੇਂ ਪੈਨੀਆਂ। ਸੂਹੇ ਵਿੱਚ ਰੇ ਵਾਲਿਆ ਫੁੱਲ ਕਿਕਰਾਂ ਦੇ, ਸੂਹੇ ਵਿੱਚ ਰੇ ਲੱਡੂ ਯਾਰ ਦੇ ਭੋਰ ਕੇ ਖਾਈਏ, ਮਿਸ਼ਰੀ ਕੜਕ ਬੋਲਦੀ। ਦੇਖ ਲੈ ਪੁੱਤ, ਤੇਰਾ ਪਿਓ ਜੇਲ੍ਹ ਚੋਂ ਭੱਜ ਕੇ ਆਇਆ। ਡੈਡੀ ਤੂੰ ਜੇਲ੍ਹ ਚੋਂ ਕਾਹਤੋਂ ਭੱਜਿਆ? ਤੇਰੇ ਲਈ ਪੁੱਤ। ਚੱਲ ਚਲੀਏ। ਨਾ ਮੈਂ ਨਹੀਂ ਤੇਰੇ ਨਾਲ ਜਾਣਾ, ਮੈਂ ਤਾਂ ਹੁਣ ਨਾਨਾ ਨਾਨੀ ਕੋਲ ਹੀ ਰਹੂੰਗਾ। ਕਮਲੀਆਂ ਗੱਲਾਂ ਨਾ ਕਰ। ਤੂੰ ਇਹਨਾਂ ਨਾਲ ਰਹਿਣ ਨੂੰ ਫਿਰਦਾ, ਇਹਨਾਂ ਦਾ ਆਪਦਾ ਪਤਾ ਨਹੀਂ ਕੱਲ ਨੂੰ ਰਹਿਣ ਨਾ ਰਹਿਣ। ਡੈਡੀ ਤੂੰ ਵੀ ਤਾਂ ਜੇਲ੍ਹ ਚੋਂ ਭੱਜ ਕੇ ਆਇਆ। ਜੇ ਤੈਨੂੰ ਇੱਥੋਂ ਬਾਹਰ ਜਾਂਦੇ ਹੀ ਪੁਲਿਸ ਨੇ ਫੜ ਲਿਆ ਫਿਰ ਨਾ ਮੈਂ ਆਪਦੇ ਪਿਓ ਦਾ ਰਹੂੰ, ਨਾ ਆਪਦੀ ਮਾਂ ਦੇ ਪਿਓ ਦਾ। ਕੀ ਖਵਾਤਾ ਮੇਰੇ ਪੁੱਤ ਨੂੰ? ਇਹ ਤਾਂ ਮੇਰਾ ਨਾਂ ਲੈਂਦਾ ਨਹੀਂ ਥੱਕਦਾ ਸੀ। ਕਿਉਂਕਿ ਹੁਣ ਇਹਨੂੰ ਤੇਰੀ ਸਾਰੀ ਸੱਚਾਈ ਪਤਾ ਲੱਗ ਕੀ ਗਈ। ਸੱਚਾਈ ਪਤਾ ਲੱਗ ਗਈ ਆ? ਪੁੱਤ ਮੈਂ ਜੋ ਕੀਤਾ ਤੇਰੇ ਲਈ ਕੀਤਾ। ਮੈਂ ਜੇਲ੍ਹ ਚੋਂ ਵੀ ਤੇਰੇ ਲਈ ਭੱਜ ਕੇ ਆਇਆ। ਚੱਲ ਚਲੀਏ, ਆ ਜਾ ਚੱਲ। ਤਰਸੇ ਤੂੰ ਇੱਥੋਂ ਚਲਾ ਜਾ, ਨਹੀਂ ਤਾਂ ਮੈਂ ਪੁਲਿਸ ਬੁਲਾ ਲੂੰ। ਬੁਲਾ ਲਓ, ਮੈਂ ਡਰਦਾ। ਮੈਂ ਆਪਣੇ ਬੱਚੇ ਨੂੰ ਲੈਣ ਆਇਆ, ਹੱਕ ਹੈ ਮੇਰਾ। ਚੱਲ ਪੁੱਤ। ਮੈਂ ਕਹਿੰਦੀ ਆ ਥਾਣੇ ਫੋਨ ਲਾ ਹੀ ਲਓ। ਲਾ ਲਓ। ਰਹਿਣ ਦਿਓ, ਐਵੇਂ ਘਰ ਦੇ ਮਸਲੇ 'ਚ ਪੁਲਿਸ ਨੂੰ ਕਿਉਂ ਪਾਣਾ? ਕੱਟੋ ਕੱਟੋ। ਪੁੱਤ ਤੂੰ ਜੋ ਕਹੇਗਾ ਮੈਂ ਤੇਰੇ ਲਈ ਕਰਨ ਨੂੰ ਤਿਆਰ ਹਾਂ, ਠੀਕ ਹੈ? ਪਰ ਤੂੰ ਆਪਣੇ ਦਿਲ 'ਚ ਮੇਰੇ ਲਈ ਨਫ਼ਰਤ ਨਹੀਂ ਪਾਲਣੀ। ਡੈਡੀ ਨਫ਼ਰਤ ਤੇਰੇ ਤੋਂ ਨਹੀਂ, ਤੇਰੀਆਂ ਨਲਾਇਕੀਆਂ ਤੋਂ ਹੁੰਦੀ ਹੈ।
ਜੇ ਤੂੰ 1.5 ਸਾਲ ਪਹਿਲਾਂ ਜੇਲ੍ਹ ਚੋਂ ਭੱਜਣ ਦੀ ਕੋਸ਼ਿਸ਼ ਨਾ ਕਰਦਾ ਤਾਂ ਅੱਜ ਆਪਾਂ ਇਕੱਠੇ ਹੋਣਾ ਸੀ। ਚਲਾ ਜਾ ਡੈਡੀ ਇੱਥੋਂ, ਚਲਾ ਜਾ। ਮੈਂ ਹੁਣ ਤੇਰੇ ਨਾਲ ਉਦੋਂ ਹੀ ਜਾਊਂਗਾ ਜਦੋਂ ਤੂੰ ਜੇਲ੍ਹ ਚੋਂ ਰਿਹਾ ਹੋ ਕੇ ਆਏਗਾ। ਬੱਗੂ ਗੱਲ ਸੁਣ ਬੱਗੂ, ਇਹ ਸਭ ਪੁੱਠਾ ਸਿੱਧਾ ਤੁਸੀਂ ਸਿਖਾਇਆ। ਗੋਡੇ ਤੁਹਾਡੇ ਚੱਲਦੇ ਨਹੀਂ, ਦਿਮਾਗ ਤੁਹਾਡਾ ਲੋੜ ਤੋਂ ਬਾਅਦ ਚੱਲਦਾ। ਜਾ ਜਾਂਦਾ ਰਹਿ, ਨਹੀਂ ਤਾਂ ਤੇਰੀ ਸੱਸ ਨੇ ਤੇਰੀ ਬੱਸ ਕਰਾ ਦੇਣੀ ਹੈ। ਚੱਲ ਜਾ ਇੱਥੋਂ। ਮੈਂ ਨਹੀਂ ਜਾਂਦਾ। ਤੂੰ ਜਾਂਦਾ ਹੈ ਕਿ ਕੱਟੋ ਇਹਨੂੰ, ਕੱਟੋ। ਮਾੜੀ ਜੀ ਗੱਲ ਹੈ, ਉੱਤ ਨਾਲ ਜੱਫੀ ਤਾਂ ਪਵਾ ਦਿਓ। ਤੁਸੀਂ ਕਹਿ ਦਿਓ। पर तू जेल तो बाहर के भी आया। ਭੱਜ ਕੇ। ਮੈਨੂੰ ਯਕੀਨ ਨਹੀਂ ਹੋ ਰਿਹਾ ਤੂੰ जेल तो भज के आ गया है। ਅਜੇ ਤਾਂ ਜੇਲ੍ਹ 'ਚ ਵੀ ਕਈਆਂ ਨੂੰ ਯਕੀਨ ਨਹੀਂ ਹੋਣਾ, ਪਰ ਮੈਂ ਕੀ ਕਰਦਾ, ਤੇਰੇ ਬਿਨਾਂ ਜੀਣਾ ਬਹੁਤ ਔਖਾ ਸੀ। ਹੁਣ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ, ਨਾ ਤੇਰੇ ਮਾਪਿਓ, ਨਾ ਭਰਾ, ਨਾ ਕੋਈ ਹੋਰ। पुलिस ਉਹ ਕਰ ਸਕਦੀ ਹੈ, ਇਸ ਕਰਕੇ ਸਾਨੂੰ ਭੱਜਣਾ ਪੈਣਾ ਹੈ। ਭੱਜेंगे ਨਾ। ਅਮਨ, ਅਮਨ, ਪੁੱਤ ਕਿੱਥੇ ਚਲੀ ਗਈ? ਮੰਮੀ ਛੇਤੀ ਆ। ਮੰਮੀ ਮੰਮੀ ਕੀ ਹੋ ਗਿਆ? ਕੀ ਹੋਇਆ? ਕੀ ਹੋਇਆ? ਅਮਨ ਭੱਜ ਗਈ। ਆ ਦੇਖੋ। ਬੁੱਗੂ ਬੁੱਗੂ ਤਰਸੇਮ ਤੂੰ ਹਾਲੇ ਤੱਕ ਇੱਥੇ ਹੀ ਹੈ? ਹੈ? ਬੱਗੂ ਆ ਵੇਖ। ਚੰਡੀਗੜ੍ਹ 13 ਅਪ੍ਰੈਲ ਪੰਜਾਬ ਸਰਕਾਰ ਵੱਲੋਂ ਇਸ ਵਾਰ ਵਿਸਾਖੀ ਮੌਕੇ ਛੋਟੀਆਂ ਤੇ ਗੈਰ ਮਾਮੂਲੀ ਸਜ਼ਾਵਾਂ ਕੱਟ ਰਹੇ ਕੈਦੀਆਂ ਦੀਆਂ ਬਾਕੀ ਰਹਿੰਦੀਆਂ ਸਜ਼ਾਵਾਂ ਮਾਫ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਹੁਕਮਾਂ ਤਹਿਤ ਸਬ ਜੇਲ੍ਹ ਬਸੀ ਪਠਾਣਾ ਦੇ 2 ਕੈਦੀ ਜਰਨੈਲ ਸਿੰਘ ਪੁੱਤਰ ਸਰਦਾਰ ਗੁਰਬਖਸ਼ ਸਿੰਘ ਤੇ ਕੈਦੀ ਤਰਸੇਮ ਲਾਲ ਪੁੱਤਰ ਭੈਰੋਂ ਲਾਲ ਅੱਜ ਰਿਹਾ ਕੀਤੇ ਜਾਣਗੇ। मेरा पुत पढ़न लग गया। मैं 1.5 साल के अंदर गया, मेरा पुत पंजाबी पढ़ना सीख गया। और मैं तो सारी जिंदगी अंदर कट लो, तू कर पिए तो बन जा डॉक्टर। ਤਰਸੇਮ, ਤੇਰੇ ਅੰਦਰ ਹੋਣ ਤੋਂ ਬਾਅਦ ਇਸ ਰੋਂਦੇ ਹੋਏ ਬੱਚੇ ਨੂੰ ਅਸੀਂ ਕਿਸ ਤਰ੍ਹਾਂ ਸੰਭਾਲਿਆ, ਇਹ ਸਾਨੂੰ ਹੀ ਪਤਾ ਹੈ। ਇਸੇ ਕਰਕੇ ਅਸੀਂ ਤੇਰਾ ਮੋਹ ਦੇ ਨਾਲ ਤੜਾਉਂਦੇ ਰਹੇ ਤਾਂ ਕਿ ਅੱਗੇ ਜਾ ਕੇ ਸੌਖਾ ਰਵੇ। ਸਾਨੂੰ ਗਲਤ ਨਾ ਸਮਝੀ ਤਰਸੇਮ। आया पुत, मैं गया ते आया। ਡੈਡੀ ਮੈਂ ਤੈਨੂੰ ਬਹੁਤ ਪਿਆਰ ਕਰਦਾ। ਸਰ ਜੀ, ਹੁਣ ਤਾਂ ਜੇਲ੍ਹ ਦੇ ਸਾਰੇ ਕੈਦੀ ਪੁੱਛਣ ਲੱਪੇ ਕਿ ਜਰਨੈਲ ਤੇ ਤਰਸੇਮ ਨਹੀਂ ਦਿਖਦੇ, ਕਿੱਥੇ ਗਏ? ਤੁਲਸੀਦਾਸ, ਤੇਰੇ ਇਹ ਜੇ ਦੋਹੇ ਹਮੇਸ਼ਾ ਬਲਦੀ ਤੇ ਤੇਲ ਪਾਉਂਦੇ ਆ।
ਖੈਰ ਛੱਡ, ਇਹ ਦੱਸ ਪਤਾ ਲੱਗਾ ਕਿ ਪਤੰਦਰਾ ਨੇ ਜੇਲ੍ਹ ਦੇ ਵਿੱਚ ਸੁਰੰਗ ਪੁੱਟੀ ਕਿੱਥੋਂ ਆ? ਜੀ ਨਹੀਂ। ਤੇ ਫਿਰ ਪਤਾ ਕਰੋ। ਜੀ ਜਨਾਬ। ਬਹਾਦਰ ਸਿੰਘ। ਜੀ ਸਰ। ਆਪਾਂ ਜਾ ਕੇ ਕੈਦੀਆਂ ਨੂੰ ਸਮਝਾਉਨੇ ਆ ਕਿ ਅੱਜ ਤਰਸੇਮ ਤੇ ਜਰਨੈਲ ਦਾ ਜੇਲ੍ਹ 'ਚ ਅਖੀਰਲਾ ਦਿਨ ਆ, ਇਸ ਕਰਕੇ ਉਹ ਥੋੜਾ ਕਾਗਜ਼ੀ ਕਾਰਵਾਈ ਦੇ ਵਿੱਚ ਮਸਰੂਫ ਨੇ। ਠੀਕ ਹੈ ਸਰ। ਜੀ ਸਰ, ਵੈਸੇ ਤਾਂ ਤੁਹਾਡੇ ਜਿੱਡਾ ਸਾਡਾ ਦਿਮਾਗ ਹੈ ਨਹੀਂ, ਪਰ ਜੇ ਹੁਕਮ ਹੋਵੇ ਤਾਂ ਇੱਕ ਦਿਮਾਗੀ ਗੱਲ ਕਰਾਂ। ਬੋਲ। ਮਸਲਾ ਤਾਂ ਇਹੀ ਹੈ ਨਾ ਕਿ ਵਿਸਾਖੀ ਵਾਲੇ ਫੰਕਸ਼ਨ ਤੇ ਦੋਨੋਂ ਕੈਦੀ ਹਾਜ਼ਰ ਹੋਣੇ ਚਾਹੀਦੇ। ਹੋ ਜਾਣਗੇ? ਉਹ ਕਿੱਦਾਂ? ਆਪਾਂ ਵਿਸਾਖੀ ਦੇ ਫੰਕਸ਼ਨ ਨੂੰ ਹੀ 2 ਦਿਨ ਅੱਗੇ ਕਰ ਦਿੰਦੇ। ਨਾ ਹੁਣ ਤੂੰ ਨਾਨਕਸ਼ਾਹੀ ਕੈਲੰਡਰ ਤੋਂ ਵੀ ਉੱਤੇ ਹੋ ਗਿਆ। ਓਏ ਬੁੱਝ ਦਿਮਾਗ ਜੀ, ਵਿਸਾਖੀ ਅਕਸਰ 13 ਅਪ੍ਰੈਲ ਨੂੰ ਮਨਾਈ ਜਾਂਦੀ ਆ। ਇਹ ਕੋਈ ਨਰਾਤੇ ਨਹੀਂ ਵੀ ਜੇ ਪਹਿਲੇ ਨਰਾਤੇ ਮਰੋੜੇ ਲੱਗਿਆ ਤਾਂ ਵਰਤ 9ਵੇਂ ਨਰਾਤੇ ਰੱਖ ਲਾਂਗੇ। ਸਰ ਮੈਂ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਤੁਹਾਡੇ ਜਿੱਡਾ ਸਾਡਾ ਦਿਮਾਗ ਕਿੱਥੇ। ਤੇ ਫਿਰ ਪੰਗੇ ਕਿਉਂ ਲੈਣਾ ਹੁੰਨਾ? ਚਲੋ ਸਰ। ਨਮਸਤੇ ਸਰ। ਠੀਕ ਹੈ, ਸਰ ਠੀਕ ਹੈ। ਸਰ ਪਹਿਚਾਣਿਆ ਨਹੀਂ? ਨਾ ਪਛਾਣਨ ਨੂੰ ਤੇਰਾ ਗਦੌੜਾ ਫੇਰਿਆ। ਸਰ ਜ਼ੋਰ ਪਾਓ ਥੋੜਾ ਜਿਹਾ ਜੀ। ਜ਼ੋਰ ਪਾਉਣ ਨੂੰ ਮੈਂ ਟਾਇਲਟ ਤੇ ਬੈਠਾ। ਥੱਲੇ ਨਹੀਂ ਸਰ, ਉੱਤੇ ਦਿਮਾਗ ਤੇ ਜ਼ੋਰ ਪਾਓ ਜੀ। ਪਹਿਲਾਂ ਇੱਥੇ ਕਿਹੜੀ ਬੈਰਕ 'ਚ ਹੁੰਦਾ ਸੀ? ਨਹੀਂ ਸਰ, ਮੈਂ ਅੰਦਰੋਂ ਨਹੀਂ ਜੀ, ਮੈਂ ਬਾਹਰੋਂ ਆਇਆ ਜੀ। ਮੈਂ ਭੀਮ ਸਰ। ਭੀਮ? ਬਹਾਦਰ ਸਿੰਘ ਜੀ ਸਰ। ਇਹ ਕਲਯੁਗ 'ਚ ਕਿੱਦਾਂ ਦੀ ਮਹਾਭਾਰਤ ਹੋਣ ਲੱਗ ਗਈ? ਸਰ ਤੁਸੀਂ ਪਹਿਚਾਣਿਆ ਨਹੀਂ, ਮੈਂ ਇੱਥੇ ਜਿਹੜੇ ਕੈਦੀ ਨੇ ਜਿਨ੍ਹਾਂ ਨੂੰ ਤੁਸੀਂ ਰਿਹਾ ਕਰ ਰਹੇ ਹੋ ਨਾ, ਤਰਸੇਮ ਲਾਲ, ਉਹਨਾਂ ਦਾ ਸਾਲਾ ਜੀ ਮੈਂ। ਬਾਜੀ ਉਹਨਾਂ ਨੂੰ ਵਧਾਈ ਦੇਣਾ ਆ, ਮਿਲਾ ਦਿਓ। ਬੇਟੇ ਮਿਲਾ ਤਾਂ ਦਿੰਦੇ, ਪਰ ਅਜੇ ਉਹਨਾਂ ਨੂੰ ਨਲਾ ਰਹੇ ਨੇ। ਨਲਾ ਰਹੇ ਨੇ? ਸਰ ਤੁਸੀਂ ਜੀਜਾ ਨੂੰ ਰਿਹਾ ਕਰ ਰਹੇ ਹੋ ਕਿ ਫਾਂਸੀ ਲਾ ਰਹੇ ਹੋ ਜੀ? ਨਹੀਂ, ਮੇਰੇ ਕਹਿਣ ਦਾ ਮਤਲਬ ਉਹ ਆਪਣੇ ਕਰਕਮਲਾਂ ਨਾਲ ਆਪ ਹੀ ਨਹਾ ਰਹੇ ਨੇ, ਕਿਉਂਕਿ ਅੱਜ ਜੇਲ੍ਹ ਦੇ ਵਿੱਚ ਉਹਨਾਂ ਦਾ ਅਖੀਰਲਾ ਦੇਣਾ ਨਾ। ਦੈਟਸ ਗੁੱਡ ਸਰ, ਬਸ 2 ਮਿੰਟ ਲਈ ਮਿਲਾ ਦਿਓ ਪਲੀਜ਼। ਰੱਬ ਦਾ ਵਾਸਤਾ ਸ਼ਾਮ ਨੂੰ ਮਿਲ ਲਿਓ, ਰਾਤ ਨੂੰ ਉਹਨੇ ਘਰੇ ਹੀ ਆ ਜਾਣਾ, ਫਿਰ ਤੇਰੇ ਮੂਹਰੇ ਥਾਨ ਸਿੱਟਿਆ, ਭਾਵੇਂ ਸੁੱਥਣ ਸੰਭਾਲੀ ਭਾਵੇਂ ਲਹਿੰਗਾ। ਨਹੀਂ ਸਰ, ਐ ਤਾਂ ਉਹਨਾਂ ਦੇ ਰਿਹਾ ਹੋਣ ਦੀ ਖੁਸ਼ੀ ਵਿੱਚ ਲੇਡੀ ਸੰਗੀਤ ਰੱਖਿਆ ਹੋਇਆ ਜੀ, ਪਰ ਮੈਨੂੰ ਐ ਸੀ ਖੁਦ ਜੀਜਾ ਜੀ ਨੂੰ ਮਿਲ ਕੇ ਮੈਂ ਮੂੰਹ ਮਿੱਠਾ ਕਰਾਵਾਂ ਜੀ ਉਹਨਾਂ ਦਾ। ਪਰ ਭੀਮ ਜੀ, ਇਹ 4 ਡੱਬੇ ਤਾਂ ਸਾਡੇ ਮੁਲਾਜ਼ਮਾਂ ਨੇ ਛਕ ਜਾਣੇ। ਸਰ 3 ਤੁਸੀਂ ਰੱਖ ਲਓ ਜੀ, 1 ਡੱਬਾ ਰਹਿਣ ਦਿਓ। ਉਹਨਾਂ ਦੀ ਮਨਪਸੰਦ ਜਗ੍ਹਾ ਤਾਂ ਖੁਦ ਲੈ ਕੇ ਆਇਆ ਜੀ। ਮਨਪਸੰਦ ਜਗ੍ਹਾ? ਹਾਂਜੀ, ਮੈਨੂੰ ਉਹਨੇ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ। ਜਦੋਂ ਮੈਂ ਉਹਨਾਂ ਨੂੰ ਮਿਲਣ ਆਉਂਦਾ ਸੀ ਤਾਂ ਮੈਨੂੰ ਕਹਿੰਦੇ ਹੁੰਦੇ ਸੀ, ਭੀਮ ਜਦੋਂ ਮੈਂ ਰਿਹਾ ਹੋ ਗਿਆ ਨਾ, ਉੱਥੇ ਜਾ ਕੇ ਆਪਾਂ ਸਮੋਸੇ ਖਾਵਾਂਗੇ, ਫਲਾਣੀ ਥਾਂ ਤੇ ਜਲੇਬੀਆਂ ਖਾਵਾਂਗੇ, ਭੀਮ ਇਕੱਠੇ ਗੇੜੀ ਛੇੜੀ ਦੇਣ ਜਾਵਾਂਗੇ। ਮੈਨੂੰ ਉਹਨਾਂ ਦੀਆਂ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ ਜੀ। ਬਹਾਦਰ ਸਿੰਘ ਜੀ ਸਰ। ਭੀਮ ਜੀ ਨੂੰ ਉਹਨਾਂ ਦੀਆਂ ਸਾਰੀਆਂ ਮਨਪਸੰਦ ਜਗ੍ਹਾ ਪਤਾ ਨੇ। ਗਾਲ ਪਾ ਦੀਏ? ਗਾਟੀ। ਕੀ ਪਾ ਦੀਏ ਸਰ? ਗਾਟੀ। ਮਤਲਬ ਸਰ ਜੀ ਵੀ ਜੀਜਾ ਜੀ ਭੱਜ ਗਏ ਜੀ। ਕੀ ਦੱਸੀਏ ਭੀਮ ਸਿੰਘ, ਇਹ ਭੈਣਾਂ ਭੱਜਦੀਆਂ ਤਾਂ ਬਥੇਰੀ ਵਾਰੀ ਦੇਖੀਏ, ਇੱਥੇ ਸਾਲੇ ਜੀਜਾ ਹੀ ਭੱਜ ਗਏ। ਨਹੀਂ ਸਰ, ਐ ਤਾਂ ਇੱਕ ਵਾਰੀ ਮੇਰੀ ਭੈਣ ਵੀ ਭੱਜ ਗਈ ਸੀ ਜੀ। ਬੜਾ ਮੂੰਹ ਵਾਪਸ ਮੁੜੀ ਆ ਕਿ ਹਜੇ ਤੱਕ ਕ੍ਰਾਸ ਕੰਟਰੀ ਲਾਈ ਜਾਂਦੀ ਆ? ਸਾਹਿਬ ਬਹਾਦਰ ਜੀ, ਉਸ ਰੱਬ ਕੋਲੇ ਇੱਕ ਵਾਰ ਗਿਆ, ਕਦੇ ਕੋਈ ਵਾਪਸ ਆਇਆ ਜੀ। ਇਹਦਾ ਮਤਲਬ ਤੇਰੀ ਭੈਣ ਹੈ ਨਹੀਂ? ਨਾ ਜੀ। ਜਦੋਂ ਤੇਰੀ ਭੈਣ ਹੀ ਨਹੀਂ ਹੈ, ਫਿਰ ਤੇਰਾ ਜੀਜਾ ਐਡੀ ਸੁਰੰਗ ਪੱਟ ਕੇ ਕਿਹੜੀ ਮਾਂ ਨੂੰ ਮਿਲਣ ਗਿਆ? ਹਾਏ ਸਾਲਾ ਡੰਗਰ ਜਿਹਾ ਦੰਦੀਆਂ ਕੱਢੀ ਜਾਂਦਾ। ਅੱਛਾ ਰੋ ਰਿਹਾ। ਰੱਬ ਦਾ ਵਾਸਤਾ ਜਾ ਕੇ ਆਪਣੇ ਜੀਜਾ ਜੀ ਨੂੰ ਸਮਝਾ ਕਿ ਆਪਣੀ ਸੰਸਾਰਕ ਯਾਤਰਾ ਅਧੂਰੀ ਛੱਡ ਕੇ ਵਾਪਸ ਜੇਲ੍ਹ 'ਚ ਪਰਤੇ। ਨਹੀਂ, ਸਾਡੀ ਨੌਕਰੀ ਤਾਂ ਗਈ ਆ। ਤੁਹਾਡੇ ਪ੍ਰਾਹੁਣੇ ਨੇ ਇੱਥੇ ਸਰਕਾਰੀ ਪ੍ਰਾਹੁਣਾ 5 ਸਾਲ ਦੀ ਹੋਰ ਬਣ ਜਾਣਾ। ਨਹੀਂ ਸਰ ਜੀ, ਨਾ ਸਰ ਜੀ, ਮੇਰੇ ਜੀਜਾ ਜੀ ਨੂੰ ਬਚਾ ਲਓ ਪਲੀਜ਼, ਮੇਰੇ ਜੀਜਾ ਜੀ ਨੂੰ ਬਚਾ ਲਓ ਸਰ ਜੀ। ਦੇਖ ਵੀਰੇ, ਰੋ ਨਾ। ਇਹ ਜਿਹੇ ਹਾਲਾਤ ਵਿੱਚ ਨਾ ਰੋਣਾ ਤਾਂ ਸਾਡਾ ਵੀ ਨਿਕਲ ਰਿਹਾ, ਪਰ ਅਸੀਂ ਵਰਦੀ 'ਚ ਰੋ ਨਹੀਂ ਸਕਦੇ। ਕੰਟਰੋਲ ਬਹਾਦਰ ਸਿੰਘ, ਕੰਟਰੋਲ। ਸੌਰੀ ਸਰ। ਭੀਮ ਸਿੰਘ। ਹਾਂਜੀ ਸਰ ਜੀ। ਤੂੰ ਦੱਸ ਰਿਹਾ ਸੀ ਕਿ ਤੈਨੂੰ ਤੇਰੇ ਜੀਜਾ ਜੀ ਦੀਆਂ ਉਹ ਸਾਰੀਆਂ ਮਨਪਸੰਦ ਥਾਵਾਂ ਬਾਰੇ ਪਤਾ ਜਿੱਥੇ ਉਹ ਅਕਸਰ ਜਾਇਆ ਕਰਦੇ ਨੇ ਜੀ। ਬਸ ਫਿਰ ਤੁਸੀਂ ਉਹਨਾਂ ਥਾਵਾਂ ਤੇ ਜਾਓ, ਪਰ ਸਾਡੇ ਮਹਿਕਮੇ ਦਾ ਬਹੁਤ ਹੀ ਕਾਬਲ ਅਫਸਰ ਤੇਰੇ ਨਾਲ ਜਾਏਗਾ। ਸਰ ਕਦੇ ਜੀ ਥਾਂ ਤੇ ਮੇਰੀ ਵੀ ਡਿਊਟੀ ਲਾ ਦਿਆ ਕਰੋ। ਉਹ ਮੂਰਖ, ਤੇਰੇ ਬਾਰੇ ਤਾਂ ਕਹਿ ਰਿਹਾ। ਬਸ ਤੁਹਾਡੇ ਦੋਹਾਂ ਕੋਲ ਹੁਣ ਸਿਰਫ 4 ਘੰਟੇ ਨੇ, ਜੀਜਾ ਬਚਾਉਣ ਲਈ ਤੇ ਨੌਕਰੀ ਬਚਾਉਣ ਲਈ। ਸਰ ਆ ਕਿਹੜੀ ਥਾਂ ਤੇ ਲੈ ਆਇਆ ਮੈਨੂੰ? ਕਾਵਾਂ ਵਾਲੇ ਬਾਬਾ ਜੀ ਦਾ ਡੇਰਾ ਹੈ ਜੀ। ਇੱਥੇ ਜੀਜਾ ਜੀ ਨਾ ਚੌਂਕੀ ਭਰਨ ਆਉਂਦੇ ਹੁੰਦੇ ਨੇ। ਵੈਸੇ ਵੀ ਲੋਕਲ ਲਈ ਡੇਰੇ ਤੋਂ ਬਾਅਦ ਸੇਫ ਥਾਂ ਕਿਹੜੀ ਹੋ ਸਕਦੀ ਹੈ ਜੀ? ਦੀਦੀ ਪੁਲਿਸ ਇੱਥੇ ਕੀ ਲੈਣ ਆਈ ਹੈ? ਮੀਨਾ ਦੇ ਤਾਂ ਦਿੱਤਾ ਸੀ। ਉਹ ਫਿਰ ਖਰਚਣ ਆ ਗਈ ਹੋਣੀ ਹੈ, ਦੇਖਦੀ ਆ। ਜੀ ਜਨਾਬ। ਉਹ ਬਾਬੇ ਨੂੰ ਬੁਲਾਓ। ਇੱਥੇ ਤਾਂ ਕਈ ਸਾਰੇ ਬਾਬੇ ਆਉਂਦੇ ਨੇ, ਤੁਸੀਂ ਕਿਹੜੇ ਬਾਬੇ ਨੂੰ ਮਿਲਣਾ? ਉਹ ਕਿਹੜੇ ਜਾਨਵਰ ਦਾ ਨਾਂ ਲਿਆ ਸੀ ਤੂੰ? ਕਾਵਾਂ ਵਾਲੇ ਬਾਬਾ ਜੀ। ਹਾਂ
ਕਾਵਾਂ ਵਾਲੇ ਬਾਬੇ ਨੂੰ ਬੁਲਾਓ। ਉਹ ਕਾਵਾਂ ਵਾਲੇ ਬਾਬੇ ਵੱਲ ਸਾਡਾ ਮੋਰਨੀਆਂ ਦਾ ਇੰਨਾ ਬੈਲੈਂਸ ਖੜਾ ਹੋ ਗਿਆ ਸੀ ਕਿ ਉਹਨੂੰ ਆ ਥਾਂ ਦੇ ਕੇ ਮਸਾ ਖੜਾ ਛੁਡਾਉਣਾ ਪਿਆ। ਤੁਸੀਂ ਦੱਸੋ ਤੁਹਾਡੀ ਕੀ ਸੇਵਾ ਕਰੀਏ? ਮੇਰੀ ਕੀ ਸੇਵਾ ਕਰਨੀ ਹੈ ਭੈਣ ਮੇਰੀ, ਮੇਰਾ ਘਰ ਤਾਂ ਪਹਿਲਾਂ ਹੀ ਕਿਸ਼ਤਾਂ ਤੇ ਹੈ। ਆ ਦੇਖ ਲੈ ਤੇਰਾ ਕਾਵਾਂ ਵਾਲਾ ਬਾਬਾ ਕਿੱਥੇ ਕਿੱਥੇ ਚੁੰਝਾ ਮਾਰਦਾ ਫਿਰਦਾ ਹੈ। ਹੋਰ ਲਾ ਆਪਣੇ ਜੀਜੇ ਨੂੰ ਇਹ ਜੇ ਬਾਬੇ ਤੇ ਮਗਰ। ਕੱਲਾ ਮੇਰਾ ਜੀਜਾ ਥੋੜੀ ਜੀ ਚਣਾ ਖਣੀ ਬਾਬੇ ਦੇ ਮਗਰ ਲੱਗਿਆ ਹੋਇਆ। ਹੁਣ ਲੱਗ ਮੇਰੇ ਮਗਰ। ਲੱਗ ਗਿਆ ਜੀ। ਆ ਜਾ। हेलो जे स्पीकिंग। हेलो जेलर साहब, मैं जरनैल बोलदा। तरसेम लाल नूं मैं फड़ लिया जी। फड़ लिया? ओह यस, मैं पता सी तू मैनू बचा लेगा। आई एम प्राउड ऑफ यू। बस ਅਸੀਂ ਪਹੁੰਚ ਰਹੇ ਹਾਂ ਜੀ, ਤੁਸੀਂ ਗੇਟ ਖੋਲੋ। ਭਗੌੜੇ ਹੋ ਕਿ ਜੇਲ੍ਹ ਮੰਤਰੀ ਜਿਹੜੇ ਮੇਨ ਗੇਟ ਰਾਹੀਂ ਅੰਦਰ ਵੜਨ ਨੂੰ ਫਿਰਦੇ ਹੋ? ਬਾਹਰ ਗੇਟਾਂ ਤੇ ਤੋਪਾਂ ਵਾਂਗੂ ਕੈਮਰੇ ਕੱਢੇ ਹੋਏ ਨੇ। ਸਾਲੇ ਇੱਕ ਇੱਕ ਮੱਛਰ ਤੱਕ ਗਿਣ ਲੈਂਦੇ ਆ ਕਿ ਕਿੰਨੇ ਅੰਦਰ ਆਏ। ਜੇ ਕੱਲ ਨੂੰ ਕਿਸੇ ਨੂੰ ਪਤਾ ਲੱਗ ਗਿਆ ਕਿੱਥੇ ਗਏ ਸੀ, ਕੀ ਕਹੂੰਗਾ ਕਿ ਡੇਂਗੂ ਤੇ ਟੀਕੇ ਲਵਾਉਣ ਗਏ ਸੀ। ਉਹ ਫਿਰ ਅਸੀਂ ਅੰਦਰ ਕਿਵੇਂ ਆਵਾਂਗੇ? ਜਿਹੜੀ ਸੁਰੰਗ ਰਾਹੀਂ ਦਫਾ ਹੋਈ ਸੀ ਨਾ, ਉਸੇ ਰਸਤੇ ਮਰੋ। ਹਾਂ ਇਹ ਵੀ ਠੀਕ ਹੈ, ਫਿਰ ਅਸੀਂ ਉਸੇ ਸੁਰੰਗ ਰਾਹੀਂ ਆਉਂਦੇ ਹੈ ਨਾ। ਹਾਂ ਦੱਸੋ ਸਰ ਜੀ, ਸੁਰੰਗ ਵਾਲੀ ਜਗ੍ਹਾ ਲੱਭ ਲਈ। ਗੁੱਡ ਸਰ ਜੀ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਅਸੀਂ ਮਿੱਟੀ ਭਰ ਕੇ ਸੁਰੰਗ ਪਰਮਾਨੈਂਟਲੀ ਬੰਦ ਕਰਤੀ ਤਾਂ ਕਿ ਹੋਰ ਕਦੀ ਕੋਈ ਭੱਜ ਨਾ ਸਕੇ। ਤੁਲਸੀਦਾਸ ਮੈਂ ਤੈਨੂੰ ਹੁਣ ਕੀ ਕਹਾਂ? ਬਸ ਇੱਕ ਆਹੀ ਦੋਹਾ ਰਹਿੰਦਾ ਸੀ ਜਿਹੜਾ ਤੂੰ ਪੂਰਾ ਕਰਤਾ। ਮਤਲਬ ਜੇਲ੍ਹ ਵਿੱਚ ਹੁਣ ਤੱਕ ਜਿੰਨੇ ਕੈਦੀਆਂ ਨੂੰ ਫਾਂਸੀ ਹੋਈ ਆ, ਸਾਨੂੰ ਉਹਨਾਂ ਸਾਰਿਆਂ ਦਾ ਸਰਾਧ ਮਨਾਉਣਾ ਚਾਹੀਦਾ, ਤਾਂ ਮੁਸੀਬਤਾਂ ਟਲਣਗੀਆਂ। ਹੁਣ ਕਿਹੜੀ ਨਵੀਂ ਮੁਸੀਬਤ ਆ ਪਈ? ਸਾਲਾ ਜਿਹੜੀ ਆਪਣੀ ਇੱਕ ਮਾਂ ਨੂੰ ਬੰਦ ਕਰਕੇ ਆਇਆ, ਉਸੇ ਰਾਹ ਤੇਰੇ ਦੋ ਪਿਓਾਂ ਨੇ ਆਉਣਾ ਸੀ। ਲੈ ਇਹਦੇ ਚ ਕੀ ਆ ਜਨਾਬ, ਮੈਂ 5-7 ਮੁਲਾਜ਼ਮ ਲਾ ਕੇ ਹੁਣੇ ਹੀ ਦੁਬਾਰਾ ਸੁਰੰਗ ਪਟਾ ਹਾਏ ਓ ਲਿਆ। ਰੱਬਾ, ਮੇਰੀ ਮਾਂ ਉੱਪਰ ਬੈਠੀ ਧਰਮਰਾਜ ਨੂੰ ਕੀ ਮੂੰਹ ਦਿਖਾਉਂਦੀ ਹੋਣੀ ਆ ਕਿ ਮੈਂ 21 ਸਾਲ ਇਸ ਜਨੌਰ ਨੂੰ ਤਰਸਦੀ ਨਹੀਂ, ਜਿਹੜਾ ਜੇਲਰ ਹੋ ਕੇ ਜੇਲ੍ਹ ਦੇ ਵਿੱਚ ਆਪ ਹੀ ਸੁਰੰਗਾਂ ਪਟਵਾਈ ਜਾ ਰਿਹਾ। ਸਰ ਜੀ, ਫਿਰ ਤੁਹਾਡਾ ਸ਼ਰਾਧ ਵਾਲਾ ਆਈਡੀਆ ਬਿਲਕੁਲ ਠੀਕ ਸਾਲਾ ਮੇਰਾ ਸ਼ਰਾਧ ਨਹੀਂ, ਕੈਦੀਆਂ ਦਾ। ਸਰ ਜੀ, ਹੁਣ ਅਸੀਂ ਕੀ ਕਰਨਾ? ਤੁਸੀਂ ਇੱਕ ਕੰਮ ਕਰਨਾ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ। ਓਏ ਮੂਰਖੋ, ਉਹਨਾਂ ਦੇ ਮੁੜਨ ਦਾ ਸਿਰਫ ਇੱਕ ਰਾਹ ਸੀ, ਤੁਸੀਂ ਉਹ ਵੀ ਤੁੰਨਤਾ। ਹੁਣ ਤਾਂ ਕੈਦੀ ਜੇਲ੍ਹ ਚੋਂ ਭੱਜਣ ਦੀਆਂ ਸਕੀਮਾਂ ਬਣਾਉਂਦੇ ਤਾਂ ਬਹੁਤ ਸੁਣੇ ਸੀ। ਇਹ ਪਹਿਲੇ ਕੈਦੀ ਹੋਣੇ ਜਿਹੜੇ ਜੇਲ੍ਹ 'ਚ ਮੁੜ ਘੁਸਣ ਦੀ ਸਕੀਮ ਬਣਾਉਣਗੇ। ਅਸੀਂ ਅਮਨ ਨੂੰ ਨਾਲ ਨਹੀਂ ਰੱਖ ਸਕਦੇ। ਹੁਣ ਮੈਂ ਕਿੱਥੇ ਜਾਵਾਂਗੀ? ਹੈ ਇੱਕ ਥਾਂ ਜਿੱਥੇ ਤੈਨੂੰ ਕੋਈ ਨਹੀਂ ਲੱਭ ਸਕਦਾ। ਬਿੱਲਿਆ, ਸ਼ਗਨਾਂ ਦੇ ਟੋਕਰੇ ਭਾਵੇਂ ਇੱਕ ਦੋ ਰਹਿ ਜਾਣ, ਦਾਰੂ ਦੀ ਪੇਟੀ ਨਾ ਭੁੱਲੀ ਗੱਡੀ 'ਚ ਰੱਖਣੀ। ਠੀਕ ਹੈ ਜੀ। ਚੱਲ ਜਾ। ਸਤਿ ਸ਼੍ਰੀ ਅਕਾਲ ਚਾਚਾ। ਸਤਿ ਸ੍ਰੀ ਅਕਾਲ ਜਰਨੈਲ। ਤੂੰ ਤਿਆਰੀਆਂ ਕਾਹਦੀਆਂ? ਅੱਜ ਆਪਣੇ ਕਾਕਾ ਜੀ ਦਾ ਵਿਆਹ ਹੈ ਨਾ? ਅੱਛਾ ਜੀ, ਬੁਲਾਉਂਗੇ ਮਾੜਾ ਜਿਹਾ ਬਲਜੀਤ ਨੂੰ? ਹਾਂ ਹਾਂ ਬੁਲਾਉਣਾ। ਹੁਣ ਤਾਂ ਜੰਜ ਵੀ ਘਰੋਂ ਤੁਰਨ ਵਾਲੀ ਹੋਣੀ ਹੈ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਬਲਬੀਰ, ਕੀ ਕਰਾਂਗੇ? ਜੇ ਜੰਜ ਪਹੁੰਚ ਗਈ ਨਾ ਤਾਂ ਸਾਰੇ ਪਿੰਡ 'ਚ ਥੂ-ਥੂ ਹੋ ਜਾਣੀ ਹੈ। ਮੈਂ ਤਾਂ ਕਹਿੰਦੀ ਆ ਸਾਰੀ ਗੱਲ ਮੁੰਡੇ ਵਾਲਿਆਂ ਨੂੰ ਪਹਿਲਾਂ ਹੀ ਫੋਨ ਕਰਕੇ ਦੱਸ ਦੋ, ਠੀਕ ਹੈ ਨਾ? ਮੁਬਾਰਕਾਂ ਬਾਈ। ਜਰਨੈਲ ਤੂੰ? ਬਸ ਯਾਰ, ਗੱਲ ਇਹੋ ਜੀ ਸੀ, ਜੇਲ੍ਹ ਤੋਂ ਭੱਜਣਾ ਪਿਆ। ਅੱਜ ਅਮਨ ਦਾ ਵਿਆਹ ਹੈ ਤੇ ਕਾਕਾ ਜੀ, ਤੁਹਾਡੀ ਸੋਹਰਾ ਸਾਹਿਬ ਦਾ ਫੋਨ। ਇੱਕ ਮਿੰਟ। ਹਾਂ ਹਾਂਜੀ ਡੈਡੀ। ਦਰਅਸਲ ਅਮਨ ਪਤਾ ਨਹੀਂ ਸਵੇਰ ਦੀ ਬਿਨਾਂ ਦੱਸੇ ਕਿੱਥੇ ਚਲੀ ਗਈ, ਹਜੇ ਤੱਕ ਮੁੜੀ ਨਹੀਂ ਪੁੱਤ। ਬਸ ਮੇਰੀ ਇੱਕ ਬੇਨਤੀ ਹੈ ਕਿ ਜਦ ਤੱਕ ਅਮਨ ਦਾ ਕੁਝ ਪਤਾ ਨਹੀਂ ਚੱਲ ਜਾਂਦਾ, ਤੁਸੀਂ ਪੁੱਤਰ ਜੀ ਘਰੋਂ ਚੰਜ ਨਾ ਤੋਰਿਓ। ਉਹ ਦੱਸ ਤਾਂ ਸਹੀ, ਅਸੀਂ ਭੱਜ ਕਿਉਂ ਰਹੇ ਹਾਂ? ਐਸੇ ਮੁੰਡੇ ਨਾਲ ਤੇ ਵਿਆਹ ਹੈ ਮੇਰਾ ਅੱਜ। ਆਹਾ ਆ ਬਲਜੀਤ? ਹਾਂ, ਇਹ ਤਾਂ ਯਾਰ ਹੈ ਮੇਰਾ। ਉਹ ਤੂੰ ਯਾਰ ਦਾ ਹੀ ਪੁਰਜਾ ਭਜਾ ਲੈ ਚੱਲਿਆ। ਮਾਫ ਕਰੀ ਭਰਜਾਈ, ਮੇਰੇ ਮੂੰਹ ਚੋਂ ਪੁਰਜਾ ਨਿਕਲ ਗਿਆ। ਇੱਕੋ ਕੁੜੀ ਨਾਲ 2 ਯਾਰ ਵਿਆਹ ਕਰਾਉਣਾ ਚਾਹੁੰਦੇ ਆ। ਕੇਸ ਤਾਂ ਯਾਰ ਮਾਰਦਾ, ਪਰ ਯਾਰ ਮਾਰ ਕਰ ਕੌਣ ਰਿਹਾ ਮੇਰੀ ਸਮਝ ਨਹੀਂ ਆ ਰਿਹਾ। ਕੋਈ ਨਹੀਂ ਕਰ ਰਿਹਾ ਯਾਰ ਮਾਰ। ਮੈਂ ਗੱਲ ਕਰਦਾ ਹੁਣੀ ਜਾ ਕੇ ਉਹਦੇ ਨਾਲ। ਮੈਨੂੰ ਸੌ ਲੱਗੇ ਮੇਰੀ ਜੇ ਤੂੰ ਕੰਡੀ ਮੁੜੀ। ਮੇਰਾ ਵਿਆਹ ਹੈ ਉਹਦੇ ਨਾਲ ਅੱਜ, ਉਹਨੇ ਨਹੀਂ ਮੰਨਣਾ। I like
ਬੈਲ ਬਹੁਤ ਮਾਨਾ ਚੱਕ ਚੱਗੇ ਚੱਕ ਕਰਨੀ ਸਾਡੇ ਬਾਰੇ ਇੰਟਰੋਗੇਟ ਬੇਸ਼ੱਕ ਕਰਨੀ ਮੰਗਦੀ ਜੇ ਗਾਨੀ ਗੋਲਡ ਦੀ ਮਿੱਠੀਏ ਪਾ ਦਿਆਂਗੇ ਚੱਲ ਉਰੇ ਨੈਕ ਕਰ ਗਲ ਨਿੱਤ ਫੇਰ ਤੱਕ ਫਣਦੀ ਮੈਂ ਮਾਰ ਕੇ ਤੱਪੜ ਕਰੇ ਕਈਆਂ ਦੇ ਬਸ਼ਾਈ ਰੱਖਦਾ ਨੀ ਆਪ ਚਾਹੇ ਪੜਿਆ ਕਲਾਸਾਂ ਘੱਟ ਗੋਰੀਏ ਨੀ ਗੱਭਰੂ ਕਲਾਸ ਪਰ ਹਾਈ ਰੱਖਦਾ ਨੀ ਆਪ ਚਾਹੇ ਪੜਿਆ ਕਲਾਸਾਂ ਘੱਟ ਗੋਰੀਏ ਨੀ ਗੱਭਰੂ ਕਲਾਸ ਪਰ ਹਾਈ ਰੱਖਦਾ ਨੀ ਆਪ ਚਾਹੇ ਪੜਿਆ ਕਲਾਸਾਂ ਘੱਟ ਗੋਰੀਏ ਤੋਂ ਬੰਦੇ ਦੀ ਬਰੀਡ ਤੱਕ ਨਹੀਂ ਸਭ ਕੈਟਾਗਰੀ ਤੋਂ ਅਨੋਨ ਨਾ ਕਰੋ ਪਿੰਡ ਬੰਬਾਂ ਵਾਲੇ ਬਾਰੇ ਲੋਕ ਦੱਸਦੇ ਤਾਂ ਹੀ ਜਗਦੀਪ ਰਹਿੰਦਾ ਮੋਨ ਨਾ ਕਰੋ ਪਿੰਡ ਬੰਬਾਂ ਵਾਲੇ ਬਾਰੇ ਲੋਕ ਦੱਸਦੇ ਤਾਂ ਹੀ ਜਗਦੀਪ ਰਹਿੰਦਾ ਮੋਨ ਨਾ ਕਰੋ ਰਾਏ ਸੁਣਿਆ ਹੁ ਚੋਬਰ ਦਾ ਨਾਮ ਤਾਰਾ ਤੇਰੇ ਸ਼ਹਿਰ ਤਾਈ ਆ ਫਸਾਈ ਰੱਖਦਾ ਨੀ ਆਪ ਚਾਹੇ ਪੜਿਆ ਕਲਾਸਾਂ ਘੱਟ ਗੋਰੀਏ ਨੀ ਗੱਭਰੂ ਕਲਾਸ ਪਰ ਹਾਈ ਰੱਖਦਾ ਨੀ ਆਪ ਚਾਹੇ ਪੜਿਆ ਕਲਾਸਾਂ ਘੱਟ ਗੋਰੀਏ ਨੀ ਗੱਭਰੂ ਕਲਾਸ ਪਰ ਹਾਈ ਰੱਖਦਾ ਹੋ ਗੀਤਾਂ ਵਾਂਗ ਨੇਚਰਿਆ ਸੇਮ ਸੇਮ ਨੀ ਯਾਰ ਸੇਮ ਬੈਰੀ ਹੁੰਦੇ ਚੇਂਜ ਰਹਿਣ ਨੀ ਬੋਡੀ ਉੱਤੇ ਭਾਵੇਂ ਠੱਕਦੇ ਨਿਸ਼ਾਨ ਨੇ ਟੌਰ ਉੱਤੇ ਦੇ ਮਾਨਾ ਝਰੀਟ ਪੈਣੀ ਪਿਓ ਨੂੰ ਨਹੀਂ ਕਹਿੰਦੇ ਪਾਰਲੇ ਵਾਲੇ ਤਾਂ ਸਾਡੇ ਕੀ ਲੱਗਦੇ ਆ ਓਏ ਪੈਸਾ ਦੇਣਾ ਗੱਜ ਪੜਵਾਉਣਾ ਚਾਹੇ ਉਧਾਰ ਹੀ ਸਹੀ ਤੁਲਸੀਦਾਸ ਜੀ ਸਰ ਆਰਾਮ ਨਾਲ ਆਈ ਜਲੇਬੀਆਂ ਠੰਡੀਆਂ ਨਾ ਹੋ ਜਾਣ ਸਰ ਜਦ ਤੱਕ ਜਲੇਬੀਆਂ ਆਉਂਦੀਆਂ ਤੁਹਾਨੂੰ ਜੇਲ੍ਹ ਯਾਤਰਾ ਨਾ ਕਰਾਈ ਅਬ ਮੇਰਾ ਮਤਲਬ ਜੇਲ੍ਹ ਦਾ ਮੁਆਇਨਾ ਲਓ ਜੀ ਫਿਰ ਕਰੋ ਦਰਸ਼ਨ ਜੇਲ੍ਹ ਬਸੀ ਪਠਾਣਾ ਦੇ ਇਹ ਹੈ ਉਹ ਇਤਿਹਾਸਕ ਥੜਾ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਸਰਦਾਰ ਉਦਮ ਸਿੰਘ ਅਕਸਰ ਬੈਠਿਆ ਕਰਦੇ ਸੀ ਸਰ ਮੈਂ ਹਿਸਟਰੀ 'ਚ ਐਮਏ ਕੀਤੀ ਹੈ ਤੇ ਜਿੰਨਾ ਕੁ ਵੀ ਮੈਂ ਪੜ੍ਹਿਆ ਇਹ ਦੋਨੋਂ ਸ਼ਹੀਦ ਇਸ ਜੇਲ੍ਹ ਦੇ ਵਿੱਚ ਕਦੇ ਵੀ ਨਹੀਂ ਆਏ ਬੀਬਾ ਜੀ ਹੋ ਸਕਦਾ ਤੁਹਾਡੇ ਕੋਲੋਂ ਇੱਕ ਅੱਧਾ ਪੰਨਾ ਪੜਨ ਤੋਂ ਰਹਿ ਗਿਆ ਹੋਵੇ ਅੰਦਰਲੀ ਗੱਲ ਤੁਹਾਨੂੰ ਮੈਂ ਦੱਸਦਾ ਇਹ ਜਿਹੜੇ ਅੰਗਰੇਜ਼ ਹੁੰਦੇ ਸੀ ਨਾ ਗੋਰੇ ਇਹ ਬੜੀ ਸ਼ੈਤਾਨ ਦੀ ਟੂਟੀ ਹੁੰਦੇ ਸੀ ਉਹਨਾਂ ਨੂੰ ਇੱਕ ਗੱਲ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਜੇ ਇਹਨਾਂ ਦੇ ਸਾਥੀਆਂ ਨੂੰ ਪਤਾ ਲੱਗ ਗਿਆ ਕਿ ਦੋਵੇਂ ਇਨਕਲਾਬੀ ਇਸ ਜੇਲ੍ਹ 'ਚ ਨੇ ਉਹ ਕਿਸੇ ਵੇਲੇ ਵੀ ਇਹਨਾਂ ਨੂੰ ਛੁਡਾ ਕੇ ਲਿਆ ਸਕਦੇ ਆ ਇਸ ਕਰਕੇ ਉਹ ਦੱਸਦੇ ਕਿਤੇ ਹੋਰ ਹੁੰਦੇ ਸੀ ਤੇ ਇਹਨਾਂ ਨੂੰ ਰੱਖਦੇ ਕਿਤੇ ਹੋਰ ਹੁੰਦੇ ਸੀ ਸਰ ਤੁਸੀਂ ਹਿਸਟਰੀ ਦੀ ਸਟੂਡੈਂਟ ਨੂੰ ਨਾ ਝੂਠਾ ਸਿੱਧ ਕਰ ਰਹੇ ਹੋ ਅੱਛਾ ਜੀ ਇਹਦਾ ਮਤਲਬ ਸਰਕਾਰ ਮੇਰੇ ਨਾਲ ਹੁਣ ਤੱਕ ਝੂਠ ਹੀ ਬੋਲਦੀ ਰਹੀ ਮੈਂ ਤਾਂ ਸਪੈਸ਼ਲ ਕਹਿ ਕੇ ਆਪਣੀ ਟ੍ਰਾਂਸਫਰ ਇਸ ਜੇਲ੍ਹ 'ਚ ਕਰਾਈ ਆ ਕਿ ਮੇਰੀ ਤਨਖਾਹ ਭਾਵੇਂ 5000 ਘੱਟ ਕਰ ਦਿਓ ਪਰ ਜੇਲਰ ਜਲੌਰ ਸਿੰਘ ਜੌਲ ਸੇਵਾ ਕਰੂਗਾ ਤਾਂ ਸ਼ਹੀਦਾਂ ਦੀ ਜੇਲ੍ਹ 'ਚ ਹੀ ਕਰੂਗਾ ਜੌਹਲ ਸਾਹਿਬ ਤੁਹਾਡੇ ਵਿਚਾਰ ਨਾ ਬੜੇ ਹੀ ਚੰਗੇ ਨੇ ਪਰ ਮੈਨੂੰ ਨਾ ਤੁਹਾਡੇ ਆਈਕਿਊ ਤੇ ਤਰਸ ਆ ਰਿਹਾ ਤਰਸ ਤਾਂ ਮੈਨੂੰ ਇਹਨਾਂ ਕੈਦੀਆਂ ਤੇ ਆ ਰਿਹਾ ਜਿਨ੍ਹਾਂ ਕੋਲੋਂ ਮੈਂ ਪਿਛਲੇ 19 ਸਾਲਾਂ ਤੋਂ ਇਸ ਨੌਨ ਇਤਿਹਾਸਕ ਥੜੇ ਤੇ ਮੱਥੇ ਟਿਕਾਈ ਗਿਆ ਹੁਣ ਤੁਸੀਂ ਜਰਨੈਲ ਤੇ ਤਸੀਮ ਨਾਲ ਮਿਲਵਾਓਗੇ ਸਾਨੂੰ ਹਾਂ ਮਿਲਾਵਾਂਗੇ ਕਿਉਂ ਨਹੀਂ ਮਿਲਾਵਾਂਗੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਜਲੇਬੀਆਂ ਮੰਗਵਾਈਆਂ ਪਹਿਲਾਂ ਉਹ ਤਾਂ ਛਕਾ ਦਈਏ ਹੋਰ ਨਾ ਕਿਤੇ ਪਈਆਂ ਸਿੱਧੀਆਂ ਹੋ ਜਾਣ ਚਲੋ ਆਓ ਜਾਂਦੀ ਹੈ ਸਾਡੀ ਗੱਡੀ ਉਹੀ ਚੋਰ ਨੇ ਉਹਨਾਂ ਨੇ ਮੈਨੂੰ ਨਾਮ ਗੱਡੀ ਫਟਾਫਟ ਕਰੋ ਰੁਕ ਜਾਓ ਠਹਿਰ ਜਾ ਮਾਮਾ ਉਹ ਜੀਪ ਵਾਲੇ ਬੰਦੇ ਜਰਨੈਲ ਮੈਨੂੰ ਤਾਂ ਐ ਸੀ ਕਿਤੇ ਬਲਜੀਤ ਹੀ ਹੋਊਗਾ ਪਰ ਲੱਗਦਾ ਲੋਕਾਂ ਨੂੰ ਘਰ ਵਾਲੀ ਤੋਂ ਜ਼ਿਆਦਾ ਜੀਪਾਂ ਪਿਆ ਓ ਪਲੀਜ਼ ਉਹ ਭਰਾਵਾ ਜੇ ਫੜੇ ਗਏ ਨਾ ਤਾਂ ਕੁੜੀ ਭਜਾਉਣਾ ਤੂੰ ਆਪਣੇ ਸਿਰ ਲੈ ਲਈ ਜੀਪ ਚੋਰੀ ਮੈਂ ਆਪਣੇ ਸਿਰ ਲੈ ਲੂੰਗਾ ਨਹੀਂ ਤਾਂ ਬੁੱਗੂ ਕਹੂਗਾ ਮੇਰੀ ਮਾਂ ਕੀ ਗਈ ਮੇਰਾ ਪਿਓ ਲੋਕਾਂ ਦੀਆਂ ਧੀਆਂ ਪੈਣਾ ਕੱਢਣ ਲੱਗ ਗਿਆ ਉਹ ਤੂੰ ਚੁੱਪ ਕਰਕੇ ਬਹਿ ਜਾ ਕੁਝ ਨਹੀਂ ਹੁੰਦਾ ਤਾਂ ਚੱਲ ਉਹ ਯਾਰ ਮੱਠੀ ਚ ਲੂਣ ਹੈ ਨਹੀਂ ਚਾਹ ਚ ਮਿੱਠਾ ਹੈ ਨਹੀਂ ਇਹਨੂੰ ਕਹਿ ਮਿੱਠਾ ਹੋਰ ਪਾਵੇ ਥੋੜਾ ਜਿਹਾ ਟਾਈਮ ਘੱਟ ਹੈ ਸਰ ਪਹਿਲਾਂ ਜੀਜੇ ਨੂੰ ਲੱਭ ਲਈਏ ਜਦ ਤੱਕ ਜੀਜਾ ਨਹੀਂ ਲੱਭਦਾ ਫਿੱਕੀ ਚਾਹ ਪੀਣਾ ਨਹੀਂ ਜੀ ਹੈ ਜੀਜਾ ਬਸ ਇੱਕ ਜਲੇਬੀ ਮੈਂ ਮਿੱਠਾ ਜ਼ਿਆਦਾ ਨਹੀਂ ਖਾਂਦੀ ਕੀ ਜ਼ਿਆਦਾ ਖਾਂਦੇ ਹੋ ਆਪਾਂ ਉਹ ਮੰਗਾ ਲੈਂਦੇ ਐਕਚੁਅਲੀ ਅਸੀਂ ਡਾਈਟਿੰਗ ਤੇ ਆ ਇਸ ਕਰਕੇ ਨਹੀਂ ਖਾਂਦੇ ਡਾਈਟਿੰਗ ਤੇ ਆ ਤੁਹਾਡੀ ਉਮਰ ਆ ਡਾਈਟਿੰਗ ਦੀ ਓਏ ਮਿੱਠਾ ਖਾਓ ਤਕੜੀਆਂ ਹੋਵੋ ਕੱਲ ਨੂੰ ਤੁਸੀਂ ਵਿਆਹ ਕਰਾਉਣੇ ਆ ਜਵਾਕ ਜੰਮਣੇ ਆ ਫॉर योर ਕਾਈਂਡ ਇਨਫੋਰਮੇਸ਼ਨ ਮਿੱਠਾ ਖਾ ਕੇ ਨਹੀਂ ਜਵਾਕ ਜੰਮੇ ਜਾਂਦੇ ਉਹ ਤਾਂ ਮੈਨੂੰ ਪਤਾ ਖੱਟਾ ਖਾ ਕੇ ਜੰਮੇ ਜਾਂਦੇ ਆ ਜੌਲ ਸਾਹਿਬ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ ਪਲੀਜ਼ ਜਰਨੈਲ ਤੇ ਤਸੀਮ ਨੂੰ ਬੁਲਾ ਦਿਓ ਓ ਸ਼ੋਰ ਵਾਈ ਨਾਟ
एक्सक्यूज मी हेलो जे स्पीकिंग। जय हिंद सर। सर मैं भुखा प्यासा रह के तरसेम ਨੂੰ ਲੱਭ ਲਿਆ। ਜਰਨੈਲ ਵੀ ਨਾਲ ਹੀ ਹੈ ਸਰ। ਮੈਨੂੰ ਕੀ ਦੱਸਦਾ, ਕਦੇ ਦਾਈਆਂ ਤੋਂ ਵੀ ਪੇਟ ਛੁਪਿਆ? ਔਰ ਮੈਨੂੰ ਤੇ ਘੰਟਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਦੋਏ ਮੱਛੀਆਂ ਜੇਲ੍ਹ 'ਚ ਆ ਰਹੀਆਂ। ਸਰ ਤੁਹਾਨੂੰ ਪਤਾ ਲੱਗਿਆ ਸੀਗਾ ਤਾਂ ਮੈਨੂੰ ਵੀ ਦੱਸ ਦਿੰਦੇ, ਮੈਂ ਐਵੇਂ ਭੁੱਖਾ ਮਰਿਆ ਇੱਥੇ। ਓ ਬਹਾਦਰ ਸਿੰਘ, ਗਿਲੇ ਸ਼ਿਕਵੇ ਕਦੇ ਫੇਰ ਕਰ ਲਾਂਗੇ ਯਾਰ, ਸਮਝਿਓ ਕਰ। ਹਾਂ ਠੀਕ ਹੈ ਸਰ। ਤੂੰ ਬਸ ਜਲਦੀ ਦੋਏ ਮੱਛੀਆਂ ਸਹੀ ਸਲਾਮਤ ਲੈ ਕੇ ਇੱਥੇ ਪਹੁੰਚ। ਸਰ ਅਸੀਂ ਕੋਈ ਮੱਛੀ ਮੁੱਛੀ ਨਹੀਂ ਖਾਣੀ, ਤੁਸੀਂ ਫਟਾਫਟ ਉਹਨਾਂ ਦੋਨਾਂ ਨੂੰ ਬੁਲਾਓ। ਇੱਕ ਮਿੰਟ ਛੋਟੇ ਭੀਮ ਦਾ ਕੀ ਕਰਨਾ ਹੈ ਸਰ? ਓ ਯਾਰ ਆਪਾਂ ਕੀ ਕਰਨਾ, ਆਪਾਂ ਨੂੰ ਕੁਝ ਕਹਿੰਦਾ ਨਾਲ ਲੈ ਆ, ਆਪੇ ਬੋਰੀ ਨਾਲ ਸੇਬਾ ਲਟਕਦਾ ਰਹੂ। ਸਰ ਇਹ ਤਾਂ ਦੱਸ ਦੋ ਹੀ ਮਗਰ ਮਾਮੇ ਨੇ। ਮਾਮੇ ਕਿਹਨੂੰ ਕਿਹਾ ਹੋਇਆ? ਤੁਹਾਨੂੰ ਨਹੀਂ ਸਰ, ਮੈਂ ਤਾਂ ਉਹ ਪੁਲਿਸ ਵਾਲਿਆਂ ਨੂੰ ਕਿਹਾ ਜੀ। ਮੈਂ ਸਾਲਿਆਂ ਡਾਕੀਆਂ। ਨਹੀਂ ਸਰ, ਇਹ ਤਾਂ ਛੋਟੇ ਹੁੰਦੇ ਤਾਂ ਮਾਮੇ ਹੀ ਕਹਿੰਦੇ ਆਇਆ ਜੀ। ਤੂੰ ਵੀ ਛੋਟਾ ਸੀ। ਤੁਸੀਂ ਇਹਨੂੰ ਛੱਡੋ ਜੀ, ਜੀਜੇ ਨੂੰ ਫੜੋ। ਆਜੋ ਆਜੋ ਫੜ ਲਓ। देख बच्चे जा रहे। रोक पुलिस की जीप को। रोक और रुको। वापस लड़ पे। ਸਾਨੂੰ ਕਿਉਂ ਰੋਕ ਲਿਆ? ਉਹ ਬਾਹਰ ਨਿਕਲੋ। ਬਾਹਰ ਨਿਕਲ। ਉਹ ਮੈਨੂੰ ਤਾਂ ਛੱਡ ਦੇ ਪਤੰਦਰ। ਛੱਡਦਾ ਜੀ। ਉਹ ਪਰਾਂ ਹਟੋ ਜੀ, ਅਸੀਂ ਚੋਰੀ ਦੀ ਜੀਪ ਫੜਨੀ ਹੈ। ਤੁਸੀਂ ਕਿਉਂ ਫੜਨੀ ਹੈ ਬ੍ਰਦਰ? ਓਏ ਅਸੀਂ ਪੁਲਿਸ ਵਾਲੇ ਆ। ਅੱਜ ਕੱਲ ਬਹੁਤ ਨਕਲੀ ਪੁਲਿਸ ਵਾਲੇ ਬਣੀ ਫਿਰਦੇ ਆ। ਹਾਂ ਆਈ ਕਾਰਡ ਚੈੱਕ कराओ। आई कार्ड। ਆਈ ਕਾਰਡ ਤਾਂ ਠੀਕ ਹੈ, ਥੈਂਕ ਯੂ। ਹੁਣ ਤੁਸੀਂ ਆਪਣਾ ਆਈ ਕਾਰਡ ਦਿਖਾ ਸਕਦੇ ਹੋ? ਪਰ ਅਖਬਾਰ ਵੇਚਣ ਵਾਲੇ ਕੋਲ ਤਾਂ ਹੁੰਦਾ ਨਹੀਂ ਨਾ ਇਹ ਕਾਰਡ। ਯਾਰ ਮੇਰੇ ਬਾਰੇ ਗੱਲ ਹੋ ਰਹੀ ਹੈ। ਆਈ ਕਾਰਡ ਕੇ ਹੈ ਨਾ? ਹਾਂ ਲੋ ਹੁਣੇ ਦਿਖਾ ਦਿੰਦੇ। ਦਿਖਾਓ। ਆਈ ਕਾਰਡ। ਮੈਨੂੰ ਲੱਗਦਾ ਹੈ ਗਲਤੀ ਨਾਲ ਬੱਚੇ ਅੱਜ ਸਕੂਲ ਲੈ ਗਏ। ਉਹ ਠੀਕ ਹੈ ਹੁਣ ਸਾਡਾ ਟਾਈਮ ਵੇਸਟ ਨਾ ਕਰੋ ਤੇ ਸਾਨੂੰ ਜਾਣ ਦਿਓ। ਐਵੇਂ ਕਿਵੇਂ ਜਾਣ ਦਈਏ? ਕੀ ਪਤਾ ਅਸੀਂ ਨਕਲੀ ਪੁਲਿਸ ਵਾਲੇ ਹੋਈਏ। ਉਹ ਅਸੀਂ ਮੰਨ ਲਿਆ ਕਿ ਤੁਸੀਂ ਅਸਲੀ ਪੁਲਿਸ ਹੋ, ਸਾਨੂੰ ਹੁਣ ਜਾਣ ਦਿਓ। ਇੱਕ ਪੁਲਿਸ ਵਾਲੇ ਨੂੰ ਦੂਜੇ ਪੁਲਿਸ ਵਾਲੇ ਦੀ ਗੱਲ ਸਮਝਣੀ ਚਾਹੀਦੀ ਹੈ। ਦੇਖੋ ਜੀ, ਰਿਸ਼ਤਾ ਆਪਣੀ ਥਾਂ ਤੇ ਹੈ, ਲੇਖਾ ਮਾਵਾਂ ਧੀਆਂ ਦਾ। ਆਈ ਕਾਰਡ ਤਾਂ ਚੈੱਕ ਕਰਨਾ ਬਣਦਾ ਹੈ। ਇਹ ਬਲਾਈਂਡ ਫੇਥ ਤਾਂ ਮਰਵਾਉਂਦਾ ਬੰਦੇ ਨੂੰ। ਹਾਂਜੀ ਆਈ ਕਾਰਡ ਤਾਂ ਅੱਜ ਮੈਂ ਚੈੱਕ ਕਰਵਾ ਕੇ ਹੀ ਭੇਜੂ ਤੁਹਾਨੂੰ, ਭਾਵੇਂ ਛੋਟੇ ਭੀਮ ਨੂੰ ਘਰ ਨਾ ਭੇਜਣਾ ਪਏ। ਜਨਾਬ ਉਹਦਾ ਬਹੁਤ ਸਖਤ ਨੇ। ਰੋਜ਼ ਜਿੰਨੀ ਦੇਰ ਆਪਣੀ ਘਰ ਵਾਲੀ ਦਾ ਮੈਰਿਜ ਸਰਟੀਫਿਕੇਟ ਚੈੱਕ ਨਾ ਕਰ ਲੈਣ ਨਾ, ਉਹਨੂੰ ਬੈਡਰੂਮ 'ਚ ਨਹੀਂ ਵੜਨ ਦਿੰਦੇ। ਜੋਹਲ ਸਾਹਿਬ, ਅਸੀਂ ਆਪਣੇ ਆਫਿਸ ਰਿਪੋਰਟ ਕਰਨੀ ਹੈ, ਪਲੀਜ਼ ਉਹਨਾਂ ਦੋਵਾਂ ਨੂੰ ਬੁਲਾ ਦਿਓ। ਨਵਦੀਪ ਜੀ, ਮੈਂ ਤੁਹਾਡੇ ਕੋਲੋਂ ਇੱਕ ਸਲਾਹ ਲੈਣੀ ਚਾਹੁੰਦਾ। ਮੇਰਾ ਇੱਕ ਦੂਰ ਦਾ ਕਜ਼ਨ, ਉਹਦਾ ਇੱਕ ਜਵਾਕ ਆ, ਪਤਾ ਨਹੀਂ ਮੁੰਡਾ ਪਤਾ ਨਹੀਂ ਕੁੜੀ ਆ, +2 ਕਰ ਲਈ, ਸ਼ਾਇਦ ਐਤਕੀ ਕਰ ਲਵੇ। 3 ਸਾਲਾਂ ਨੂੰ ਉਹਨੇ BA ਵੀ ਕਰ ਲੈਣੀ ਆ। ਮੈਂ ਸੋਚਦਾ ਵੀ ਜੇ ਉਹਨੂੰ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਕਰਵਾਈ ਜਾਵੇ ਤੇ ਕਿ ਤੁਹਾਡੇ ਵਾਂਗੂ ਰਿਪੋਰਟਰ ਬਣਾ ਦਈਏ, ਕਿਵੇਂ ਰਹੂਗਾ? ਉਹ ਮੁੰਡਾ ਜਾਂ ਕੁੜੀ ਪਤਾ ਨਹੀਂ ਕਦੋਂ BA ਕਰੂ, ਪਤਾ ਨਹੀਂ ਕਦੋਂ ਜਰਨਲਿਜ਼ਮ ਕਰੂ, ਪਤਾ ਨਹੀਂ ਕਦੋਂ ਰਿਪੋਰਟਰ ਬਣੂ। ਆ ਤੁਹਾਡੇ ਸਾਹਮਣੇ 2 ਬਣਾਈਆਂ ਰਿਪੋਰਟਰਾਂ ਬੈਠੀਆਂ, ਤੁਸੀਂ ਉਹਨਾਂ ਦੇ ਪੱਲੇ ਤੇ ਕੁਝ ਪਾ ਨਹੀਂ ਰਹੇ। ਜੋਹਲ ਸਾਹਿਬ, ਜੇ ਤੁਸੀਂ 5 ਮਿੰਟ ਵਿੱਚ ਉਹਨਾਂ ਨੂੰ ਨਹੀਂ ਬੁਲਾਇਆ ਨਾ ਤੇ ਮੈਂ ਚਾਚਾ ਜੀ ਨੂੰ ਫੋਨ ਕਰ ਦੂੰਗੀ। ਅੱਛਾ ਜੀ, ਜੇ ਇੰਨੇ ਪਿਆਰ ਨਾਲ ਤੁਸੀਂ ਪਹਿਲਾਂ ਸਮਝਾਇਆ ਹੁੰਦਾ, ਮੈਂ ਕਦੋਂ ਦਾ ਮਿਲਣ ਦਾ ਪ੍ਰਬੰਧ ਕਰ ਦੇਣਾ ਸੀ। ਕਮਾਲ ਆ। ਮੈਂ ਹੁਣੇ ਹੀ ਮਿਲਾਉਣਾ ਉਹਨਾਂ ਨੂੰ, ਹੁਣੇ। ਸੌਰੀ, ਡੰਡਾ ਚੱਕਣਾ ਸੀ। ਰਣਜੀਤ ਸਿੰਘ ਜੀ, ਜੇ ਇਹ ਸੱਚੀ ਵਰਦੀ ਲੈ ਗਈ ਆਪਾਂ ਕਰਾਂਗੇ ਕੀ? ਕਰਨਾ ਕੀ ਆ, ਮੇਰੇ ਕੋਲ ਤਾਂ ਪੈਲੀ ਹੈਗੀ, ਤੂੰ ਆਪ ਦਾ ਸੋਚ। ਮੈਂ ਤੁਹਾਡਾ ਸਿਰੀ ਲੱਗ ਜੂ। ਸਾਹਿਬ ਆ ਗਏ। ਯਾਰ ਕੁੜੀਆਂ ਤਾਂ ਹੁਣ ਧਮਕੀਆਂ ਤੇ ਉਤਰ ਆਈਆਂ, ਸਮਝ ਨਹੀਂ ਆਉਂਦੀ ਕੀ ਕਰੀਏ। ਸਰ ਜੀ, ਉਹਨਾਂ ਨੂੰ ਗੱਲਾਂ ਚ ਲਾ ਕੇ ਟਾਈਮ ਟਪਾਓ, ਜਦ ਤੱਕ ਕੈਦੀ ਵੀ ਆ ਜਾਣਗੇ। ਉਹ ਤੁਲਸੀਦਾਸ, ਹੁਣ ਕਿੰਨੀਆਂ ਇੱਕ ਗੱਲਾਂ ਮਾਰਾਂ, ਜਿੰਨੀਆਂ ਇੱਕ PPS ਆਫੀਸਰ ਦੇ ਜਬੜੀਆਂ ਮਾਰਨ ਦੀ ਲਿਮਟ ਹੁੰਦੀ ਆ ਤਾਂ ਕਿਤੇ ਵੱਧ ਮਾਰ ਚੁੱਕੇ। ਜਨਾਬ ਮੇਰੀ ਮੰਨੋ, ਤੁਸੀਂ ਕੁੜੀਆਂ ਨੂੰ ਸੱਚ ਬੋਲ ਕੇ ਕੌਨਫੀਡੈਂਸ ਚ ਲੈ ਲਓ। ਮੇਰਾ ਤਾਂ ਸਾਲਾ ਆਪਣਾ ਕੌਨਫੀਡੈਂਸ ਹਿੱਲਿਆ ਪਿਆ, ਉਹਨਾਂ ਨੂੰ ਸਵਾਲ ਆਵਾਂ। ਸਮਝ ਨਹੀਂ ਆਉਂਦੀ ਹੁਣ ਖੜੇ ਪੈਰ ਕਿੱਥੋਂ ਲਿਆਵਾਂ ਜਰਨੈਲ ਤੇ ਦੱਸੇ। ਸਾਲੀ ਮੁਸੀਬਤ ਤੇ ਮੁਸੀਬਤ, ਪਤਾ ਨਹੀਂ ਕਦੋਂ ਬੌਣਗੇ। ਤੁਲਸੀਦਾਸ ਜੀ ਜਨਾਬ। ਪਿਛਲੇ ਮਹੀਨੇ ਕਤਲ ਕੇਸ ਵਿੱਚ ਜਿਹੜੇ 5 ਕੈਦੀ ਉਮਰ ਕੈਦ ਦੀ ਸਜ਼ਾ ਕੱਟਣ ਆਏ ਨੇ, ਭਲਾ ਉਹਨਾਂ ਚੋਂ 2 ਦਾ ਨਾਂ ਜਰਨੈਲ ਤੇ ਤਰਸੇਮ ਨਹੀਂ? ਨਾ ਤਾਂ ਇਹੀ ਆ। ਬਸ
ਕੁੜੀਆਂ ਨੇ ਇਹੀ ਕਿਹਾ ਨਾ ਕਿ ਸਾਨੂੰ ਜਰਨੈਲ ਤੇ ਤਰਸੇਮ ਮਿਲਾਓ। ਇਹ ਤਾਂ ਨਹੀਂ ਨਾ ਕਿਹਾ ਕਿ ਰਿਹਾ ਹੋਣ ਵਾਲੇ ਜਰਨੈਲ ਤੇ ਤਰਸੇਮ ਮਿਲਾਓ। ਅੱਛਾ, ਤੁਸੀਂ ਉਹ ਜਰਨੈਲ ਤੇ ਤੁਸੀਂ ਉਹ ਤਰਸੇਮ। ਤੁਸੀਂ ਦੱਸੋ ਕਿ ਵਿਸਾਖੀ ਦੇ ਮੌਕੇ ਤੇ ਤੁਹਾਨੂੰ ਦੋਹਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ। ਕਿੱਦਾਂ ਦਾ ਲੱਗ ਰਿਹਾ ਤੁਹਾਨੂੰ? ਓ ਬੀਬੀ, ਆ ਕੋਈ ਨਵੀਂ 3rd ਡਿਗਰੀ ਹੈ? ਨਹੀਂ ਨਹੀਂ, ਸੱਚੀ ਰਿਹਾ ਕੀਤਾ ਜਾ ਰਿਹਾ ਤੁਹਾਨੂੰ। ਸਰਕਾਰ ਨੇ ਤੁਹਾਡੇ ਵਰਤਾਓ ਤੋਂ ਖੁਸ਼ ਹੋ ਕੇ ਨਾ ਥੋੜੀ ਸਜ਼ਾ ਹੀ ਮਾਫ ਕਰ ਦਿੱਤੀ ਹੈ। ਕਿੱਦਾਂ ਦਾ ਫੀਲ ਕਰ ਰਹੇ ਹੋ? ਫੀਲ ਸਰਕਾਰ ਦਾ ਦਿਮਾਗ ਹਿੱਲ ਗਿਆ। ਆ ਫੀਲ ਕਰ ਰਹੇ ਸੀ। 14 ਸਾਲ ਲਈ ਇੱਥੇ ਆਏ ਆ, 14 ਸਾਲ ਲਈ। ਤੁਹਾਨੂੰ ਗਲਤਫਹਿਮੀ ਹੋਈ ਹੈ। ਤੁਸੀਂ 14 ਸਾਲ ਲਈ ਅੰਦਰ ਨਹੀਂ ਆਏ। ਇੱਥੋਂ ਦੇ ਐਮਐਲਏ ਇਹਨਾਂ ਦੇ ਚਾਚਾ ਜੀ ਨੇ ਤੇ ਉਹਨਾਂ ਨੇ ਨਾ ਤੁਹਾਡੀ ਬਾਕੀ ਦੀ ਸਜ਼ਾ ਮਾਫ ਕਰਤੀ। ਕਿੰਨੀ ਤਰੀਕ ਹੈ ਅੱਜ? 13 ਅਪ੍ਰੈਲ। 13 ਅਪ੍ਰੈਲ। ਤੇ ਮੂਰਖ ਤੂੰ ਸਾਨੂੰ 1 ਅਪ੍ਰੈਲ ਵਾਂਗ ਬਣਾ ਰਹੀ ਹੈ? ਹਾਂ ਓ ਬੀਬੀ, ਜਿਸ ਜੇਲ੍ਹ ਦੇ ਵਿੱਚ ਕੈਦੀਆਂ ਦੀ ਫੀਲਿੰਗ ਦੇ ਨਾਲ ਇਹੋ ਜਿਹਾ ਮਖੌਲ ਕਰਦੇ ਆ ਨਾ, ਤੁਸੀਂ ਦੱਸੋ ਉੱਥੇ ਅਸੀਂ 14 ਸਾਲ ਕਿਵੇਂ ਕੱਟ ਸਕਦੇ ਆ? ਉਹ ਵੜ ਗਈ ਤੁਹਾਡੀ ਸਜ਼ਾ ਮਾਫੀ ਭਾਂਡੇ ਦੇ ਵਿੱਚ। ਤੁਸੀਂ ਸਾਨੂੰ ਫਾਂਸੀ ਕਰਾ ਦਿਓ। ਉਹ ਅਸੀਂ ਨਹੀਂ ਕੱਢਣੇ ਇੱਥੇ ਕੋਈ 14 ਸਾਲ। ਕਿਹੜੇ 14 ਸਾਲ? ਉਹ ਤੁਸੀਂ ਦੱਸੋ ਕਿਹੜੇ ਕਾਨੂੰਨ 'ਚ ਲਿਖਿਆ ਹੈ ਕਿ 2 ਕਿਲੋ ਫੀਮ ਤੇ 1 ਥੱਪੜ ਦੀ ਸਜ਼ਾ 14 ਸਾਲ? ਬੜੇ ਜਾਹਿਲ ਲੋਕ ਨੇ। ਮੂੰਹ ਤੇ ਪੰਜੇ ਦਾ ਨਿਸ਼ਾਨ ਹੀ ਛੱਡਤਾ ਤੇ ਸਰਕਾਰ ਇਹਨਾਂ ਨੂੰ ਚੰਗੇ ਵਿਹਾਰ ਲਈ ਰਿਹਾ ਕਰ ਰਹੀ ਹੈ। ਆਲਨ ਦੇ ਚਾਚਾ ਜੀ ਨੂੰ ਮੈਂ ਦੱਸਦੀ ਹਾਂ ਉਹਨਾਂ ਨੂੰ। ਓਏ, ਤੂੰ ਕੁੜੀ ਦੇ ਥੱਪੜ ਕਿਉਂ ਮਾਰਿਆ? ਅਸੀਂ ਇੰਨੀ ਮੁਸ਼ਕਲ ਨਾਲ ਕਤਲ ਕੀਤਾ ਤੇ ਉਹ ਸਾਨੂੰ ਥੱਪੜ ਮਾਰ ਬਣਾਈ ਜਾਂਦੀ। ਓਏ, ਐਮਐਲਏ ਦੀ ਭਤੀਜੀ ਹੈ, ਹੋ ਸਕਦਾ ਉਹਦੀ ਗੱਲ 'ਚ ਕੋਈ ਸੱਚਾਈ ਹੋਵੇ। ਸੱਚਾਈ ਹੋਵੇ? ਆ ਗਿਆ ਉਹਦੀਆਂ ਗੱਲਾਂ 'ਚ। ਮੈਨੂੰ ਇਹ ਦੱਸ, ਕਿਹੜੇ ਮੁਲਕ 'ਚ ਸਰਕਾਰ ਕਤਲ ਦੀ ਸਜ਼ਾ 1 ਮਹੀਨੇ 'ਚ ਮਾਫ ਕਰ ਦਿੰਦੀ ਹੈ? ਓਏ, ਇਹਨਾਂ ਲੀਡਰਾਂ ਨੂੰ ਸਾਡੇ ਵਰਗੇ ਖੁੰਖਾਰ ਬੰਦਿਆਂ ਦੀ ਲੋੜ ਹੁੰਦੀ ਹੈ, ਜਿਹੜੇ ਕੁਝ ਵੀ ਕਰ ਸਕਣ। ਓਏ, ਹੋ ਸਕਦਾ ਉਸ ਐਮਐਲਏ ਨੇ ਕੋਈ ਗਾਟੀ ਪਾ ਕੇ ਸਾਡੀ ਸਜ਼ਾ ਮਾਫ ਕਰਾਈ ਹੋਵੇ। ਗੱਲ ਤੇਰੀ 'ਚ ਦਮ ਹੈਗਾ ਦਮ। ਗੱਲ ਸੁਣ, ਇੱਥੇ ਜੇਲ੍ਹ 'ਚ ਸੜਨ ਨਾਲੋਂ ਚੰਗਾ ਇਹ ਹੈ ਕਿ ਆਪਾਂ ਐਮਐਲਏ ਦੇ ਟੱਟੂ ਬਣ ਕੇ ਰਹੀ ਜਾਵਾਂਗੇ। ਓਏ, ਉਹ ਤਾਂ ਠੀਕ ਹੈ, ਪਰ ਆ ਜਿਹੜਾ ਤੂੰ ਕੁੜੀ ਦੇ ਥੱਪੜ ਮਾਰਦਾ, ਜੇ ਉਹਨੇ ਆਪਣੇ ਚਾਚੇ ਨੂੰ ਕਹਿ ਕੇ ਕਿਤੇ ਸਾਡੀ ਮਾਫੀ ਕੈਂਸਲ ਕਰਾਤੀ ਫੇਰ? ਯਾਰ, ਉਹਨਾਂ ਨੁਕਸਾਨ ਕਤਲ ਨਾਲ ਨਹੀਂ ਹੋਇਆ ਜਿੰਨਾ ਥੱਪੜ ਨਾਲ ਹੋ ਜਾਣਾ। ਥੱਪੜ ਮਾਰਿਆ? ਹਾਂਜੀ। ਇਹ ਕਿਵੇਂ ਹੋ ਸਕਦਾ? ਇਹ ਦੋਨੋਂ ਤਾਂ ਇੰਨੇ ਬੀਬੇ ਬੱਚੇ ਨੇ ਕਿ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਸੀਨੀਅਰ ਕੈਦੀਆਂ ਦੇ ਪੈਰੀ ਹੱਥ ਲਾਉਂਦੇ ਨੇ। ਗੁਰੂ ਕੋਲ ਵਰਗਾ ਮਾਹੌਲ ਬਣਾਇਆ ਪਿਆ ਜੇਲ੍ਹ 'ਚ, ਥੱਪੜ ਕਿਵੇਂ ਮਾਰ ਸਕਦੇ ਆ? ਨਾ ਇਹ ਝੂਠ ਬੋਲਦੀ ਹੈ। ਆ ਵੇਖ ਲਓ ਮੂੰਹ ਤੇ ਪੰਜੇ ਦਾ ਨਿਸ਼ਾਨ ਛਪਿਆ। ਓ ਨੋ, ਨਵਦੀਪ ਜੀ, ਇਹ ਗੱਲ ਤੁਸੀਂ ਪਲੀਜ਼ ਆਪਣੇ ਚਾਚਾ ਜੀ ਨੂੰ ਨਾ ਦੱਸਿਓ। ਉਹ ਤਾਂ ਪਹਿਲੇ ਦੂਜੀ ਪਾਰਟੀ ਦੇ ਪੰਜਾ ਦੇਖ ਕੇ ਉਹਨਾਂ ਨੇ ਹੋਰ ਭੜਕ ਜਾਣਾ। ਵਾਟ? ਓ ਯੈਸ, ਮੈਂ ਲਾ ਲਿਆ ਸਾਹਿਬ, ਇਹ ਉਹਨਾਂ ਦਾ ਕੋਈ ਕਸੂਰ ਨਹੀਂ। ਇਹ ਸਾਰਾ ਕਸੂਰ ਸਲਮਾਨ ਖਾਨ ਦਾ। ਜਨਾਬ, ਉਹ ਕਿਵੇਂ? ਉਹਨੇ ਇੱਕ ਵਾਰੀ ਪੱਤਰਕਾਰਾਂ ਤੇ ਹੱਥ ਕੀ ਚੱਕ ਲਿਆ, ਸਾਰੇ ਸਾਲੇ ਉਹਦੀਆਂ ਰੀਸਾਂ ਕਰਨ ਲੱਗ ਗਏ। ਸਰ ਜੀ, ਜੇਲ੍ਹ ਮੰਤਰੀ ਸਾਹਿਬ ਆ ਗਏ। ਤੁਲਸੀਦਾਸ, ਮੈਨੂੰ ਅੱਗੇ ਘੱਟ ਟੈਨਸ਼ਨਾਂ ਨੇ, ਜਿਹੜਾ ਹੋਰ ਨਵਾਂ ਦੋਹਾ ਸੁਣਾਉਣ ਆ ਗਿਆ। ਟਾਈਮ ਤੋਂ ਪਹਿਲਾਂ ਹੀ ਆ ਗਏ। इधर आओ जी सर। दरवाजा थोड़ा छेती खोलिया करो, बड़े लोग आप दरवाजा खोलते भैड़े लगते हैं। लगते ਤਾਂ ਹੈ ਸਰ। ਵੈਸੇ ਚੰਗਾ ਹੋਇਆ ਕਿ ਅੱਜ ਤੁਸੀਂ ਬਿਨਾਂ ਲਾਲ ਬੱਤੀ ਵਾਲੀ ਗੱਡੀ ਤੇ ਆਏ। ਉਹ ਵੀ ਇਹੀ ਟ੍ਰੈਂਡ ਚੱਲ ਰਿਹਾ ਜੀ ਪੋਲੀਟੀਕਲ ਮਾਰਕੀਟ। ਮੈਨੂੰ ਤਾਂ ਘਰੇਲੂ ਮਾਰਕੀਟ ਦਾ ਪਤਾ। ਘਰ ਵਾਲੀ ਨੇ ਪੇਕੇ ਛੇਤੀ ਪਹੁੰਚਣਾ ਸੀਗਾ, ਲਾਲ ਬੱਤੀ ਵਾਲੀ ਗੱਡੀ ਉਹ ਲੱਗੀ, ਨਹੀਂ ਤਾਂ ਮੈਂ ਲੈ ਕੇ ਆਉਣੀ ਸੀ। ਓਹੋ ਹੋ, ਜੇ ਆਪੋਜੀਸ਼ਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ ਚੱਕ ਲੈਣਾ ਕਿ ਤੁਸੀਂ ਸਰਕਾਰੀ ਗੱਡੀਆਂ 'ਚ ਘਰੇਲੂ ਕੰਮ ਕਰ ਰਹੇ ਹੋ। ਭਾਬੀ ਜੀ ਨੂੰ ਕੁਝ ਸਮਝਾਇਆ ਕਰੋ ਸਰ। ਮੈਂ ਸਮਝਦਾ ਜੀਤਾ ਜੀ, ਤੁਹਾਡੀ ਭਾਬੀ ਨੂੰ ਸਮਝਾਉਣ ਨਾਲੋਂ ਆਪਾਂ ਆਪੋਜੀਸ਼ਨ ਨੂੰ ਸਮਝਾ ਲਾਂਗੇ, ਕਿਉਂਕਿ ਤੁਹਾਡੀ ਭਾਬੀ ਨਾਲੋਂ ਵੱਡੀ ਆਪੋਜੀਸ਼ਨ ਕੋਈ ਨਹੀਂ ਹੋ ਸਕਦੀ। ਚਲਿਏ ਸਰ। ਮੂਸਾ ਡਰੇ ਮੌਤ ਤੋਂ ਤੇ ਮੌਤ ਮੂਹਰੇ ਖੜੀ। ਤੁਲਸੀਦਾਸ ਜੀ ਜਨਾਬ। 5-7 ਕੈਦੀਆਂ ਨੂੰ ਸਵਾਗਤ ਲਈ ਗੇਟ ਤੇ ਭੇਜ ਤੇ ਬਾਕੀਆਂ ਨੂੰ ਬੈਰਕ 'ਚ ਇਕੱਠੇ ਕਰ। ਬਿਹਤਰ ਜਨਾਬ। ਮੰਤਰੀ ਵੀ ਘਰੋਂ ਕੱਢਿਆ ਹੀ ਲੱਗਦਾ। ਜੈ ਹਿੰਦ ਸਰ। ਜੀ ਆਇਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਜਲੌਰ ਸਿੰਘ ਜੀ, ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਦੇਖਿਆ ਫਿਰ, ਜਿਹੜੇ 2 ਬੰਦੇ ਤੁਸੀਂ ਰਿਕਮੈਂਡ ਕੀਤੇ ਸੀ ਕਰਾਤੇ ਨਾ ਰਿਹਾ। ਖੁਸ਼ ਹੋਣ ਤਾਂ
ਬਸ ਸਰ ਖੁਸ਼ੀ ਆ। ਪਰ ਲੱਗ ਨਹੀਂ ਰਹੇ। ਐਕਚੁਅਲੀ ਸਰ ਜਿਹੜੇ ਕੈਦੀਆਂ ਨੂੰ ਤੁਸੀਂ ਰਿਹਾ ਕਰ ਰਹੇ ਹੋ ਉਹਨਾਂ ਨਾਲ ਮੇਰਾ ਪਿਆਰ ਹੀ ਇੰਨਾ ਪੈ ਗਿਆ ਸੀ ਕਿ ਅੱਜ ਉਹ ਜਾ ਰਹੇ ਨੇ, ਇਸ ਕਰਕੇ ਥੋੜਾ ਮਨ ਭਰਿਆ ਹੈ। ਅਦਰਵਾਈਜ਼ ਕੋਈ ਖਾਸ ਗੱਲ। ਕਦੋਂ ਤੱਕ ਦੁਖੀ ਰਹੋਗੇ? ਇਹਨਾਂ ਕੈਦੀਆਂ ਨੂੰ ਆਪਣੀਆਂ ਧੀਆਂ ਸਮਝੋ। ਸਾਰੀਆਂ ਧੀਆਂ ਨੇ ਇੱਕ ਦਿਨ ਤੁਰ ਜਾਣਾ ਹੁੰਦਾ। ਸਰ ਜੀ ਐਂ ਇੱਕ ਇੱਕ ਕਰਕੇ ਸਾਰੀਆਂ ਧੀਆਂ ਤੁਰ ਗਈਆਂ, ਫਿਰ ਤਾਂ ਇੱਕ ਦਿਨ ਬਾਵਲ ਦਾ ਵਿਹੜਾ ਸੁੰਨਾ ਹੋ ਜੂ। ਬਸ ਬਚਣਗੀਆਂ ਤਾਂ 2-4 ਉਮਰ ਕੈਦ ਵਾਲੀਆਂ ਧੀਆਂ ਬਚਣਗੀਆਂ। ਜੇ ਇੰਨੀ ਦੁਖੀ ਹੋ ਰਿਹਾਈ ਕੈਨਸਲ ਕਰਾ ਦਿੰਦੇ ਆ, ਪੇਕੇ ਬਿਠਾ ਕੇ ਰੱਖਿਓ ਫਿਰ ਆਪਣੀਆਂ ਧੀਆਂ ਨੂੰ। ਸਰ ਤੁਸੀਂ ਧੀਆਂ ਦੀ ਗੱਲ ਕਰਦੇ ਹੋ, ਉੱਥੇ ਧੀਆਂ ਦੇ ਪਿਓ ਦਾ ਨਹੀਂ ਪਤਾ ਕਿ ਸ਼ਾਮ ਤੱਕ ਉਹਨੇ ਆਪ ਪੇਕੇ ਰਹਿਣਾ ਕਿ ਨਹੀਂ ਰਹਿਣਾ। ਕੀ ਮਤਲਬ? ਸਰ ਮੇਰਾ ਮਤਲਬ ਪੇਕੇ ਆਓ ਪਲੀਜ਼, ਵੈਲਕਮ ਆਓ। ਸਰ ਪਤਾ ਨਹੀਂ ਕਦੋਂ ਦੇ ਤੁਹਾਡੇ ਸਵਾਗਤ ਲਈ ਖੜੇ ਹਾਂ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ? ਕੋਈ ਪ੍ਰੋਬਲਮ ਤਾਂ ਨਹੀਂ? ਬਸ ਜੀ ਇੱਕੋ ਪ੍ਰੋਬਲਮ ਹੈ ਜੀ, ਆ ਗਰਮ ਪਾਣੀ ਪੀ ਪੀ ਕੇ ਸਭ ਦੀਆਂ ਆਂਦਰਾਂ ਸੜੀਆਂ ਪਈਆਂ ਨੇ ਜੀ। ਮਿਹਰਬਾਨੀ ਕਰਕੇ ਇੱਕ ਵਾਟਰ ਕੂਲਰ ਲਵਾ ਦਿਓ ਜੀ। ਪਰ ਕੂਲਰ ਆਪਾਂ ਪਿਛਲੇ ਸਾਲ ਲਵਾਏ ਤਾਂ ਸੀ। ਉਹ ਤਾਂ ਸਰ ਹਵਾ ਵਾਲੇ ਸੀ। ਹਵਾ ਤਾਂ ਠੰਡੀ ਦਿੰਦੇ ਹੀ ਹੋਣਗੇ। ਹਾਂਜੀ। ਬਸ ਫਿਰ ਇਹਨਾਂ ਨੂੰ ਗਰਮ ਪਾਣੀ ਪਿਲਾ ਕੇ ਉਹਨਾਂ ਦੇ ਮੂਹਰੇ ਬਿਠਾਓ, ਆਪੇ ਪਾਣੀ ਠੰਡਾ ਹੋ ਜੂ। ਨੋਟ ਕਰ ਲਿਆ ਜੀ, ਨੋਟ ਕਰ ਲਿਆ। ਮੈਂ ਅੱਗੇ ਵਿਧਵਾ ਆਸ਼ਰਮ ਵਿੱਚ ਜਾਣਾ, ਆਪਾਂ ਫੰਕਸ਼ਨ ਛੇਤੀ ਸ਼ੁਰੂ ਕਰੀਏ। ਸਰ ਆਪਾਂ ਫੰਕਸ਼ਨ ਐਡੀ ਜਲਦੀ ਸ਼ੁਰੂ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਸਰ ਅਜੇ ਤੱਕ ਤਾਂ ਇਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕੋਈ ਸਾਂਝੀਆਂ ਕੀਤੀਆਂ ਹੀ ਨਹੀਂ। ਇਹ ਤਾਂ ਵਿਚਾਰੇ ਸਵੇਰ ਦੇ ਤੁਹਾਨੂੰ ਐਂ ਡਿੱਕਣ ਲੱਗੇ ਹੋਏ ਨੇ ਜਿਵੇਂ ਜੀਜੇ ਨੂੰ ਸਾਲੀਆਂ। ਮੇਰੇ ਕਹਿਣ ਦਾ ਮਤਲਬ ਸਰ ਜੇ ਇਹਨਾਂ ਨੇ ਆਪਣੇ ਦਿਲ ਦੀ ਭੜਾਸ ਨਾ ਕੱਢੀ ਤਾਂ ਭੜਕ ਜਾਣਗੇ। ਸੋ ਸਰ ਬੇਨਤੀ ਹੈ ਕਿ ਸਾਡੀ ਮਜਬੂਰੀ ਸਮਝੋ। ਚਾਚਾ ਜੀ ਉਹ ਜੇ ਮੈਂ ਤੁਹਾਡਾ ਦੂਰ ਦਾ ਚਾਚਾ ਇਹਦਾ ਮਤਲਬ ਇਹ ਥੋੜਾ ਵੀ ਦੂਰ ਖੜ ਕੇ ਆਵਾਜ਼ਾਂ ਮਾਰੋ, ਨੇੜੇ ਆ ਕੇ ਗੱਲ ਕਰੋ। ਚੱਲ ਕਿ ਮੇਰੇ ਹੀ ਇੰਟਰਵਿਊ ਉਹੀ ਤਾਂ ਮੈਂ ਤੁਹਾਨੂੰ ਦੱਸਣਾ ਸੀ। ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡੇ ਕੈਦੀ ਕਦੇ-ਕਦੇ ਭਟਕ ਜਾਂਦੇ ਆ, ਉਹਨਾਂ ਨੂੰ ਮਾਫ ਕਰ ਦਿਓ। ਮਾਫ ਕਰ ਦੋ? ਐਂ ਕਿਵੇਂ ਮਾਫ ਕਰ ਦੋ? ਇਹ ਤਾਂ ਬਦਤਮੀਜ਼ੀ ਹੋਈ ਨਾ। ਨਵੀ ਬੰਦਾ ਆਪਣੇ ਆਪ ਹੀ ਭਟਕਦਾ ਹੈ। ਜੇਲ੍ਹ 'ਚ ਰਹਿ ਕੇ ਕੈਦੀ ਅਕਸਰ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਨੇ। ਇਦੋਂ ਪਹਿਲਾਂ ਉਹ ਭਟਕਣ, ਮੈਂ ਜਾ ਕੇ ਉਹਨਾਂ ਨੂੰ ਸ਼ਾਂਤ ਕਰਦਾ। ਅੱਛਾ ਰਿਹਾਈ ਦੇਖ ਕੇ ਜਾਣੀ ਹੈ? ਰਿਹਾਈ ਨਹੀਂ, ਇਹ ਤਾਂ ਸਾਡੀ ਤਬਾਹੀ ਦੇਖ ਕੇ ਜਾਣਗੀਆਂ। ਹੈ ਜੀ? ਉਹ ਸੌਰੀ, ਮੈਂ ਸਮਝਿਆ ਤੁਲਸੀਦਾਸ। ਤੁਸੀਂ ਮੰਤਰੀ ਦੇ ਸਵਾਗਤ ਲਈ ਬਾਹਰੋਂ ਫੁੱਲ ਫਲ ਤਾਂ ਮੰਗਾ ਲੈਣੇ ਸੀ। ਬਾਹਰੋਂ ਤਾਂ ਹੋਰ ਵੀ ਬਥੇਰਾ ਕੁਝ ਮੰਗਾਇਆ, ਹਜੇ ਰਾਹ 'ਚ ਹੀ ਆ। ਤੁਸੀਂ 15 ਮਿੰਟ ਪਹਿਲਾਂ ਜੋ ਆ ਗਏ। ਅੱਛਾ ਬਸ ਬਸ ਬਸ। ਮੇਰੇ ਕੈਦੀ ਸਾਥੀਓ, ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਵਿਸਾਖੀ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ। ਮੈਨੂੰ ਜੇਲਰ ਸਾਹਿਬ ਨੇ ਦੱਸਿਆ ਸੀ ਵੀ ਤੁਸੀਂ ਸਾਰੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹੋ। ਖੁੱਲ ਕੇ ਬੋਲੋ। ਮੰਤਰੀ ਜੀ, ਇੱਕ ਮਿੰਟ ਆਉਣ ਦਿਓ ਇਹਨਾਂ ਨੂੰ। ਬੋਲੋ। ਮੰਤਰੀ ਜੀ, ਅਸੀਂ ਆਪਣੀ ਗਲਤੀ ਲਈ ਸ਼ਰਮਿੰਦਾ ਹਾਂ, ਸਾਨੂੰ ਮਾਫ ਕਰ ਦਿਓ। ਦੇਖੋ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੇ ਪੁਤਲੇ ਚੋਂ ਫੂਕ ਨਿਕਲ ਜੇ ਫਿਰ ਪੁਤਲਾ ਇੱਥੇ ਰੱਖ ਕੇ ਫੂਕਣਾ ਹੈ। ਤੁਸੀਂ ਆਪਣੀ ਗਲਤੀ ਮੰਨੀ, ਇਸ ਗੱਲ ਦਾ ਮੈਨੂੰ ਤੁਹਾਡੇ ਤੇ ਮਾਣ ਹੈ। ਮੰਤਰੀ ਸਾਹਿਬ ਜਿਹੜੀ ਅੱਜ ਰਿਹਾਈ ਹੋਣੀ ਆ ਉਹ ਕੈਨਸਲ ਤਾਂ ਨਹੀਂ ਨਾ ਹੋਣੀ? ਲੈ ਦੱਸ, ਕੈਨਸਲ ਕਿਉਂ ਹੋਣੀ ਹੈ? ਬਲਕਿ ਰਿਹਾਈ ਮੈਂ ਆਪਦੇ ਕਰਕਮਲਾਂ ਨਾਲ ਕਰਕੇ ਜਾਊਂਗਾ ਤਾਂ ਕਿ ਜੇਲ੍ਹ ਦੇ ਵਿੱਚ ਬਾਕੀ ਕੈਦੀਆਂ ਨੂੰ ਉਤਸ਼ਾਹ ਮਿਲੇ। ਜੇ ਅੱਜ ਸਰਕਾਰ ਚੰਗੇ ਵਰਤਾਵੇ ਕਰਕੇ ਜੇਲ੍ਹ ਦੇ ਵਿੱਚੋਂ 2 ਕੈਦੀਆਂ ਨੂੰ ਰਿਹਾ ਕਰ ਸਕਦੀ ਹੈ ਤੇ ਕੱਲ ਨੂੰ 4 ਨੂੰ ਵੀ ਕਰ ਸਕਦੀ ਹੈ। ਉਹ ਬਸ ਬਹੁਤ ਹੋ ਗਿਆ। ਚਲੋ ਸ਼ਾਬਾਸ਼। ਫੰਕਸ਼ਨ ਸਟਾਰਟ ਵੀ ਕਰਤਾ? ਜਿਹੜੇ ਬੰਦੇ ਕੈਦੀਆਂ ਲੱਭ ਕੇ ਲੈ ਕੇ ਉਹਨਾਂ ਦਾ ਇੰਤਜ਼ਾਰ ਵੀ ਨਹੀਂ ਕੀਤਾ। ਸਾਹਿਬ ਮੇਰੇ ਨਾਲ ਲੱਗਦੇ ਮੇਰੀ ਪ੍ਰਮੋਸ਼ਨ ਨਾ ਹੋ ਜਾਏ। ਪਰ ਮੇਰੇ ਨਾਲ ਤਾਂ ਕੋਈ ਲਾਗ ਡਾਟ ਵੀ ਨਹੀਂ। ਜੈਨ ਸਰ, ਸ਼ੁਕਰ ਹੈ ਤੁਸੀਂ ਆ ਗਏ। ਸਰ ਕਿੱਥੇ ਦੋਵੇਂ ਕਹਿੰਦੇ? ਇਹ ਸਵਾਲ ਮੈਂ ਪੁੱਛਣਾ, ਕਿੱਥੇ ਆ ਦੋਵੇਂ? ਸਰ ਅਸੀਂ ਤਾਂ ਪੁਲਿਸ ਤੋਂ ਬਚਾ ਕੇ ਉਹਨਾਂ ਨੂੰ ਇੱਥੇ ਭੇਜਤਾ ਸੀਗਾ ਜੇਲ੍ਹ 'ਚ। ਫਿਰ ਕਿੱਥੇ ਚਲੇ ਗਏ? ਉਹਨਾਂ ਨੂੰ ਨਾਲ ਨਹੀਂ ਲੈ ਕੇ ਆ ਸਕਦੇ ਸੀ? ਸਰ ਅਸੀਂ ਰਾਜ ਥੋੜਾ ਰੁਕ ਗਏ ਸੀ। ਜੀਜਾ ਜੀ ਦੀ ਰਿਹਾਈ ਵੇਲੇ ਪਾਉਣ ਲਈ ਫੁੱਲਾਂ ਦਾ ਹਾਰ ਚਾਹੀਦਾ ਸੀ ਨਾ ਜੀ। ਉਹ ਪਹਿਲਾਂ ਆਪਣੇ ਜੀਜੇ ਨੂੰ ਇੱਥੇ ਆ ਕੇ ਮਰਤਾ ਲੈਣ ਦਿੰਦਾ, ਫਿਰ ਹਾਰ ਵੀ ਪਾ ਦਿੰਦਾ। ਜੇਲਰ ਸਾਹਿਬ ਕੀ ਹੋ ਗਿਆ? ਉਹ ਸਰ ਤੁਹਾਡੇ ਲਈ ਹਾਰ ਮੰਗਾਇਆ ਸੀ। ਐਡੀ ਵੀ ਕਾਦੀ ਗਾਲੀ ਸੀ? ਜੇ ਲੇਟ ਹੋ ਹੀ ਗਏ ਸੀ ਕੋਰੀਅਰ ਕਰਾਉਣ ਦੇ, ਮੈਂ ਘਰੇ ਪਾ ਲੈਂਦਾ। ਚਲੋ ਫੰਕਸ਼ਨ ਸ਼ੁਰੂ ਕਰੋ। ਸਰ ਜੇ ਜੇਲ੍ਹ 'ਚ ਆਇਆ ਇੱਕ ਛੋਟਾ ਜਿਹਾ ਪਰਉਪਕਾਰ ਹੋਰ ਕਰ ਜੋ। ਆਪਣੇ ਘਰ ਕਮਲਾ ਨਾਲ ਇੱਕ ਅੱਧਾ ਬੂਟਾ ਹੀ ਲਾ ਜੋ। ਕਿਹੜੇ ਤੁਸੀਂ ਬੂਟਿਆਂ ਬਾਟਿਆਂ ਵਾਲੇ ਚੱਕਰਾਂ 'ਚ ਪਈ ਜਾਂਦੇ ਹੋ? ਮੈਂ ਬਲਕਿ 3-4 ਬੂਟੇ ਘਰੇ ਪੱਟ ਕੇ ਆਏ, ਮੇਰੇ ਪੈਰਾਂ 'ਚ ਫਸੀ ਜਾਂਦੇ ਸੀ। ਸਰ ਇਹਦਾ ਮਤਲਬ ਤੁਸੀਂ ਗਰੋ ਗ੍ਰੀਨ ਮੂਵਮੈਂਟ ਦੇ ਅਗੇਂਸਟ ਹੋ? ਇਹ ਕੀ ਹੁੰਦਾ? ਸਰ ਇਹ ਵੀ ਬੂਟੇ ਲਾਉਣ ਵਾਲਾ ਮਹਿਕਮਾ ਹੁੰਦਾ, ਤੁਸੀਂ ਉਹੀ ਬਿਨਾਂ ਸੋਚੇ ਸਟੇਟਮੈਂਟ ਦੇਈ ਜਾਂਦੇ ਹੋ। ਐ ਕਰੋ, ਹੁਣ ਬੂਟਿਆਂ ਦੇ ਹੱਕ 'ਚ 2-4 ਗੱਲਾਂ ਕਰੋ। ਨਾਲੇ ਜਿਹੜਾ ਬੂਟਾ ਸਵੇਰੇ ਪੱਟਿਆ ਸੀ ਨਾ, ਹੁਣ ਲਾ ਕੇ ਜਾਓ। ਉਹ ਅੱਛਾ ਜੀ, ਇਹ ਤਾਂ ਸੁਣਿਆ ਸੀ ਵੀ ਜੋ ਬੀਜਿਆ ਉਹ ਵੱਢਣਾ ਪੈਣਾ, ਪਰ ਜੋ ਪੱਟਿਆ ਉਹ ਗੱਡਣਾ ਹੀ ਪੈਣਾ। ਅੱਜ ਪਤਾ ਲੱਗਿਆ। ਚਲੋ ਅਬ ਮੰਗਾਓ ਵੀ ਬੂਟਾ। ਬਾਦ ਸਿੰਘ ਸਰ ਕੋਈ ਬੂਟਾ ਲੈ ਕੇ ਆਓ। ਬੂਟਾ
ਅਸੀਂ ਕਿਹੜਾ ਕੋਈ ਜੇਲ੍ਹ 'ਚ ਬੂਟਾ ਮੰਗਾਇਆ ਹੋਇਆ ਹੈ? ਉਹ ਕੋਈ ਪੁਰਾਣਾ ਲੱਗਿਆ ਹੋਈ ਪੱਟ ਲਿਆਓ, ਬਸ ਬੂਟਾ ਲੈ ਆਓ ਜਲਦੀ, ਜਿਵੇਂ ਮਰਜ਼ੀ ਲੈ ਆਓ। ਦੇਖਦਾ ਹੋ। ਹਟੋ ਪਰ ਮਿਲ ਗਿਆ ਸਰ, ਆ ਲਿਆ ਹੈ ਬੂਟਾ। ਇਹ ਕਿੱਥੋਂ ਪੱਟ ਲਿਆ? ਮੈਂ ਕਦੇ ਜੇਲ੍ਹ 'ਚ ਤਾਂ ਦੇਖਿਆ ਨਹੀਂ ਇਹ। ਸਰ ਤੁਹਾਡੇ ਆਫਿਸ 'ਚ ਪਿੱਛੇ ਪਿਆ ਸੀ ਮੇਜ਼ ਤੇ। ਓਏ ਮੂਰਖਾ, ਇਹ ਨਕਲੀ ਹੈ, ਪਲਾਸਟਿਕ ਦਾ। ਸਰ ਮੋਇਆ ਨੂੰ ਪਤਾ ਲੱਗਣਾ ਹੈ ਪਲਾਸਟਿਕ ਦਾ। ਮੈਂ ਆ ਦੇਖੋ ਜੜਾ ਢੱਕ ਲਿਆ ਹੈ ਮਿੱਟੀ ਨਾਲ। ਉਹ ਲੋਕੀ ਉੱਪਰ ਮੇਕਅਪ ਕਰਦੇ ਆ, ਸਾਲਾ ਥੱਲੇ ਕਰ ਲਿਆ। ਓਏ ਉਹਨੂੰ ਖੁਸ਼ਬੂ ਤੋਂ ਨਹੀਂ ਪਤਾ ਲੱਗੂ। ਸਰ ਮੈਂ ਅਗਰਬੱਤੀ ਦਾ ਗੇੜਾ ਦਵਾ ਕੇ ਲਿਆ ਹੈ। ਗਾਲ ਪਾ ਦਿਓ ਜੇ ਕਿਸੇ ਨੂੰ ਪਤਾ ਲੱਗ ਜਾਏ ਇਹ ਨਕਲੀ ਹੈ। ਲਿਆਓ ਜੀ ਬੂਟਾ ਲਿਆਓ ਜਲਦੀ। ਆਇਆ ਸਰ। ਲਿਆਓ ਲਿਆਓ ਹੁਣ ਹੱਥਾਂ 'ਚ ਹੀ ਵੱਡਾ ਕਰਨਾ ਇਹ। ਲਓ ਸਰ। ਓਏ ਹੋਏ ਹੋਏ, ਮੇਰੇ ਵਤਨ ਦੇ ਬੂਟੇ, ਇਹਨਾਂ ਦੀ ਖੁਸ਼ਬੂ ਹੋ ਗਈ ਧੂਫ ਤੇ ਅਗਰਬੱਤੀਆਂ ਦੀ ਖੁਸ਼ਬੂ ਵੀ ਫੇਲ ਹੈ। ਐਕਚੁਅਲੀ ਛੋਟੇ ਹੁੰਦੇ ਤੋਂ ਸਾਨੂੰ ਬੂਟਿਆਂ ਨਾਲ ਬਹੁਤ ਪਿਆਰ ਸੀ। ਤੁਸੀਂ ਯਕੀਨ ਮੰਨਿਓ, ਸ਼ਹੀਦ ਮੁਹੱਬਤ ਬੂਟਾ ਸਿੰਘ ਫਿਲਮ ਮੈਂ ਇਸ ਕਰਕੇ ਦੇਖੀ ਸੀ ਵੀ ਸ਼ਾਇਦ ਬੂਟਿਆਂ ਤੇ ਬਣੀ ਹੋਈ ਹੈ, ਪਰ ਅਫਸੋਸ ਉਹ ਬੰਦਿਆਂ ਤੇ ਬਣੀ ਹੋਈ ਸੀ। ਪਲੀਜ਼ ਸਰ ਤੁਸੀਂ ਬੂਟਾ ਲਾਓ ਸਰ। ਆਓ ਉਹ ਲੇਟ ਹੋ ਰਿਹਾ ਨਾ। ਲਾ ਦੋ ਸਰ। ਪਾਣੀ ਫੜਾਓ। ਸਰ ਵੈਸੇ ਤਾਂ ਇਸ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਵਾਟਰਪ੍ਰੂਫ ਆ, ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਪਾ ਦਿਓ। ਮੇਰੇ ਪਿਆਰੇ ਕੈਦੀਓ, ਮੈਂ ਅੱਜ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਿਹੜਾ ਅੱਜ ਮੈਂ ਬੂਟਾ ਲਾਇਆ ਹੈ, ਇਹਦੇ ਵੱਡੇ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਵਿੱਚੋਂ ਅੱਧੇ ਕੈਦੀਆਂ ਨੂੰ ਰਿਹਾਈ ਦਿਵਾਵਾਂਗਾ। ਫਿਰ ਤਾਂ ਸਾਰੇ ਇੱਥੇ ਹੀ ਮਰਨਗੇ। ਚਲਿਏ ਆਪਾਂ ਫੰਕਸ਼ਨ ਸ਼ੁਰੂ ਕਰੀਏ। ਚਲੋ। ਸਰ ਤੁਹਾਡੇ ਨਾਲ ਇੱਕ ਪਰਸਨਲ ਗੱਲ ਕਰਨੀ ਸੀ। ਹੁਣ ਕੀ ਹੋ ਗਿਆ? ਸਰ ਜਿਹੜੇ ਕੈਦੀਆਂ ਨੂੰ ਆਪਾਂ ਰਿਹਾ ਕਰ ਰਹੇ ਹਾਂ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਆ ਕਿ ਸਾਡੇ ਨਾਲ ਗੱਲ ਕਰਕੇ ਦੇਖਿਓ, ਜੇ ਸਾਨੂੰ ਅੱਜ ਵਿਸਾਖੀ ਦੀ ਥਾਂ ਤੇ ਉਹ 1 ਮਈ ਲੇਬਰ ਡੇ ਵਾਲੇ ਦਿਨ ਛੱਡ ਦੇਣ ਤਾਂ ਕਿੰਨਾ ਚੰਗਾ ਹੋਏਗਾ। ਉਹ ਕਿਉਂ? ਦੋਨੇ ਦਿਹਾੜੀਦਾਰ ਨੇ ਨਾ, ਉਹਨਾਂ ਦਾ ਲੈਣ ਦੇਣ ਫਸਲਾਂ ਨਾਲ ਘੱਟ ਤੇ ਲੇਬਰ ਡੇ ਨਾਲ ਵੱਧ। ਜਲੌਰ ਸਿੰਘ ਜੀ, ਸਰਕਾਰੀ ਕੰਮ ਐ ਨਹੀਂ ਚੱਲਦੇ ਹੁੰਦੇ। ਸਰ ਇੱਕ ਵਾਰੀ ਚਲਾ ਕੇ ਤਾਂ ਦੇਖੋ ਕਿੰਨਾ ਚੰਗਾ ਹੋਊਗਾ ਜੇ ਆਪਾਂ ਨਰਾਤਿਆਂ ਤੇ ਮਾਤਾ ਦੇ ਭਗਤ ਛੱਡ ਦਿਆ ਕਰੀਏ, ਦੀਵਾਲੀ ਨੂੰ ਹਲਵਾਈ ਛੱਡ ਦਿਆ ਕਰੀਏ, ਤੇ ਤੀਆਂ ਤੇ ਚੁੰਨੀਆਂ ਰੰਗਣ ਵਾਲੇ ਲਲਾਰੀ। ਸ਼ਾਬਾਸ਼। ਕੱਲ ਨੂੰ ਕਹੋਗੇ ਕਰਵਾ ਚੌਥ ਤੇ ਸਾਰੇ ਪਤੀ ਛੱਡ ਦੋ, ਚੰਦ ਦੇਖ ਕੇ ਮੁੜ ਆਉਣਗੇ। ਫੰਕਸ਼ਨ ਸ਼ੁਰੂ ਕਰਨਾ ਜਾਂ ਅਸੀਂ ਜਾਈਏ? ਸੌਰੀ ਸਰ, ਐਕਚੁਅਲੀ ਮੈਂ ਕੈਦੀਆਂ ਬਾਰੇ ਥੋੜਾ ਵੱਧ ਹੀ ਸੋਚ ਜਾਂਦਾ, ਬਸ ਉਹੀ ਨਹੀਂ ਕਦੇ ਮੇਰੇ ਬਾਰੇ ਸੋਚਦੇ। ਜਰਨੈਲ ਬਲਜੀਤ, ਜਰਨੈਲ। ਸੌ ਤਾਂ ਨਹੀਂ ਗਿਆ ਬਲਜੀਤ। ਆਪਾਂ ਕਿਹੜਾ ਕੋਈ ਚੋਰੀ ਕੀਤੀ ਹੈ? ਮੈਂ ਗੱਲ ਕਰਦਾ ਇਹਦੇ ਨਾਲ। ਵੀਰੇ ਮੰਨ ਲਈ ਦੀ ਹੁੰਦੀ ਹੈ। ਮੇਰੇ ਮੁੰਡੇ ਦੀ ਮਾਂ ਤਾਂ ਰੱਬ ਨੇ ਪਹਿਲਾਂ ਹੀ ਚੱਕ ਲਈ ਸੀ, ਕਿਤੇ ਅੱਜ ਪਿਓ ਨਾ ਜਗਾ ਦੀ। ਓਏ ਵੀਰੇ ਗੱਲ ਸੁਣ। ਬਲਜੀਤ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਯਾਰ ਮੈਂ ਵੀ ਉਹੀ ਗੱਲ ਕਰਨਾ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ। ਸਾਡੀ ਇੱਜ਼ਤ ਨਾਲ ਖੇਡ ਰਹੇ ਹੈ, ਉਹ ਲਾਨਤ ਹੈ ਤੇਰੀ ਯਾਰੀ ਤੇ। ਬਲਜੀਤ, ਮੈਨੂੰ ਨਹੀਂ ਪਤਾ ਸੀ ਕਿ ਅਮਨ ਦਾ ਵਿਆਹ ਤੇਰੇ ਨਾਲ ਹੋ ਰਿਹਾ ਹੈ। ਹੁਣ ਪਤਾ ਚੱਲ ਗਿਆ ਨਾ? ਹਾਂ, ਪਰ ਇਹ ਉਹੀ ਕੁੜੀ ਹੈ ਜਿਹਦੇ ਨਾਲ ਮੇਰਾ ਸਾਕ ਹੋਇਆ ਸੀ। ਜੇ ਮੈਂ ਜੇਲ੍ਹ ਨਾ ਗਿਆ ਹੁੰਦਾ, ਅੱਜ ਵਿਆਹ ਹੋਇਆ ਹੋਣਾ ਸੀ ਮੇਰਾ ਇਹਦੇ ਨਾਲ। ਵਿਆਹ ਹੋਇਆ ਤਾਂ ਨਹੀਂ ਨਾ? ਉਹੀ ਤਾਂ ਮੈਂ ਕਹਿ ਰਿਹਾ, ਤੇਰਾ ਵਿਆਹ ਹੋਇਆ ਤਾਂ ਨਹੀਂ ਨਾ। ਅਮਨ ਨੂੰ ਉੱਥੇ ਜਾਣ ਦੇ ਜਿੱਥੇ ਉਹ ਖੁਸ਼ ਰਵੇ। ਤੇ ਮੇਰਾ ਕੀ? ਸਾਰਾ ਪਿੰਡ ਜਾਣਦਾ ਕਿ ਸਾਡਾ ਵਿਆਹ ਹੈ। ਲੋਕੀ 2 ਦਿਨ ਬੋਲ ਕੇ ਚੁੱਪ ਕਰ ਜਾਣਗੇ। ਅਮਨ ਪਿਆਰ ਮੇਰੇ ਨਾਲ ਕਰਦੀ ਹੈ। ਤੂੰ ਇਹ ਸੋਚ ਕੇ ਤੇਰੇ ਵਿਆਹ ਕਰਾਉਣ ਤੋਂ ਬਾਅਦ ਵੀ ਜੇ ਉਹ ਤੇਰੀ ਨਾ ਹੋਈ, ਫਿਰ ਮੈਂ ਟਾਈਮ ਸਿਰ ਜੇਲ੍ਹ ਪਹੁੰਚਣਾ ਹੈ। ਮੈਨੂੰ ਜਾਣ ਦੇ ਵੀਰੇ। ਠੀਕ ਹੈ, ਜਾ, ਪਰ ਅਮਨ ਤੇਰੇ ਨਾਲ ਨਹੀਂ ਜਾਊਗੀ। ਅਮਨ ਤਾਂ ਮੇਰੇ ਨਾਲ ਹੀ ਜਾਊਗੀ। ਜੇ ਅਮਨ ਨੂੰ ਤੇਰੇ ਨਾਲ ਹੀ ਭੇਜਣਾ ਹੁੰਦਾ ਨਾ ਤਾਂ 1.5 ਸਾਲ ਪਹਿਲਾਂ ਨਾ ਭੇਜ ਦਿੰਦਾ। ਮਤਲਬ? ਮੈਂ ਅਮਨ ਨੂੰ ਤੇਰੇ ਨਾਲੋਂ ਜ਼ਿਆਦਾ ਪਿਆਰ ਕਰਦਾ। ਹੋਰ ਸੁਣਾ ਭਾਈ, ਕੁੜੀ ਵੇਖਣ ਗਿਆ ਸੀ, ਛੁਹਾਰਾ ਲਵਾ ਕੇ ਆਇਆ ਕਿ ਨਹੀਂ? ਹੈ ਨਹੀਂ ਯਾਰ, ਗੱਲ ਸਿਰੇ ਨਹੀਂ ਚੜੀ। ਇਹਨੂੰ ਤੇ ਨਾ ਹੋ ਗਈ। ਕੁੜੀ ਤੁਹਾਨੂੰ ਪਸੰਦ ਹੈ, ਤੁਸੀਂ ਰਿਸ਼ਤਾ ਭੇਜ ਦਿਓ। ਅਮਨ ਜਰਨੈਲ ਨਾਲ ਖੁਸ਼ ਹੈ। ਪਰ ਉੱਥੇ ਤਾਂ ਨਾ ਹੋ ਗਈ ਸੀ ਜੀ। ਪਹਿਲੇ ਜਰਨੈਲ ਨੇ ਨਾ ਕੀਤੀ ਸੀ, ਫਿਰ ਦੋਹਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ।
ਇਹਦੇ ਕਰਕੇ ਹੀ ਤੇਰੇ ਢੋਲ 'ਚ ਫੀਮ ਰਖਵਾਈ ਸੀ। ਮਿਲ ਗਈ ਜਨਾਬ। ਦੇਖੋ ਜੀ, ਜਰਨੈਲ ਵਾਲਾ ਹੋਇਆ ਤਾਂ ਮਾੜਾ, ਜੇ ਤੁਸੀਂ ਚਾਹੋ ਤਾਂ ਮੈਂ ਇਸ ਰਿਸ਼ਤੇ ਲਈ ਹਲੇ ਵੀ ਤਿਆਰ ਹਾਂ। ਉਹਨਾਂ ਨੂੰ ਮੰਚ ਦੇ ਉੱਤੇ ਬੁਲਾਇਆ ਜਾਵੇ। ਜਰਨੈਲ ਸਿੰਘ ਤਰਸੇਮ ਲਾਲ। ਇਹ ਨਹੀਂ ਹੋਣਾ। ਜਰਨੈਲ ਸਿੰਘ ਤਰਸੇਮ ਲਾਲ। ਉਹ ਜਾਣਦੇ ਹੋ ਇੰਸਪੈਕਟਰ ਸਾਹਿਬ, ਸਟੇਜ ਤੇ ਸਾਡਾ ਨਾਂ ਲੈ ਰਿਹਾ, ਅੱਜ ਸਾਡੀ ਰਹੀ ਹੈ। ਉਹ ਤੁਹਾਨੂੰ ਕਿਹੜੇ ਪਿਓ ਨੇ ਕਹਿਤਾ ਉਹ ਤੁਹਾਡੀ ਰਹੀ ਹੈ? ਪਿਓ ਨੇ ਨਹੀਂ ਜੀ, ਉਹ ਮਾਤਾ ਜੀ ਨੇ ਕਿਹਾ, ਉਹਨਾਂ ਨੂੰ ਪੁੱਛੋ। ਆਹੋ ਉਹ ਜਿਹੋ ਜੀ ਮਾਂ ਉਹ ਜੇ ਪੁੱਤ। ਚਲੋ ਉਧਰ। ਉਹ ਆ ਸੁਣ ਲਈ, ਉਹ ਨਾਮ ਲਿਆ ਸਾਡਾ ਜਰਨੈਲ ਤੇ ਤਰਸੇਮ। ਉਹ ਚੁੱਪ। ਤੁਸੀਂ ਫਿਰ ਐਂ ਕਰੋ, ਜਦੋਂ ਇਹ ਆ ਗਿਆ ਨਾ ਸਾਨੂੰ ਬੁਲਾ ਲਿਓ। ਮਾਨਯੋਗ ਜੇਲ੍ਹ ਮੰਤਰੀ ਸਾਹਿਬ ਤੇ ਮੇਰੇ ਕੈਦੀ ਵੀਰੋ, ਇਸ ਤੋਂ ਪਹਿਲਾਂ ਕਿ ਸੱਚਾਈ ਸਭ ਦੇ ਸਾਹਮਣੇ ਆਵੇ, ਮੈਂ ਆਪਣਾ ਹੁਣ ਤੱਕ ਦਾ ਕਲੀਨ ਰਿਕਾਰਡ ਆਪ ਸਭ ਦੇ ਸਨਮੁਖ ਪੇਸ਼ ਕਰਨਾ ਚਾਹਾਂਗਾ। ਕੁਝ ਵਰੇ ਪਹਿਲਾਂ ਸਾਡੀ ਜੇਲ੍ਹ ਦੇ ਵਿੱਚ ਰਾਮਲੀਲਾ ਹੋਇਆ ਕਰਦੀ ਸੀ। ਲక్ష్మణ ਮੂਰਛਾ ਵਾਲੇ ਦਿਨ ਹਨੂਮਾਨ ਬਣੇ ਕੈਦੀ ਨੇ ਸੰਜੀਵਨੀ ਬੂਟੀ ਲੈਣ ਦੇ ਬਹਾਨੇ ਐਸੀ ਉਡਾਰੀ ਮਾਰੀ ਕਿ ਦੁਸਹਿਰਾ ਵੀ ਟੱਪ ਗਿਆ, ਪਰ ਪਿਓ ਦਾ ਪੁੱਤ ਉਹ ਵਾਪਸ ਨਾ ਪਰਤਿਆ। ਫਿਰ ਅਸੀਂ ਆਪਣੀ ਜੇਲ੍ਹ ਦਾ ਟਰੈਕ ਰਿਕਾਰਡ ਠੀਕ ਕਰਨ ਲਈ ਫੈਸਲਾ ਕੀਤਾ ਕਿ ਅੱਗੇ ਤੋਂ ਸਾਡੀ ਜੇਲ੍ਹ ਦੇ ਵਿੱਚ ਲక్ష్మణ ਜੀ ਨੂੰ ਜੋ ਹੁੰਦਾ ਹੋ ਜਵੇ, ਪਰ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਜੇਲ੍ਹ ਤੋਂ ਬਾਹਰ ਨਹੀਂ ਜਾਣਗੇ। ਜਿਵੇਂ ਮੰਤਰੀ ਜੀ ਕਹਿ ਰਹੇ ਸੀ ਕਿ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲਾਂ, ਮੈਨੂੰ ਸਮਝ ਤੇ ਆ ਰਹੀ ਹੈ ਮੈਂ ਕੀ ਬੋਲਾਂ, ਪਰ ਇਹ ਸਮਝ ਨਹੀਂ ਆ ਰਹੀ ਕਿ ਮੈਂ ਕਿਵੇਂ ਬੋਲਾਂ। ਇਹਨਾਂ 20 ਸਾਲਾਂ ਦੀ ਨੌਕਰੀ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਇਸ ਵਰਦੀ ਤੇ ਕੋਈ ਦਾਗ ਨਾ ਲੱਗ ਜਾਵੇ। ਬਸ ਨਾਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ। ਕਿਵੇਂ ਫਰੋਲਾਂ ਮੈਂ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਤੇ ਦਰਦਾਂ ਨੂੰ। ਮੁੱਕ ਦੀ ਗੱਲ ਕੀ, 100 ਗੱਲਾਂ ਦੀਆਂ 2-3 ਗੱਲਾਂ। ਇਹਨਾਂ ਰਿਹਾ ਹੋਣ ਵਾਲੇ ਦੋਹਾਂ ਕੈਦੀਆਂ ਨੂੰ ਮੈਂ ਆਪਣੇ ਬੱਚਿਆਂ ਵਾਂਗੂ ਪਿਆਰ ਕੀਤਾ, ਪਰ ਇਹਨਾਂ ਨਾ ਸ਼ੁਕਰਿਆ ਨੇ ਮੇਰੇ ਨਾਲ ਮਤਰਾਏ ਪਿਓ ਵਾਲੀ ਕੀਤੀ। ਮੇਰੀ ਵਰਦੀ ਅਲਾਉ ਨਹੀਂ ਕਰਦੀ। ਨਹੀਂ, ਅੱਜ ਇਸ ਮੁਬਾਰਕ ਮੌਕੇ ਤੇ ਮੈਂ ਐਸੀ ਗਾਲ ਬਾਉਣੀ ਸੀ ਕਿ ਨਾ ਦੋਹਾਂ ਕੈਦੀਆਂ ਦੇ ਘਰਦਿਆਂ ਨੇ ਆ ਕੇ ਮਿੰਨਤਾਂ ਕਰਨੀਆਂ ਸੀ, ਆ ਸਾਂਭੋ ਆਪਣੇ ਕੈਦੀ, ਵਿੱਚ ਮਾਮਾ ਭੈਣਾ ਘੜੀਸਣ ਦੀ ਲੋੜ। ਡਾਊਨ ਨਾਲ ਕੁਝ ਨਹੀਂ ਹੋਣਾ, ਮੈਂ ਕਰਕੇ ਵੇਖ ਚੁੱਕਿਆ। ਇਹਦੇ ਨਾਲ ਕੰਨ ਨਹੀਂ ਟੱਪੀ ਜਾਣੀ। ਸਭ ਖਤਮ ਹੋ ਗਿਆ ਯਾਰ। ਕੁਝ ਖਤਮ ਨਹੀਂ ਹੋਇਆ, ਛਾਲ ਤਾਂ ਮਾਰਨੀ ਪੈਣੀ ਹੈ। ਜਰਨੈਲ, ਕੋਈ ਹੋਰ ਰਾਹ ਲੱਭਣਾ ਪੈਣਾ ਹੈ। ਤੂੰ ਸੁਣਿਆ ਕਦੇ ਕਿਸੇ ਨੂੰ ਇੰਨੀ ਕੀ ਡਾਂਗ ਨਾਲ ਇੰਨੀ ਉੱਚੀ ਛਾਲ ਮਾਰਦੇ ਹੋਏ? ਨਹੀਂ ਸੁਣਿਆ, ਪਰ ਸੁਣਿਆ ਤਾਂ ਇਹ ਵੀ ਨਹੀਂ ਹੈ ਕਿ ਜਿਹੜੀ ਕੁੜੀ ਨੇ ਜਿਸ ਮੁੰਡੇ ਨੂੰ ਵਿਆਹ ਲਈ ਨਾ ਕਰਤੀ ਹੋਏ, ਬਾਅਦ 'ਚ ਉਸੇ ਨਾਲ ਘਰੋਂ ਭੱਜ ਗਈ। ਸੁਣਿਆ ਤਾਂ ਇਹ ਵੀ ਨਹੀਂ ਹੈ ਕਿ ਇੱਕ ਪਿਓ ਆਪਣੇ ਪੁੱਤ ਨੂੰ ਮਿਲਣ ਲਈ ਵਾਰੀ-ਵਾਰੀ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਰਹੇ ਤੇ ਹਰ ਨਾਕਾਮਯਾਬ ਕੋਸ਼ਿਸ਼ ਤੋਂ ਬਾਅਦ ਵੀ ਹਾਰ ਨਾ ਮੰਨੇ। ਤੂੰ ਹਾਰ ਮੰਨੀ ਨਹੀਂ ਨਾ ਤਰਸੇਮ ਲਾਲ? ਹਰ ਕੰਮ ਪਹਿਲੀ ਵਾਰੀ ਆਪਾਂ ਹੀ ਕੀਤਾ ਹੈ। ਇਹ ਕੰਧ ਜਿਹੜੀ ਪਹਿਲਾਂ ਕਿਸੇ ਨੇ ਨਹੀਂ ਟੱਪੀ, ਇਹਨੂੰ ਵੀ ਪਹਿਲੀ ਵਾਰੀ ਅਸੀਂ ਉਹ ਟੱਪਾਂਗੇ। ਤੇਰੇ ਮੁੰਡੇ ਨੇ ਹਜੇ ਸਿਰਫ ਪੜ੍ਹਨਾ ਸਿੱਖਿਆ ਨਾ, ਹੱਸਣਾ, ਖੇਡਣਾ, ਜਿਉਣਾ ਸਭ ਕੁਝ ਸਿੱਖ ਜੂ ਤੇਰੇ ਬਗੈਰ।
ਤੇ ਤੂੰ ਵੀ ਕਿਸੇ ਹੋਰ ਨਾਲ ਵਿਆਹ ਕਰਾ ਕੇ ਰੋਂਦੀ ਰਹੀ ਮੈਥੋਂ ਬਗੈਰ। ਜੇ ਰਿਹਾ ਹੋ ਕੇ ਬਾਹਰ ਨਿਕਲਣਾ ਹੈ, ਅੰਦਰ ਜਾਣਾ ਹੀ ਪੈਣਾ ਹੈ। ਵੇਖ ਲੈ ਕਿਤੇ ਤੇਰਾ ਡਰ ਤੇਰੇ ਪੁੱਤ ਦੀਆਂ ਖੁਸ਼ੀਆਂ ਨੂੰ ਮਾਰ ਨਾ ਦੇਵੇ। ਜਿੱਦਣ ਕਾਨੂੰਨ ਤੈਨੂੰ ਬੇਕਸੂਰ ਕਹੂਗਾ ਨਾ, ਉਦਣ ਅਸੀਂ ਮੰਨਾਂਗੇ ਕਿ ਤੂੰ ਬੇਕਸੂਰ ਹੈ। ਮੈਂ ਹੁਣ ਤੇਰੇ ਨਾਲ ਉਦੋਂ ਹੀ ਜਾਊਂਗਾ ਜਦੋਂ ਤੂੰ ਜੇਲ੍ਹ ਚੋਂ ਰਿਹਾ ਹੋ ਕੇ ਆਏਗਾ। ਨੌਕਰੀ ਦਾ ਤੇ ਲਾ ਕੇ ਇਹਨਾਂ ਦੋਹਾਂ ਨੂੰ ਰਿਆ ਕਰਾਉਣ ਲਈ ਮੈਂ ਕੀ ਕੁਝ ਨਹੀਂ ਕੀਤਾ, ਪਰ ਇਹਨਾਂ ਨੇ ਮੇਰੀ ਇੱਜ਼ਤ ਮਿੱਟੀ ਦੇ ਸਤਿ ਸ੍ਰੀ ਅਕਾਲ। ਸ਼ਾਬਾਸ਼ ਮੇਰੇ ਸ਼ੇਰੋ, ਜੀ ਆਇਆਂ ਨੂੰ। ਅੱਜ ਤੁਸੀਂ ਜੇਲਰ ਜਲੌਰ ਸਿੰਘ ਜੌਲ ਦੀ ਇੱਜ਼ਤ ਮਿੱਟੀ 'ਚ ਰੋਣ ਤੋਂ ਬਚਾ ਲਈ। ਦੇਰ ਆਏ ਦਰੁਸਤ ਆਏ। ਓਏ ਪਤੰਦਰੋ, ਇਹਨਾਂ ਤੇ 21 ਸਾਲ ਮੇਰੀ ਮਾਂ ਔਲਾਦ ਨੂੰ ਨਹੀਂ ਤਰਸੀ ਜਿੰਨਾ 4 ਘੰਟਿਆਂ 'ਚ ਤੁਸੀਂ ਮੈਨੂੰ ਤਰਸਾ ਕੇ ਰੱਖਤਾ। ਮੰਤਰੀ ਜੀ, ਇਹ ਦੋਵੇਂ ਇੰਨੇ ਜਿੱਦੀ ਨੇ ਅੱਜ ਸਵੇਰ ਦੀ ਰੱਟ ਲਾਈ ਹੋਈ ਸੀ। ਅਖੇ ਅਸੀਂ ਤਾਂ ਜੀ ਮੰਤਰੀ ਜੀ ਦੇ ਸਾਹਮਣੇ ਜਿਮਨਾਸਟਿਕ ਕਰਕੇ ਦਿਖਾਉਣੀ, ਕਲਾਬਾਜੀ ਪਾ ਕੇ ਦਿਖਾਉਣੀ। ਬਥੇਰਾ ਸਮਝਾਇਆ ਬਈ ਭਰਾਵੋ, ਮੰਤਰੀ ਜੀ ਜੇਲ੍ਹ ਮੰਤਰੀ ਨੇ, ਕੋਈ ਖੇਲ ਮੰਤਰੀ ਨਹੀਂ। ਪਰ ਕਿੱਥੇ ਹਟਦੇ ਆ, ਪਾ ਕੇ ਦਿਖਾਈ। ਹਾਂਜੀ। ਓਏ ਮੂਰਖੋ, ਹੁਣ ਤਾਂ ਕਲਾਬਾਜੀ ਪਾਉਂਦੇ ਇਹਨਾਂ ਦੇ ਪੈਰਾਂ 'ਚ ਗਿਰੇ ਹੋ। ਜੇ ਕਿਤੇ ਲੈਂਡਿੰਗ ਇੱਧਰ ਉੱਧਰ ਹੋ ਜਾਂਦੀ, ਮੰਤਰੀ ਜੀ ਤਾਂ ਸਦਾ ਲਈ ਉੱਧਰ ਹੋ ਜਾਂਦੇ। ਖੈਰ, ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਮੰਤਰੀ ਸਰਦਾਰ ਬਹਾਦਰ ਸਰਦਾਰ ਸਤਪਾਲ ਜੀ ਮੰਡੇਰ ਨੂੰ ਕਿ ਅੱਜ ਵਿਸਾਖੀ ਦੇ ਵਿਸ਼ੇਸ਼ ਅਵਸਰ ਤੇ ਇਹਨਾਂ ਦੋਹਾਂ ਕੈਦੀਆਂ ਨੂੰ ਰਿਹਾ ਕਰਨ। ਜ਼ੋਰਦਾਰ ਤਾੜੀਆਂ। ਮੇਰੇ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਬੋਲਾਂ। ਮਿਹਰਬਾਨੀ ਜੀ। ਮੇਰੇ ਸੱਚੇ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਬੋਲਾਂ। ਕਿੰਨਾ ਟੈਲੈਂਟ ਭਰਿਆ ਪਿਆ ਸਾਡੀਆਂ ਜੇਲ੍ਹਾਂ 'ਚ। ਬਈ ਕਮਾਲ ਦਾ ਜੰਪ ਮਾਰਿਆ ਕੈਦੀਆਂ ਨੇ। ਟੈਲੈਂਟ ਕਾਦਾ? ਕੈਦੀ ਬਾਹਰੋਂ ਅੰਦਰ ਆਏ ਸੀ। ਜੰਪ ਲਾਉਣ ਲਈ ਕੈਦੀਆਂ ਨੂੰ ਭੱਜਣਾ ਪੈਂਦਾ ਹੈ। ਭੱਜਣ ਲਈ ਜੇਲ੍ਹ 'ਚ ਜਗ੍ਹਾ ਕਿੱਥੇ ਹੈ? ਇਸ ਕਰਕੇ ਕੈਦੀ ਜੇਲ੍ਹ ਦੇ ਬਾਹਰੋਂ ਭੱਜ ਕੇ ਜੰਪ ਮਾਰ ਕੇ ਅੰਦਰ ਆਏ ਨੇ। ਵੈਰੀ ਸਿੰਪਲ। ਉਹ ਕੈਦੀ ਜੇਲ੍ਹ ਦੇ ਵਿੱਚ ਹੈ ਹੀ ਨਹੀਂ ਸੀ, ਐਨ ਮੌਕੇ ਤੇ ਆਏ ਨੇ। ਜੇਲਰ ਦਾ ਰੰਗ ਨਹੀਂ ਸੀ ਦੇਖਿਆ ਕਿਵੇਂ ਉੜਿਆ ਹੋਇਆ। ਕੀ ਸਬੂਤ ਹੈ ਤੁਹਾਡੇ ਕੋਲੇ? ਸਬੂਤ ਜਿੰਨੇ ਕਹੋਗੇ ਇਕੱਠੇ ਕਰ ਦਾਂਗਾ, ਪਰ ਗੱਲ ਆਪਣੇ ਤੇ ਆਉਣੀ ਹੈ। ਹੁਣ ਚਾਹੇ ਸਿਫਾਰਿਸ਼ ਜੇਲਰ ਨੇ ਕੀਤੀ ਸੀ, ਪਰ ਰਿਹਾਈ ਦਾ ਕੇਸ ਤਾਂ ਆਪਾਂ ਪਾਸ ਕੀਤਾ। ਸਮਝਿਆ ਕਰੋ। ਕਿਉਂ ਸਮਝਾਂ ਮੈਂ? ਸਮਝਾਉਣ ਨੂੰ ਤੁਹਾਡੇ ਵਰਗੇ ਸੂਝਵਾਨ ਬੰਦਿਆਂ ਨੂੰ ਆਪਣੇ ਨਾਲ ਤਾਂ ਰੱਖਿਆ ਹੈ ਜੀਤਾ ਜੀ। ਆਪਣਾ ਕੰਮ ਕੀਤਾ, ਬਾਕੀ ਆਪ ਹੀ ਸਮਝੂਗਾ ਜੀਤਾ। ਚਲੋ ਹੁਣ ਤਾਂ ਰਿਹਾ ਹੋ ਗਿਆ ਤੇਰਾ ਡੈਡੀ। ਚੱਲੇਗਾ ਨਾ ਮੇਰੇ ਨਾਲ? ਡੈਡੀ, ਮਾਫ ਕਰੀ ਪੁੱਤ, ਅਸੀਂ ਐਵੇਂ ਤੈਨੂੰ ਗਲਤ ਸਮਝਦੇ ਰਹੇ। ਮਾਫੀ ਤਾਂ ਮੈਨੂੰ ਮੰਗਣੀ ਚਾਹੀਦੀ ਹੈ ਜੀ। ਮੈਂ ਐਵੇਂ ਹੀ ਤੁਹਾਡੇ ਮੁੰਡੇ ਤੇ ਸ਼ੱਕ ਕਰੀ ਗਿਆ। ਹਾਲਾਂਕਿ ਕਈ ਵਾਰੀ ਮੇਰੇ ਮਨ 'ਚ ਆਇਆ ਕਿ ਜੇ ਇਹਦੇ ਕੋਲ 2 ਕਿਲੋ ਅਫੀਮ ਹੁੰਦੀ, ਇਹਨੇ ਕਿੰਨੀ 'ਚ ਥੋੜੋ ਪਾਉਣੀ ਸੀ, ਇਹਨੇ ਆਪ ਛਕ ਜਾਣੀ ਸੀ। ਚੱਲ ਛੱਡ ਪੁੱਤ, ਅੰਤ ਭਲੇ ਦਾ ਭਲਾ। ਉਹ ਤਾਂ ਠੀਕ ਹੈ ਜੀ, ਪਰ ਜੇ ਤੁਹਾਡੀ ਕੁੜੀ ਨੇ ਪਹਿਲੀ ਵਾਰੀ 'ਚ ਵਿਆਹ ਲਈ ਹਾਂ ਕਰਤੀ ਹੁੰਦੀ ਤਾਂ ਹੀ ਭਲਾ 1.5 ਸਾਲ ਪਹਿਲਾਂ ਹੋ ਜਾਣਾ ਸੀ। ਚਲੋ ਹੁਣ ਚੱਲੀਏ ਕਿ ਸਾਡੇ ਲਾਵਾਂ ਫੇਰੇ ਇੱਥੇ ਜੇਲ੍ਹ 'ਚ ਹੀ ਕਰਨੇ ਨੇ? ਹੈਂ ਜੀ, ਬੋਲੋ। ਜੇਲਰ ਸਾਹਿਬ, ਤੁਸੀਂ ਝੂਠ ਬੋਲ ਕੇ ਸਾਨੂੰ ਗਲਤ ਕੈਦੀ ਕਿਉਂ ਮਿਲਾਏ? All's well that ends well। ਮਤਲਬ ਖੂਚ ਪਾਓ ਇਸ ਗੱਲ ਨੂੰ।
जब से तुझे देखा मैंने कुछ भी न और आया नजर शायद मैनू प्यार हो गया ताही सब कुछ होया बेअसर नींद चैन वैन खोने लगे हैं तेरे जब से हाँ होने लगे हैं कैसे तुमको बताए जाने जा अब तेरे बिना हुंदा ना सब्र